ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਣਾ ਮਾਡਰਨ ਇੰਡੀਅਨ ਹਿਸਟਰੀ ਦਾ ਲੈਕਚਰ ਨੰਬਰ 8 ਲਾਸਟ ਲੈਕਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਕਨਸਟੀਟਿਊਸ਼ਨਲ ਡਿਵੈਲਪਮੈਂਟਸ ਜਿਹੜੀਆਂ ਸੀ 1773 ਦੇ ਐਕਟ ਤੋਂ ਲੈ ਕੇ 1853 ਤੱਕ ਦੇ ਐਕਟ ਕਿਵੇਂ ਜਿਹੜੀ ਪਾਵਰ ਹੈ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕਰਾਊਨ ਤੱਕ ਗਈ, ਉਹ ਸਾਰਾ ਆਪਾਂ ਡਿਸਕਸ ਕਰ ਚੁੱਕੇ ਹਾਂ। ਜੇ ਗੱਲ ਕਰੀਏ ਅੱਜ ਦੇ ਲੈਕਚਰ ਦੀ ਤਾਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਵੋਲੂਸ਼ਨ ਆਫ ਐਜੂਕੇਸ਼ਨ ਇਨ ਇੰਡੀਆ ਟਿਲ 1857। ਕਿਉਂਕਿ ਆਪਾਂ 1857 ਦੀ ਕ੍ਰਾਂਤੀ ਤੱਕ ਹੀ ਪੜਿਆ, ਤਾਂ ਆਪਾਂ ਐਜੂਕੇਸ਼ਨ ਵੀ ਕਿਵੇਂ ਇਵੋਲਵ ਕੀਤੀ 1857 ਤੱਕ ਉਹਨੂੰ ਕੀ ਕਰਾਂਗੇ ਅੱਜ ਦੇ ਲੈਕਚਰ 'ਚ ਡਿਸਕਸ ਕਰਾਂਗੇ। ਹੁਣ ਸਭ ਤੋਂ ਪਹਿਲੀ ਜਿਹੜੀ ਚੀਜ਼ ਆਪਣੇ ਮਾਈਂਡ ਦੇ ਵਿੱਚ ਆਣੀ ਚਾਹੀਦੀ ਹੈ, ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਆਣੀ ਚਾਹੀਦੀ ਹੈ ਕਿ ਗੋਰੇ ਸਾਨੂੰ ਪੜ੍ਹਾਉਣਗੇ ਕਿਉਂ। ਸਪੋਜ਼ ਕਰੋ ਕਿ ਤੁਸੀਂ ਸਾਰੇ ਕਿਉਂ ਅੰਗਰੇਜ਼ ਹੋ, ਤੁਹਾਨੂੰ ਪਤਾ ਹੈ ਤੁਸੀਂ ਇੰਡੀਆ ਦੇ ਉੱਪਰ, ਭਾਰਤ ਦੇ ਉੱਤੇ ਰੂਲ ਕਰਨਾ ਹੋ ਤੇ ਥੋੜਾ ਟਾਈਮ ਨਹੀਂ ਬਹੁਤ ਲੰਬਾ ਸਮਾਂ ਤੁਸੀਂ ਰਾਜ ਕਰਨਾ ਹੈ, ਜਿੰਨਾ ਹੋ ਸਕਦਾ ਇੱਥੋਂ ਲੁੱਟ ਕੇ ਲੈ ਕੇ ਜਾਣਾ ਸਮਾਨ, ਤਾਂ ਤੁਸੀਂ ਕਿਵੇਂ ਰਾਜ ਕਰ ਸਕਦੇ ਹੋ। ਜੇ ਗੱਲ ਕਰੀਏ ਯੂਰਪ ਦੀ ਤਾਂ ਯੂਰਪ 'ਚ ਕੀ ਪੰਜਾਬੀ ਬੋਲੀ ਜਾਂਦੀ ਹੈ? ਯੂਰਪ 'ਚ ਹਿੰਦੀ ਬੋਲਦੀ ਜਾਂਦੀ ਹੋਏਗੀ ਉਸ ਟਾਈਮ? ਨਹੀਂ, ਉਹਨਾਂ ਦਾ ਕਲਚਰ ਬਿਲਕੁਲ ਅਲੱਗ। ਜੇ ਗੱਲ ਕਰੀਏ ਭਾਰਤ ਦਾ ਕਲਚਰ ਬਿਲਕੁਲ ਅਲੱਗ, ਉਹਨਾਂ ਦੀ ਬੋਲੀ ਅਲੱਗ, ਸਾਡੀ ਬੋਲੀ ਅਲੱਗ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਅਲੱਗ ਹੈ, ਸਾਡੀ ਐਡਮਿਨਿਸਟ੍ਰੇਸ਼ਨ ਅਲੱਗ ਹੈ। ਹੁਣ ਜੇ ਤੁਸੀਂ ਇੱਕ ਅੰਗਰੇਜ਼ ਹੋ, ਤੁਸੀਂ ਦੇਖ ਰਹੇ ਹੋ ਕਿ ਤੁਸੀਂ ਇਸ ਏਰੀਆ ਦੇ ਵਿੱਚ ਭਾਰਤ ਦੇ ਉੱਤੇ ਲੰਬਾ ਸਮਾਂ ਰਾਜ ਕਰਨਾ ਹੈ, ਤੁਸੀਂ ਬਕਸਰ ਜਿੱਤ ਗਏ, ਤੁਸੀਂ ਮੈਸੂਰ ਨੂੰ ਹਰਾਤਾ, ਤੁਸੀਂ ਮਰਾਠਿਆਂ ਨਾਲ ਲੜ ਪਏ, ਪਰ ਤੁਹਾਨੂੰ ਕੀ ਨਹੀਂ ਪਤਾ, ਇੱਥੋਂ ਦੀ ਤਾਂ ਜੇ ਬੋਲੀ ਦਾ ਹੀ ਨਹੀਂ ਪਤਾ, ਇਹਨਾਂ ਦੇ ਕਲਚਰ ਦਾ ਹੀ ਨਹੀਂ ਪਤਾ, ਇਹਨਾਂ ਦੇ ਰਿਲੀਜਨ ਦਾ ਹੀ ਨਹੀਂ ਪਤਾ। ਤੁਹਾਨੂੰ ਸਭ ਤੋਂ ਪਹਿਲਾਂ ਕੀ ਚੀਜ਼ ਚਾਹੀਦੀ ਹੈ? ਇਹਨਾਂ ਦੇ ਰਿਲੀਜਨ ਬਾਰੇ ਪਤਾ ਹੋਣਾ ਚਾਹੀਦਾ, ਇਹਨਾਂ ਦੇ ਕਲਚਰ ਬਾਰੇ ਪਤਾ ਹੋਣਾ ਚਾਹੀਦਾ ਹੈ, ਤੇ ਮੇਨ ਚੀਜ਼ ਇਹਨਾਂ ਦੀ ਬੋਲੀ। ਹੁਣ ਬ੍ਰਿਟਿਸ਼ਰ ਜੋੜੇ ਨੇ, ਅੰਗਰੇਜ਼ ਜਿਹੜੇ ਨੇ ਉਹ ਕੋਈ ਹੋਰ ਬੋਲੀ ਬੋਲਦੇ ਨੇ, ਉਹ ਇੰਗਲਿਸ਼ ਬੋਲ ਰਹੇ ਨੇ। ਇੰਡੀਆ ਦੇ ਲੋਕਾਂ ਨੂੰ ਕੀ ਆਂਦੀ ਹੋਏਗੀ ਬੋਲੀ? ਨਹੀਂ ਆਂਦੀ, ਬਹੁਤ ਘੱਟ ਲੋਕਾਂ ਨੂੰ ਆਂਦੀ ਹੈ, ਤਾਂ ਕਿਵੇਂ ਚੱਲੇਗਾ ਕੰਮ? ਨਹੀਂ ਚੱਲਣਾ। ਉਸ ਤੋਂ ਬਾਅਦ ਜੇ ਗੱਲ ਕਰੀਏ ਐਜੂਕੇਸ਼ਨ ਦੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਅੰਗਰੇਜ਼ਾਂ ਦਾ ਵੀ ਫਾਇਦਾ ਸੀ। ਹੁਣ ਜੇ ਫਾਇਦੇ ਦੀ ਗੱਲ ਕਰੀਏ ਅੰਗਰੇਜ਼ਾਂ ਦੇ ਤਾਂ ਦੇਖੋ ਜੀ, ਸਭ ਤੋਂ ਵੱਡਾ ਫਾਇਦਾ, ਜੇ ਇੰਡੀਆ ਦੇ ਵਿੱਚ ਤੁਸੀਂ ਰਾਜ ਕਰਨਾ ਹੈ ਤੁਹਾਨੂੰ ਕੀ ਚਾਹੀਦਾ? ਇੱਕ ਐਡਮਿਨਿਸਟ੍ਰੇਸ਼ਨ ਬਣਾਉਣੀ ਹੈ ਤੁਸੀਂ, ਮਤਲਬ ਕਿ ਤੁਸੀਂ ਗਰੁੱਪ D ਦੇ, ਗਰੁੱਪ C ਦੇ ਮੈਂਬਰ ਜਿਹੜੇ ਨੇ, ਕੁਝ ਇੰਪਲੋਇਜ਼ ਨੇ, ਉਹਨਾਂ ਨੂੰ ਕੰਮ ਤੇ ਵੀ ਰੱਖਣਾ ਹੈ। ਹੁਣ ਜਿਹੜੇ ਇੰਪਲੋਇਜ਼ ਨੇ ਗਰੁੱਪ C ਦੇ, ਗਰੁੱਪ D ਦੇ, ਬਿਲਕੁਲ ਨਿਚਲੇ ਲੈਵਲ ਦੇ ਬੰਦੇ, ਜਿਨ੍ਹਾਂ ਕੋਲ ਆਪਾਂ ਕਹਿ ਸਕਦੇ ਕੋਈ ਪਾਵਰ ਨਹੀਂ, ਉਹ ਬੰਦੇ ਵੀ ਜੇ ਤੁਸੀਂ ਇੰਗਲੈਂਡ ਤੋਂ ਹੀ ਸੱਦੋਗੇ ਕੰਮ ਕਰਨ ਲਈ ਇੰਡੀਆ ਦੇ ਵਿੱਚ, ਤਾਂ ਕਿਤੇ ਨਾ ਕਿਤੇ ਤੁਹਾਡੇ ਦੇ ਉੱਪਰ ਗੱਲ ਕਰਾਂਗੇ ਕਾਫੀ ਜ਼ਿਆਦਾ ਕੀ ਹੋਏਗਾ, ਫਾਈਨੈਂਸ਼ੀਅਲ ਬਰਡਨ ਹੋਏਗਾ, ਉਹਨਾਂ ਨੂੰ ਸੈਲਰੀ ਵੀ ਦੇਣੀ ਹੈ। ਤਾਂ ਇਸ ਤੋਂ ਵਧੀਆ ਕੀ ਹੋਏਗਾ, ਅੰਗਰੇਜ਼ ਸੋਚਣਗੇ ਕਿ ਕਿਉਂ ਨਾ ਆਪਾਂ ਐਵੇਂ ਕਰਦੇ ਹਾਂ, ਇੰਡੀਆ ਦੇ ਹੀ ਕੁਝ ਲੋਕਾਂ ਨੂੰ ਪੜ੍ਹਾ ਲਿਖਾ ਦਿੰਦੇ ਆ, ਉਹ ਸਾਡੇ ਲਈ ਸਾਰਾ ਇਹ ਕਲੈਰੀਕਲ ਕੰਮ ਜਿਹੜਾ ਹੈ ਗਰੁੱਪ C ਦਾ, ਗਰੁੱਪ D ਦਾ ਕੰਮ ਸਾਡੇ ਲਈ ਕਰਨਗੇ। ਇਹ ਨਹੀਂ ਹੈਗਾ ਕਿ ਬ੍ਰਿਟਿਸ਼ਰ ਬਹੁਤ ਚੰਗੇ ਸੀ ਵੀ ਉਹ ਸਾਨੂੰ ਪੜ੍ਹਾਉਣਾ ਚਾਹੁੰਦੇ ਸੀ, ਵੀ ਇੰਡੀਅਨਸ ਨਹੀਂ ਪੜ੍ਹਦੇ ਜੀ, ਇਹਨਾਂ ਨੂੰ ਪੜ੍ਹਾਉਂਦੇ ਆ, ਇਹਨਾਂ ਨੂੰ ਪੜ੍ਹਾਵਾਂਗੇ ਤਾਂ ਹੀ ਇਹ ਜਿਹੜੇ ਨੇ ਸਾਡੇ ਵਰਗੇ ਹੋ ਬਣਗੇ। ਨਹੀਂ, ਉਹਨਾਂ ਦਾ ਕਿਤੇ ਨਾ ਕਿਤੇ ਆਪ ਦਾ ਕੀ ਸੀਗਾ, ਪ੍ਰੋਫਿਟ ਸੀਗਾ ਉਹਦੇ 'ਚ। ਉਹਨਾਂ ਨੂੰ ਪਤਾ ਸੀ ਕਿ ਸਾਨੂੰ ਕਲੈਰੀਕਲ ਕੰਮ ਕਰਨਾ ਪੈਣਾ, ਇੱਕ ਬਹੁਤ ਵੱਡੀ ਕੰਪਨੀ ਹੈ, ਇੱਕ ਬਹੁਤ ਵੱਡਾ ਏਰੀਆ ਹੈ ਜਿਹਦੀ ਕੀ ਕਰਨੀ ਹੈ, ਐਡਮਿਨਿਸਟ੍ਰੇਸ਼ਨ ਕਰਨੀ ਹੈ। ਕਲੀਅਰ? ਚਲੋ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਐਵੋਲੂਸ਼ਨ ਆਫ ਐਜੂਕੇਸ਼ਨ ਟਿਲ 1857। ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਤਾਂ ਜਿਹੜੀ ਐਜੂਕੇਸ਼ਨ ਦੀ ਡਿਵੈਲਪਮੈਂਟ ਹੋਣਗੀਆਂ 1857 ਤੱਕ ਦੀ ਗੱਲ ਕਰ ਰਹੇ ਹਾਂ, ਤਾਂ ਕਿਤੇ ਨਾ ਕਿਤੇ ਆਪਾਂ ਦੇਖਾਂਗੇ ਕਿ ਇਹ ਜਿਹੜੇ ਨੇ ਕਲੋਨੀਅਲ ਇੰਟਰਸਟ ਨੂੰ ਹੀ ਗਾਈਡਡ ਹੋਣਗੀਆਂ। ਠੀਕ ਹੈ ਜੀ, ਜਿਹੜੇ ਕਲੋਨੀਅਲ ਇੰਟਰਸਟ ਹੋਣਗੇ ਉਹਨਾਂ ਨੂੰ ਹੀ ਫੁੱਲਫਿਲ ਕਰਨ ਲਈ ਕੀਤੇ ਜਾਣਗੇ। ਕੋਈ ਕੁਝ ਖਾਸ ਕੰਮ ਇਹਦੇ 'ਚ ਨਹੀਂ ਦੇਖਣ ਨੂੰ ਮਿਲੇਗਾ ਕਿ ਬ੍ਰਿਟਿਸ਼ਰ ਜਿਹੜੇ ਨੇ ਇੰਡੀਅਨਸ ਦਾ ਬਹੁਤ ਬੜਾ ਸੋਚ ਰਹੇ ਨੇ, ਐਵੇਂ ਦੀ ਗੱਲ ਨਹੀਂ ਹੈਗੀ। ਕਲੀਅਰ? ਚਲੋ ਜੀ ਨੈਕਸਟ ਗੱਲ ਕਰਦੇ ਹਾਂ। ਹੁਣ ਇੰਡੀਆ ਦੇ ਕੀ ਪੜ੍ਹਨਾ ਤੁਸੀਂ? ਇੰਡੀਆ ਦਾ ਕਲਚਰ ਜਾਣਨਾ, ਇੰਡੀਆ ਦੇ ਰਿਲੀਜਨ ਬਾਰੇ ਪਤਾ ਹੋਣਾ ਚਾਹੀਦਾ, ਇੱਥੇ ਦੇ ਟ੍ਰੈਡੀਸ਼ਨ ਬਾਰੇ ਪਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਕੀ ਕਰੋਗੇ, ਤਾਂ ਹੀ ਇੱਥੇ ਲੰਬਾ ਸਮਾਂ ਰਾਜ ਕਰ ਸਕਦੇ ਹੋ। ਜੇ ਆਪਾਂ ਗੱਲ ਕਰੀਏ ਇੰਡੀਆ ਦੇ ਹੁਣ ਕਲਚਰ ਬਾਰੇ, ਇੰਡੀਆ ਦੇ ਰਿਲੀਜਨ ਬਾਰੇ, ਕੀ ਇੱਕ ਰਿਲੀਜਨ ਇੰਡੀਆ 'ਚ? ਨਹੀਂ, ਇੱਥੇ ਹਿੰਦੂਇਜ਼ਮ ਵੀ ਹੈ, ਇੱਥੇ ਇਸਲਾਮ ਵੀ ਹੈ, ਵੱਡੇ ਦੋ ਰਿਲੀਜਨ ਨੇ, ਹਿੰਦੂ ਰਿਲੀਜਨ ਵੀ ਹੈ ਇੱਥੇ ਤੇ ਇਸਲਾਮ ਵੀ ਹੈ। ਤਾਂ ਇਹਨਾਂ ਬਾਰੇ ਕੀ ਹੈ, ਪੜ੍ਹਨਾ ਪਏਗਾ, ਇਹਨਾਂ ਬਾਰੇ ਜਾਣਕਾਰੀ ਲੈਣੀ ਪਏਗੀ, ਸਮਝਣਾ ਪਏਗਾ, ਇੰਡੀਆ ਦੇ ਟ੍ਰੈਡੀਸ਼ਨਸ ਨੂੰ ਸਮਝਣਾ ਪਏਗਾ। ਤਾਂ ਇਹ ਸਾਰਾ ਕੰਮ ਜਿਹੜੇ ਨੇ ਬ੍ਰਿਟਿਸ਼ਰਸ ਬਹੁਤ ਹੀ ਸਟਾਰਟਿੰਗ ਦੇ ਵਿੱਚ ਹੀ ਸ਼ੁਰੂ ਕਰ ਦੇਣਗੇ। ਜੇ ਆਪਾਂ ਗੱਲ ਕਰੀਏ ਨਾ ਕਿ ਅੰਗਰੇਜ਼ ਜਿਹੜੇ ਨੇ ਉਹ ਤਾਂ ਵੈਸੇ ਹੀ ਜੀ ਇੰਡੀਆ ਤੇ ਰਾਜ ਕਰ ਗਏ, ਨਹੀਂ, ਪੂਰੀ ਪਲੈਨਿੰਗ ਹੋਏਗੀ। ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿਵੇਂ ਬ੍ਰਿਟੇਨ ਤੋਂ, ਲੰਡਨ ਤੋਂ ਉਹ ਕੱਲੇ ਐਕਟ ਦੇ ਵਿੱਚ ਆਪਾਂ ਦੇਖਿਆ ਸੀ ਕਿਵੇਂ ਪਾਵਰ ਲਈ ਜਾਏਗੀ ਤੇ ਈਸਟ ਇੰਡੀਆ ਕੰਪਨੀ ਨੂੰ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਕਿਹਾ ਜਾਏਗਾ ਕਿ ਅੱਜ ਤੋਂ ਬਾਅਦ ਜੋ ਵੀ ਤੁਸੀਂ ਕੰਮ ਕਰਨਾ ਹੈ ਉਹ ਦੱਸੇਗਾ ਕੌਣ? ਲੰਡਨ ਤੋਂ ਹੀ ਸਾਰੇ ਹੁਕਮ ਆ ਰਹੇ ਸੀ। ਤੇ ਜੇ ਗੱਲ ਕਰੀਏ ਇੰਡੀਆ ਦੇ ਵਿੱਚ ਲੰਬੇ ਸਮਾਂ ਰਾਜ ਕਿਵੇਂ ਹੋਏਗਾ, ਤਾਂ ਕਿਤੇ ਨਾ ਕਿਤੇ ਇੰਡੀਆ ਦੇ ਟ੍ਰੈਡੀਸ਼ਨ ਨੂੰ ਪਹਿਲਾਂ ਪੜ੍ਹਿਆ ਜਾਏਗਾ, ਸਾਡੇ ਕਲਚਰ ਨੂੰ ਪੜ੍ਹ ਕੇ ਉਹਦੇ ਵਿੱਚੋਂ ਕੀ ਕੱਢੀਆਂ ਜਾਣਗੀਆਂ, ਕੁਝ ਕਮੀਆਂ ਕੱਢੀਆਂ ਜਾਣਗੀਆਂ।
ਸਾਨੂੰ ਕੀ ਦਿਖਾਇਆ ਜਾਏਗਾ ਕਿ ਤੁਹਾਡਾ ਜਿਹੜਾ ਰਿਲੀਜਨ ਹੈ, ਤੁਹਾਡਾ ਜਿਹੜਾ ਕਲਚਰ ਹੈ, ਉਹ ਬਹੁਤ ਜ਼ਿਆਦਾ ਕੀ ਹੈ, ਇਨਫੀਰੀਅਰ ਹੈ, ਸਾਡੇ ਤੋਂ ਬਹੁਤ ਜ਼ਿਆਦਾ ਥੱਲੇ ਹੋ ਤੁਸੀਂ। ਠੀਕ ਹੈ ਜੀ, ਜਿਸ ਦੀ ਵਜ੍ਹਾ ਤੋਂ ਕੀ ਦਿਖਾਇਆ ਜਾਏਗਾ, ਇੱਕ ਆਪਾਂ ਗੱਲ ਕਰੀਏ ਇੰਡੀਆ ਦੇ ਲੋਕਾਂ 'ਚ, ਭਾਰਤ ਦੇ ਲੋਕਾਂ 'ਚ ਹੀਣ ਭਾਵਨਾ ਭਰੀ ਜਾਏਗੀ ਕਿ ਤੁਸੀਂ ਸਾਡੇ ਤੋਂ ਥੱਲੇ ਹੋ, ਤੁਹਾਨੂੰ ਪੜ੍ਹਾਉਣਾ ਜਿਹੜਾ ਸਾਡੇ ਤੇ ਬੋਝ ਹੈ, ਤੁਹਾਡੇ ਕੋਲ ਕੋਈ ਸਿਵਲਾਈਜੇਸ਼ਨ ਨਹੀਂ। ਜਦ ਕਿ ਇਹ ਪੈਸੇ ਦੇ ਪਿੱਛੇ ਹੀ ਤਾਂ ਇੰਡੀਆ 'ਚ ਆਏ ਸੀਗੇ। ਕਿਉਂ ਆਏ ਸੀ ਇੰਡੀਆ 'ਚ? ਅਸੀਂ ਸਿਵਲਾਈਜ਼ਡ ਨਹੀਂ ਸੀਗੇ। ਤੁਸੀਂ ਕਿਉਂ ਆਏ ਇੱਥੇ ਵਪਾਰ ਕਰਨ? ਕਿਉਂ ਇੱਥੇ ਤੁਸੀਂ ਗੱਲ ਕਰੀਏ ਮੁਗਲਾਂ ਦੇ ਟਾਈਮ ਆ ਕੇ, ਜੇ ਗੱਲ ਕਰੀਏ ਆਪਾਂ ਜਹਾਂਗੀਰ ਦੇ ਟਾਈਮ ਤੇ ਆ ਕੇ ਤੁਸੀਂ ਫੈਕਟਰੀਆਂ ਦੀ ਪਰਮਿਸ਼ਨ ਲੈਂਦੇ ਫਿਰਦੇ ਸੀ? ਨਹੀਂ, ਹੁਣ ਟਾਈਮ ਬਦਲ ਚੁੱਕਿਆ ਹੈ। ਹੁਣ ਅੰਗਰੇਜ਼ਾਂ ਦੇ ਕੋਲ ਪਾਵਰ ਹੈ ਤੇ ਲੋਕਾਂ ਨੂੰ ਕੀ ਕਰਨਾ, ਉਹਨਾਂ ਨੇ ਕਹਿਣਾ ਕਿ ਤੁਹਾਡਾ ਕਲਚਰ, ਤੁਹਾਡੇ ਟ੍ਰੈਡੀਸ਼ਨ, ਨੋ ਡਾਊਟ ਕਿ ਸਾਡੇ ਕਲਚਰ, ਸਾਡੇ ਟ੍ਰੈਡੀਸ਼ਨ 'ਚ ਕੁਝ ਗਲਤੀਆਂ, ਖਾਮੀਆਂ ਹੋਣਗੀਆਂ, ਪਰ ਉਸ ਨੂੰ ਇਹ ਕਹਿਣਾ ਕਿ ਇਹ ਤਾਂ ਬਿਲਕੁਲ ਹੀ ਡਾਊਨ ਹੈ, ਇਹਦੇ 'ਚ ਤਾਂ ਕੁਝ ਹੈ ਹੀ ਨਹੀਂ, ਜਾਂ ਤਾਂ ਤੁਸੀਂ ਸਾਨੂੰ ਕਲਚਰ ਹੀ ਅਪਣਾ ਲਓ, ਇਹ ਤਾਂ ਤੁਹਾਨੂੰ ਪੜਾਉਣਾ ਕੀ ਹੈ, ਸਾਡੀ ਜ਼ਿੰਮੇਵਾਰੀ ਹੈ, ਸਾਡੇ ਉੱਪਰ ਬੋਝ ਹੈ। ਇਵੇਂ ਦੀ ਚੀਜ਼ਾਂ ਜੇ ਗੱਲ ਕਰੀਏ ਤਾਂ ਹੀਨ ਭਾਵਨਾ ਇੱਕ ਭਰੀ ਜਾਏਗੀ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਦੇਖੋ ਜੀ, ਇੰਡੀਆ ਦਾ ਕਲਚਰ ਜਦੋਂ ਪੜ੍ਹਨਾ ਸ਼ੁਰੂ ਕੀਤਾ ਕਰਨਗੇ, ਅੰਗਰੇਜ਼ਾਂ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਲਕੱਤਾ ਮਦਰਸਾ ਬਣਾਇਆ ਜਾਏਗਾ। ਕਿੰਨਾ ਦੇ ਟਾਈਮ ਤੇ ਬਣਾਇਆ ਜਾਏਗਾ? ਬਿਲਕੁਲ ਸਟਾਰਟਿੰਗ ਦੇ ਵਿੱਚ ਵਾਰਨ ਹੇਸਟਿੰਗ ਦੇ ਟਾਈਮ ਤੇ 1781 ਦੇ ਵਿੱਚ। ਤਾਂ ਯਾਦ ਰੱਖेंगे ਕਲਕੱਤਾ ਮਦਰਸਾ ਜਿਹੜਾ ਪੇਪਰਾਂ ਦੇ ਪੁਆਇੰਟ ਆਫ View ਨਾਲ ਜੇ ਗੱਲ ਕਰੀਏ ਤਾਂ ਕਲਕੱਤਾ ਮਦਰਸਾ ਕਿਹਨਾਂ ਨੇ ਬਣਵਾਇਆ ਸੀਗਾ, ਕਿਹਨਾਂ ਦੇ ਟਾਈਮ ਤੇ ਬਣਿਆ ਸੀ? ਵਾਰਨ ਹੇਸਟਿੰਗ ਦੇ ਟਾਈਮ ਤੇ ਬਣਿਆ ਸੀ। ਕਿਉਂ ਬਣਿਆ ਸੀ ਕਲਕੱਤਾ ਮਦਰਸਾ? ਤਾਂ ਬਣਿਆ ਸੀ ਕਿਉਂਕਿ ਇੰਡੀਆ ਦੇ ਵਿੱਚ ਪਿੱਛੇ ਕਿਹੜੀ ਵੱਡੀ ਪਾਵਰ ਸੀ? ਮੁਗਲ ਸੀਗੇ। ਮੁਗਲ ਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਸੀ ਉਹ ਕੀ ਸੀ? ਪਰਸ਼ੀਅਨ। ਜਿੰਨੀ ਵੀ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਪੰਜਾਬ ਤੋਂ ਲੈ ਕੇ ਬੰਗਾਲ ਤੱਕ, ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਦੇ ਚ ਲੈਂਗੁਏਜ ਕਿਹੜੀ ਯੂਜ਼ ਹੋ ਰਹੀ ਸੀ? ਪਰਸ਼ੀਅਨ ਲੈਂਗੁਏਜ ਯੂਜ਼ ਹੋ ਰਹੀ ਸੀ। ਤਾਂ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਪਰਸ਼ੀਅਨ ਲੈਂਗੁਏਜ ਦਾ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਤਾਂ ਉਹਨਾਂ ਨੇ ਨੌਲੇਜ ਲੈਣੀ ਸ਼ੁਰੂ ਕੀਤੀ ਪਰਸ਼ੀਅਨ ਲੈਂਗੁਏਜ ਦੀ ਕਿ ਇਹ ਵਰਡ ਦਾ ਮਤਲਬ ਕੀ ਹੈ। ਰੈਵਨਿਊ ਦੇ ਵਿੱਚ ਵਰਡ ਵਰਤੇ ਜਾਂਦੇ ਨੇ, ਐਡਮਿਨਿਸਟ੍ਰੇਸ਼ਨ ਚ ਵਰਤੇ ਜਾਂਦੇ ਨੇ, ਇਹਦਾ ਮਤਲਬ ਦਾ ਪਤਾ ਲੱਗੇ ਪਹਿਲਾਂ। ਇਸ ਲਈ ਆਪਾਂ ਦੇਖਾਂਗੇ ਕੀ ਬਣਾਇਆ ਗਿਆ, ਕਲਕੱਤਾ ਮਦਰਸਾ ਬਣਾਇਆ ਗਿਆ। ਕਿਹਨਾਂ ਦੇ ਟਾਈਮ ਤੇ? ਵਾਰਨ ਹੇਸਟਿੰਗ ਦੇ ਟਾਈਮ ਤੇ, ਯਾਦ ਰੱਖਿਓ। ਠੀਕ ਹੈ ਜੀ, ਹੁਣ ਇਸਲਾਮ ਬਾਰੇ ਜਾਣ ਰਹੇ ਨੇ ਕਲਕੱਤਾ ਮਦਰਸਾ ਤੋਂ। ਜੇ ਗੱਲ ਕਰਾਂਗੇ ਆਪਾਂ ਹਿੰਦੂਇਜ਼ਮ ਬਾਰੇ ਕਿੱਥੋਂ ਦੀ ਜਾਣਿਆ ਜਾਏਗਾ, ਤਾਂ ਆਪਾਂ ਦੇਖਾਂਗੇ ਸਰ ਵਿਲੀਅਮ ਜੋਨਸ। ਸਰ ਵਿਲੀਅਮ ਜੋਨਸ ਕੀ ਨੇ? ਇੱਕ ਸੁਸਾਇਟੀ ਬਣਾਉਣਗੇ, ਨਾਮ ਯਾਦ ਰੱਖ ਲਿਓ ਜੀ, ਏਸ਼ੀਆਟਿਕ ਸੁਸਾਇਟੀ ਆਫ ਬੰਗਾਲ। ਠੀਕ ਹੈ ਜੀ, 1784 ਚ ਬਣਾਉਣਗੇ, ਨਾਮ ਯਾਦ ਰੱਖ ਲਿਓ ਸਰ ਵਿਲੀਅਮ ਜੋਨਸ, ਬਹੁਤ ਇੰਪੋਰਟੈਂਟ ਹੈ। ਨਾਮ ਯਾਦ ਰੱਖਿਓ ਸੁਸਾਇਟੀ ਦਾ, ਏਸ਼ੀਆਟਿਕ ਸੁਸਾਇਟੀ ਆਫ ਬੰਗਾਲ। ਕੀ ਕੰਮ ਸੀ ਇਸਦਾ? ਇਸਦਾ ਕੰਮ ਸੀਗਾ ਟੂ ਸਟੱਡੀ ਏਂਸ਼ੀਐਂਟ ਹਿਸਟਰੀ, ਇੰਡੀਆ ਦਾ ਕਲਚਰ, ਇੰਡੀਆ ਦੀ ਹਿਸਟਰੀ ਉਹ ਸਟੱਡੀ ਕਰਨੀ। ਕਲੀਅਰ? ਹੁਣ ਇੱਕ ਵਾਰ ਸਟੱਡੀ ਹੋ ਗਈ, ਇਹਨਾਂ ਨੇ ਦੇਖਿਆ ਕਿ ਇੰਡੀਆ 'ਚ ਕੀ ਨੇ, ਕੁਝ ਬੁੱਕਸ ਨੇ, ਰਿਲੀਜੀਅਸ ਬੁੱਕਸ ਨੇ, ਜਿਵੇਂ ਆਪਾਂ ਗੱਲ ਕਰਾਂਗੇ ਭਗਵਤ ਗੀਤਾ। ਤਾਂ ਗੋਰੇ ਕੀ ਕਰਨਗੇ? ਉਹ ਭਗਵਤ ਗੀਤਾ ਕਿਵੇਂ ਪੜ੍ਹਨਗੇ? ਚਲੋ ਇੱਕ ਜਾਨੇ ਨੇ ਪੜ੍ਹ ਲਈ, ਉਹਨੂੰ ਸੰਸਕ੍ਰਿਤ ਆਉਂਦੀ ਸੀ, ਉਹਨੇ ਔਖੇ ਸੌਖੇ ਹੋ ਕੇ ਭਗਵਤ ਗੀਤਾ ਪੜ੍ਹ ਲਈ। ਬਾਕੀਆਂ ਲਈ ਉਹ ਕਿਵੇਂ ਸੌਖਾ ਕਰੇਗਾ? ਇੱਥੇ ਹੀ ਤੁਹਾਨੂੰ ਪਲੈਨਿੰਗ ਦੇਖਣ ਨੂੰ ਮਿਲੇਗੀ। ਇਹ ਨਹੀਂ ਕਿ ਸਾਰੇ ਸੰਸਕ੍ਰਿਤ ਹੀ ਪੜ੍ਹਨ ਲਾ ਦੇਣਗੇ ਕਿ ਸਮਝੋ ਭਗਵਤ ਗੀਤਾ ਕੀ ਹੈ। ਨਹੀਂ, ਅੰਗਰੇਜ਼ਾਂ ਨੇ ਕੀ ਕੀਤਾ, ਜੇ ਗੱਲ ਕਰੀਏ ਭਗਵਤ ਗੀਤਾ ਤੇ ਆਪਣੇ ਬਾਕੀ ਰਿਲੀਜੀਅਸ ਟੈਕਸਟ ਜਿਹੜੇ ਨੇ ਇੰਗਲਿਸ਼ ਚ ਟ੍ਰਾਂਸਲੇਟ ਕਰਤੇ, ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਤੇ। ਜੇ ਗੱਲ ਕਰੀਏ ਇਸ ਦਾ ਨੁਕਸਾਨ ਕੀ ਹੋਏਗਾ ਸਾਨੂੰ? ਫਾਇਦਾ ਤਾਂ ਹੋਏਗਾ ਹੀ ਹੋਏਗਾ ਕਿ ਨੋ ਡਾਊਟ ਕਿ ਸਾਡੇ ਜੋ ਵੀ ਰਿਲੀਜੀਅਸ ਟੈਕਸਟ ਦੇ ਵਿੱਚ ਆਪਾਂ ਕਹਿ ਸਕਦੇ ਕਿ ਟੀਚਿੰਗਸ ਨੇ ਉਹ ਗੋਰੇ ਨੂੰ ਪਤਾ ਚੱਲ ਗਈ, ਚਾਹੇ ਉਹ ਉਹਦੇ ਨਾਲ ਕਰਨਗੇ ਗਲਤੀ। ਠੀਕ ਹੈ, ਜੋ ਮੰਨਣ ਨਹੀਂ ਵਾਲੇ ਵੀ, ਜੋ ਚੰਗੀਆਂ ਚੀਜ਼ਾਂ ਲਿਖੀਆਂ ਰਿਲੀਜੀਅਸ ਟੈਕਸਟ ਨਹੀਂ, ਉਹ ਤਾਂ ਲੁੱਟਣ ਆਏ ਨੇ, ਲੁੱਟ ਕੇ ਹੀ ਰਹਿਣਗੇ। ਪਰ ਇਸ ਦੀ ਜੇ ਗੱਲ ਕਰੀਏ ਵੀ ਆਪਾਂ ਵੀ ਇਹਦਾ ਨੁਕਸਾਨ ਕੀ ਹੋਏਗਾ, ਤਾਂ ਦੇਖੋ ਜੀ, ਆਪਾਂ ਲਾਸਟ ਕਲਾਸ 'ਚ ਨਾ ਇੱਕ ਚੀਜ਼ਾਂ ਨੂੰ ਆਪਾਂ ਲਿੰਕ ਕਰਨਾ ਸ਼ੁਰੂ ਕਰਨਾ ਹਿਸਟਰੀ 'ਚ। ਲਿੰਕ ਕਿਵੇਂ ਕਰਾਂਗੇ? ਆਪਾਂ ਡਲਹੌਜ਼ੀ ਦੇ ਟਾਈਮ ਤੇ ਪੜ੍ਹਿਆ ਸੀ, ਡਲਹੌਜ਼ੀ ਦੇ ਟਾਈਮ ਤੇ ਪੜ੍ਹਿਆ ਸੀ ਕਿ ਲਾਰਡ ਡਲਹੌਜ਼ੀ ਜਿਹੜੇ ਨੇ ਇੱਕ ਪਾਲਿਸੀ ਲੈ ਕੇ ਆਣਗੇ, ਡਾਕਟਰਾਈਨ ਆਫ ਲੈਪਸ, ਡਾਕਟਰਾਈਨ ਆਫ ਲੈਪਸ। ਹੁਣ ਗੋਰੇ ਇੱਕ ਪਾਲਿਸੀ ਲੈ ਕੇ ਆ ਰਹੇ ਨੇ ਡਾਕਟਰਾਈਨ ਆਫ ਲੈਪਸ, ਜਿਹਦੇ ਚੋਂ ਕਹਿ ਰਹੇ ਨੇ ਕਿ ਜਿਹੜੇ ਕਿ ਵੀ ਰਾਜੇ ਮਹਾਰਾਜੇ ਦਾ ਅਡਾਪਟਡ ਸਨ ਜਿਹੜਾ ਹੈ ਉਹ ਅਗਲਾ ਵਾਰਿਸ ਨਹੀਂ ਬਣ ਸਕਦਾ। ਜੇ ਮਤਲਬ ਕਿ ਕੋਈ ਤੁਹਾਡਾ ਨੈਚੁਰਲ ਸਨ ਨਹੀਂ ਹੈਗਾ ਤਾਂ ਅਗਲੇ ਤੁਹਾਡਾ ਵਾਰਿਸ ਨਹੀਂ ਹੈਗਾ, ਤਾਂ ਤੁਹਾਡਾ ਜਿਹੜਾ ਰਾਜਾ ਹੈ ਉਹਦਾ ਜਿੰਨਾ ਵੀ ਏਰੀਆ ਹੋਏਗਾ ਉਹ ਕਿਹਦੇ ਅੰਡਰ ਆ ਜਾਏਗਾ? ਬ੍ਰਿਟਿਸ਼ਰਸ ਦੇ ਅੰਡਰ ਆ ਜਾਏਗਾ। ਤੁਸੀਂ ਅਡਾਪਟਡ ਸਨ ਵਾਲਾ ਕਨਸੈਪਟ ਬਾਹਰ ਕਰ ਦਿਓ। ਹੁਣ ਕੁਐਸਚਨ ਸਭ ਤੋਂ ਪਹਿਲਾਂ ਅੰਗਰੇਜ਼ਾਂ ਤੋਂ ਕੀ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਇਹ ਲਾਅ ਲੈ ਕੇ ਆ ਰਹੇ ਹੋ, ਕਿੱਥੇ ਲਿਖਿਆ ਹੈ? ਕਿਤੇ ਨਾ ਕਿਤੇ ਤਾਂ ਲਿਖਿਆ ਹੋਏਗਾ ਨਾ, ਬੈਕਿੰਗ ਚਾਹੀਦੀ ਹੈ। ਇਹ ਤਾਂ ਨਹੀਂ ਕਿ ਡਲਹੌਜ਼ੀ ਨੇ ਮੂੰਹ ਕਹਿਤਾ ਕਿ ਜੀ ਨਹੀਂ, ਅੱਜ ਤੋਂ ਬਾਅਦ ਕੋਈ ਅਡਾਪਟਡ ਸਨ ਹੋਏਗਾ ਉਹਨੂੰ ਨਹੀਂ ਅਸੀਂ ਦੇਣਾ ਜੀ ਰਾਜਪਾਟ। ਨਹੀਂ, ਉਹਨੂੰ ਲੋਕੀ ਪੁੱਛਣਗੇ, ਗੋਰੇ ਪੁੱਛਣਗੇ, ਜਿਹੜੇ ਆਪਣੇ ਇੰਡੀਆ ਦੇ ਕਿੰਗ ਹੋਣਗੇ ਉਹ ਵੀ ਪੁੱਛਣਗੇ ਕਿ ਜੀ ਲਿਖਿਆ ਕਿੱਥੇ ਹੈ ਇਹ? ਤਾਂ ਉਹ ਕਹਿਣਗੇ ਜੀ ਹੋਰ ਕਿਤੇ ਨਹੀਂ ਲਿਖਿਆ, ਇਹ ਤਾਂ ਤੁਹਾਡੇ ਰਿਲੀਜੀਅਸ ਟੈਕਸਟ 'ਚ ਲਿਖਿਆ ਹੈ, ਇਹ ਤਾਂ ਮਨੂ ਸਮ੍ਰਿਤੀ 'ਚ ਲਿਖੀਆਂ ਹੋਈਆਂ ਗੱਲਾਂ ਨੇ। ਤਾਂ ਕਿਤੇ ਨਾ ਕਿਤੇ ਸਾਡੇ ਰਿਲੀਜੀਅਸ ਟੈਕਸਟ ਨੂੰ ਪੜ੍ਹ ਕੇ ਹੀ ਸਾਡੇ ਅਗੇਂਸਟ ਵੀ ਯੂਜ਼ ਕੀਤਾ ਜਾਏਗਾ। ਠੀਕ ਹੈ ਜੀ, ਤਾਂ ਯਾਦ ਰੱਖਾਂਗੇ ਡਾਕਟਰਾਈਨ ਆਫ ਲੈਪਸ ਵਾਲਾ ਜਿਹੜਾ ਕਨਸੈਪਟ ਸੀਗਾ। ਨੈਕਸਟ ਦੇਖਦੇ ਹਾਂ ਜੀ ਆਪਾਂ ਹੁਣ ਲਾਸਟ ਆਪਾਂ ਕਲਾਸ ਦੇ ਵਿੱਚ ਜਿਹੜੇ ਆਪਾਂ ਕਨਸਟੀਟਿਊਸ਼ਨਲ ਡਿਵੈਲਪਮੈਂਟਸ ਕੀਤੀਆਂ ਸੀ, ਆਪਾਂ ਦੇਖਿਆ ਸੀ ਕਿ ਚਾਰਟਰ ਐਕਟ ਆਫ 1813, ਚਾਰਟਰ ਐਕਟ ਆਫ 1813 ਦੇ ਵਿੱਚ ਅਲੱਗ ਤੋਂ ਇੱਕ ਪੁਆਇੰਟ ਲਿਖਿਆ ਹੋਇਆ ਸੀ ਕਿ ਬ੍ਰਿਟਿਸ਼ਰ ਜਿਹੜੇ ਨੇ ਈਸਟ ਇੰਡੀਆ ਕੰਪਨੀ ਨੂੰ ਕਹਿਣਗੇ ਕਿ ਤੁਸੀਂ ਹਰ ਸਾਲ 1 ਲੱਖ ਰੁਪਏ ਜਿਹੜਾ ਇੰਡੀਆ ਦੀ ਐਜੂਕੇਸ਼ਨ ਤੇ ਲਗਾਉਣਾ ਹੈ। ਬਹੁਤ ਚੰਗੀ ਗੱਲ ਹੈ ਜੀ,
इंडिया की एजुकेशन के उपर लगाना है। नो डाउट कि जो 1 लाख रुपया बहुत साल तक मिले ही नहीं, यूज ही नहीं होएगा। पर जे एक लाइन ही कह दी जाए कि तुसी हर साल इंडिया की एजुकेशन ते 1 लाख लाना, बस खत्म, कित्थे लगाना है, की करना 1 लाख ना? 1 लाख ना स्कूल बनाने ने, 1 लाख देना बच्चों को पढ़ाना है। जे गल करते हैं बच्चे पढ़ाने तो बच्चे किस च पढ़ाने हैं? मतलब कि इत्थे अपना की आएगा, इत्थे एक कंसैप्ट आएगा कि बच्चों को, सिंपल जी गल है कि 1 लाख खर्च करना जी तुसी, ठीक है, बच्चे को पढ़ाओ, पढ़ाओ की पढ़ाओ बच्चे को। हुण इंडिया की जो गल करांगे तो इंडिया च ट्रेडिशनली बच्चे जिहड़े ने, कोई कॉलेज स्कूल तो होंदे नहीं सी, पहला की चलदे सी, आश्रम चलदे सी, गुरु शिष्याड़ा कंसैप्ट चलदा सी। मतलब कि जे आपां गल करांगे हिंदुइज्म च तां वेदां दी पढ़ाई हुंदी सी, ठीक है जी, इस्लाम च जावांगे तो मदरसिਆਂ च पढ़ाई हुंदी सी। हुण क्वेश्चन आ गया कि अंग्रेज आ गए, वो तो अपनी मॉडर्न एजुकेशन लेके आए ने, ਜਿਹੜੇ ਮਾਡਰਨ ਐਜੂਕੇਸ਼ਨ ਲੈ ਕੇ ਆਏ ਨੇ ਉਹਨਾਂ ਨੂੰ ਬ੍ਰਿਟਿਸ਼ਰਸ ਨੂੰ ਇਹ ਕਹਿਤਾ ਕਿ ਈਸਟ ਇੰਡੀਆ ਕੰਪਨੀ ਨੂੰ 1813 ਦੇ ਐਕਟ ਤੁਸੀਂ 1 ਲੱਖ ਰੁਪਏ ਇਹਨਾਂ ਦੇ ਉੱਪਰ ਖਰਚੋ ਜੀ। ਪਰ ਕੁਐਸਚਨ ਫਿਰ ਉੱਥੇ ਹੀ ਰਹਿੰਦਾ ਹੈ ਕਿ ਇਹਨਾਂ ਨੂੰ ਪੜਾਉਣਾ ਕੀ ਹੈ? ਇੰਡੀਅਨਸ ਨੂੰ ਉਹਨਾਂ ਦੀ ਟ੍ਰੈਡੀਸ਼ਨਲ ਨੌਲੇਜ ਕਰਾਣੀ ਹੈ ਜਾਂ ਇੰਡੀਅਨਸ ਨੂੰ ਮਾਡਰਨ ਐਜੂਕੇਸ਼ਨ ਪੜਾਣੀ ਹੈ? ਮਾਡਰਨ ਐਜੂਕੇਸ਼ਨ ਦੇ ਵੀ ਤੁਸੀਂ ਕਹਿ ਸਕਦੇ ਹੋ ਜਿੱਥੇ ਰਾਈਟਸ ਨੇ ਕੁਝ, ਠੀਕ ਹੈ ਜੀ, ਵੀ ਉਹਨਾਂ ਨੂੰ ਮਾਡਰਨ ਕਲਚਰ ਬਾਰੇ, ਮਾਡਰਨ ਸੁਸਾਇਟੀ ਬਾਰੇ ਪੜਾਣਾ ਹੈ, ਜਾਂ ਫਿਰ ਉਹਨਾਂ ਨੂੰ ਵਾਪਿਸ ਟ੍ਰੈਡੀਸ਼ਨਲ वेदास ਤੇ ਮਦਰਸਾਸ ਦੇ ਵਿੱਚ ਜਾ ਕੇ ਇਸਲਾਮ ਦੀ ਧਾਰਮਿਕ ਜਿਹੜੀ ਆਪਾਂ ਕਵਾਂਗੇ ਕਿ ਪੜਾਈ ਉਹ ਕਰਵਾਣੀ ਹੈ। ਹੋ ਗਈ ਕੰਟਰੋਵਰਸੀ ਸ਼ੁਰੂ ਇੱਥੇ। ਇਹੀ ਕੰਟਰੋਵਰਸੀ ਨੂੰ ਆਪਾਂ ਕੀ ਕਹਿੰਦੇ ਆ? ਐਂਗਲਿਸਟ ਵਰਸਸ ਓਰੀਐਂਟਲਿਸਟ ਕੰਟਰੋਵਰਸੀ, ਠੀਕ ਹੈ ਜੀ। ਇੱਥੇ ਕੀ ਨੇ? ਦੋ ਆਪਾਂ ਕਹਿ ਸਕਦੇ ਕਿ ਹੋਣਗੇ, ਇੱਕ ਹੋਣਗੇ ਐਂਗਲਿਸਟ ਪਾਸਾ ਹੋਏਗਾ, ਇੱਕ ਹੋਏਗਾ ਓਰੀਐਂਟਲਿਸਟ। ਜਿਹੜੇ ਨੇ ਓਰੀਐਂਟਲਿਸਟ, ਵੈਸੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਪਣੇ ਇੰਗਲਿਸ਼ ਆ ਜਾਂਦੇ ਨੇ, ਤਾਂ ਪਹਿਲਾਂ ਆਪਾਂ ਇੰਗਲਿਸ਼ ਦੀ ਡਿਸਕਸ ਕਰਦੇ ਹਾਂ। ਦੇਖੋ ਜੀ, ਇੰਗਲਿਸਟ ਕਿਵੇਂ ਯਾਦ ਰੱਖਣਾ ਹੈ? ਐਂਗਲੋ ਸਿੱਖ ਵਾਰ, ਐਂਗਲੋ ਮੈਸੂਰ ਵਾਰ, ਐਂਗਲੋ ਮਰਾਠਾ ਵਾਰ। ਐਂਗਲੋ ਦਾ ਕੀ ਮਤਲਬ ਸੀ? ਬ੍ਰਿਟਿਸ਼ਰਸ ਦੀ ਲੜਾਈ ਸੀ। ਇੰਗਲਿਸ਼ ਦਾ ਮਤਲਬ ਸਿੰਪਲ ਕਹਿ ਲਓ ਕਿ ਜਿਹੜੇ ਬ੍ਰਿਟਿਸ਼ਰਸ ਵਰਗੇ ਨੇ, ਠੀਕ ਹੈ ਜੀ, ਜਿਹੜੇ ਕਹਿ ਰਹੇ ਨੇ ਕਿ ਇੰਡੀਅਨਸ ਨੂੰ ਉਹਨਾਂ ਦੀ ਲੈਂਗੁਏਜ ਛੱਡ ਦਿਓ ਜੀ, ਪੜਾਣਾ ਹੁਣ ਬ੍ਰਿਟਿਸ਼ਰ ਨੇ ਨਾ, ਉਹਨਾਂ ਦੀ ਜ਼ਿੰਮੇਵਾਰੀ ਹੈ ਇੰਡੀਅਨਸ ਨੂੰ ਕਿਵੇਂ ਪੜਾਣਾ ਹੈ। ਤਾਂ ਉਹ ਕਹਿਣਗੇ ਕਿ ਅਸੀਂ ਤਾਂ ਜੀ ਇੰਡੀਅਨਸ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਪੜਾਵਾਂਗੇ। ਅਸੀਂ ਕਿਹਦੇ ਵਿੱਚ ਪੜਾਵਾਂਗੇ? ਇੰਡੀਅਨ ਲੈਂਗੁਏਜ ਦੇ ਵਿੱਚ ਪੜਾਵਾਂਗੇ। ਅਸੀਂ ਟ੍ਰੈਡੀਸ਼ਨਲ ਨੌਲੇਜ ਦੇਣੀ ਹੀ ਨਹੀਂ ਬੱਚਿਆਂ ਨੂੰ, ਸਿਰਫ ਇੰਗਲਿਸ਼ ਲੈਂਗੁਏਜ ਦੇ ਵਿੱਚ ਮਾਡਰਨ ਜਿਹੜੇ ਸਟੱਡੀਜ਼ ਹੋਏਗੀ ਉਹ ਕਰਾਵਾਂਗੇ। ਮਾਡਰਨ ਜਿੰਨੇ ਵੀ ਆਪਣੇ ਸਬਜੈਕਟ ਨੇ ਉਹ ਪੜਾਵਾਂਗੇ। ਆ ਪੁਰਾਣੇ ਸਬਜੈਕਟ ਜਿਹੜੇ ਨੇ ਕਿਸੇ ਕੰਮ ਦੇ ਨਹੀਂ, ਇਹਨਾਂ ਨੂੰ ਕਰ ਦਿਓ ਸਾਈਡ ਤੇ। ਇਹ ਥਿਊਰੀ ਕਿਹਨਾਂ ਦੀ ਹੈ? ਇਹ ਥਿਊਰੀ ਹੈਗੀ ਹੈ ਇੰਗਲਿਸ਼ ਦੀ। ਕਲੀਅਰ। ਦੂਜੇ ਪਾਸੇ ਜੇ ਆਪਾਂ ਆਵਾਂਗੇ ਓਰੀਐਂਟਲਿਸਟ ਦੀ, ਤਾਂ ਓਰੀਐਂਟਲਿਸਟ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਓਰੀਐਂਟਲਿਸਟ ਕਹਿਣਗੇ ਕਿ ਦੇਖੋ ਜੀ ਸਿੱਧੀ ਗੱਲ ਹੈ, ਇੰਡੀਅਨਸ ਨੂੰ ਪੜਾਣਾ ਹੈ, ਬਿਲਕੁਲ ਪੜਾਣਾ ਹੈ, ਪਰ ਜਿਹੜੀ ਪ੍ਰਾਇਮਰੀ ਲੈਂਗੁਏਜ ਹੈ, ਹੁਣ ਇੱਕ ਚੀਜ਼ ਆਪਾਂ ਕਹਿੰਦੇ ਹਾਂ ਕਿ ਮਦਰ ਟੰਗ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਮਾਤਰ ਜ਼ਬਾਨ ਜਿਹੜੀ ਆਪਣੀ ਜੇ ਗੱਲ ਕਰੀਏ ਮਾਂ ਬੋਲੀ, ਜਿਹੜੀ ਮਾਂ ਬੋਲੀ ਹੈ, ਬੱਚੇ ਨੂੰ ਸ਼ੁਰੂ ਤੋਂ ਹੀ ਮਾਂ ਬੋਲੀ 'ਚ ਜੇ ਕੁਝ ਸਿਖਾਓਗੇ ਉਹ ਛੇਤੀ ਕੈਚ ਕਰੇਗਾ। ਇਹ ਤਾਂ ਨਹੀਂ ਕਿ ਤੁਸੀਂ ਸਕੂਲ 'ਚ ਚਲੇ ਗਏ, ਉੱਥੇ ਫ੍ਰੈਂਚ ਬੋਲੀ ਜਾਂਦੀ ਹੈ, ਘਰ ਆ ਕੇ ਤੁਸੀਂ ਗੱਲ ਕਰ ਰਹੇ ਹੋ ਤਾਂ ਪੰਜਾਬੀ ਬੋਲ ਰਹੇ ਹੋ, ਤਾਂ ਬੱਚਾ ਤਾਂ ਕਨਫਿਊਜ਼ ਹੋ ਜਾਏਗਾ ਨਾ, ਉਹਨੂੰ ਟਾਈਮ ਲੱਗੇਗਾ। ਉਹ ਜੋ ਜਲਦੀ ਆਪਾਂ ਕਹਿ ਸਕਦੇ ਚੀਜ਼ਾਂ ਨੂੰ ਕੀ ਨਹੀਂ ਕਰੇਗਾ, ਗ੍ਰੈਬ ਨਹੀਂ ਕਰੇਗਾ, ਉਹਨੂੰ ਸਮਝ ਨਹੀਂ ਆਏਗਾ, ਸਮਝ ਆਉਣ 'ਚ ਟਾਈਮ ਲੱਗੇਗਾ। ਓਰੀਐਂਟਲਿਸਟ ਜਿਹੜੇ ਹੋਣਗੇ ਉਹ ਸੇਮ ਚੀਜ਼ ਕਹਿਣਗੇ, ਕਹਿਣਗੇ ਜੀ ਦੇਖੋ ਇੰਡੀਅਨਸ ਨੂੰ ਪੜਾਣਾ ਹੈ, ਬਿਲਕੁਲ ਪੜਾਣਾ ਹੈ। ਆਪਾਂ ਐਵੇਂ ਕਰਦੇ ਇੰਡੀਅਨਸ ਨੂੰ ਸਟਾਰਟਿੰਗ ਤੋਂ ਜਿਹੜੇ ਬੱਚੇ ਨੇ ਨਾ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਉਹਨਾਂ ਦੀ ਟ੍ਰੈਡੀਸ਼ਨਲ ਲੈਂਗੁਏਜ ਦੇ ਵਿੱਚ ਕਰਾਣੀ ਸ਼ੁਰੂ ਕਰ ਦਿੰਦੇ, ਠੀਕ ਹੈ ਜੀ। ਅਸੀਂ ਇੰਡੀਅਨਸ ਨੂੰ ਟ੍ਰੈਡੀਸ਼ਨਲ ਜਿਹੜੀ ਹੈ ਉਹਨਾਂ ਦੀ ਵਰਨੈਕੂਲਰ ਲੈਂਗੁਏਜ ਹੈ ਉਹਦੇ ਵਿੱਚ ਪੜਾਉਣਾ ਸ਼ੁਰੂ ਕਰਾਂਗੇ। ਪਰ ਜਿਵੇਂ ਜਿਵੇਂ ਬੱਚੇ ਵੱਡੇ ਹੋਣਗੇ ਤਾਂ ਜੇ ਆਪਾਂ ਕਿਸੇ ਹਾਇਰ ਐਜੂਕੇਸ਼ਨ ਚਾਹਣਗੇ ਤਾਂ ਉਹਨਾਂ ਨੂੰ ਆਪਾਂ ਕਿਹਦੇ 'ਚ ਪੜਾਵਾਂਗੇ? ਇੰਗਲਿਸ਼ ਲੈਂਗੁਏਜ ਦੇ ਵਿੱਚ ਪੜਾ ਦਾਂਗੇ। ਕਲੀਅਰ। ਤੇ ਜੇ ਕੁਐਸਚਨ ਆਏਗਾ ਕਿ ਇਹਨਾਂ ਨੂੰ ਪੜਾਉਣਾ ਕੀ ਹੈ, ਉਹ ਕਹਿੰਦੇ ਆਪਾਂ ਦੋਨੋਂ ਪੜਾ ਦਿੰਦੇ ਹਾਂ। ਮਾਡਰਨ ਹਿਸਟਰੀ, ਮਾਡਰਨ ਜਿਹੜੇ ਆਪਾਂ ਗੱਲ ਕਰਾਂਗੇ ਸਬਜੈਕਟ ਨੇ ਉਹ ਵੀ ਪੜਾਵਾਂਗੇ, ਤੇ ਉਹਨਾਂ ਦੀ ਟ੍ਰੈਡੀਸ਼ਨਲ ਨੌਲੇਜ ਹੈ ਉਹਨੂੰ ਵੀ ਆਪਾਂ ਪੜਾ ਦੇਣਾ। ਕਲੀਅਰ। ਇਹ ਦੋ ਧੜੇ ਹੋ ਗਏ, ਇੰਗਲਿਸ਼ ਤੇ ਓਰੀਐਂਟਲਿਸਟ। ਕਲੀਅਰ। ਹੁਣ ਆਉਂਦੇ ਆ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਪੇਪਰ ਦੇ ਪੁਆਇੰਟ ਆਫ ਵਿਊ 'ਚ ਆਪਾਂ ਲਈ ਇੰਪੋਰਟੈਂਟ ਕੀ ਹੈ? ਪੇਪਰ ਦੇ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਨਾਮ ਪਤਾ ਹੋਣੇ ਚਾਹੀਦੇ ਨੇ ਸਭ ਨੂੰ। ਓਰੀਐਂਟਲਿਸਟ ਕਿਹੜੇ ਸੀ, ਇੰਗਲਿਸਟ ਕਿਹੜੇ ਸੀ। ਕਲੀਅਰ ਹੈ ਜੀ। ਚਲੋ ਜੀ, ਜੇ ਗੱਲ ਕਰਦੇ ਹਾਂ ਓਰੀਐਂਟਲਿਸਟ ਦੀ ਤਾਂ ਨਾਮ ਯਾਦ ਰੱਖਿਓ। ਇੱਥੇ ਇੱਕ ਨਾਮ ਆਏਗਾ ਤੁਹਾਡੇ ਕੋਲ H.T. ਪ੍ਰਿੰਸੈਪ, ਠੀਕ ਹੈ ਜੀ। H.T. ਪ੍ਰਿੰਸੈਪ ਜਿਹੜੇ ਸੀਗੇ ਕੀ ਸੀਗੇ? ਇੱਕ ਓਰੀਐਂਟਲਿਸਟ ਸੀਗੇ, ਠੀਕ ਹੈ ਜੀ। ਓਰੀਐਂਟਲਿਸਟ ਮਤਲਬ ਜਿਹੜੇ ਕਹਿੰਦੇ ਕਿ ਬੱਚਿਆਂ ਨੂੰ ਕਿਸ 'ਚ ਪੜਾਇਆ ਜਾਏ, ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹਨਾਂ ਨੂੰ ਜਿਹੜੀ ਹੈ ਵਰਨੈਕੂਲਰ ਲੈਂਗੁਏਜ ਜਿਹੜੀ ਉਹਨਾਂ ਦੀ ਮਾਂ ਬੋਲੀ ਹੈ ਉਹਦੇ 'ਚ ਪੜਾਈ ਜਾਏ। ਪਰ ਜਿਵੇਂ ਜਿਵੇਂ ਅੱਗੇ ਜਾਣਗੇ ਬੱਚੇ ਉਹਨਾਂ ਦੀ ਹਾਇਰ ਐਜੂਕੇਸ਼ਨ ਜਿਹੜੀ ਹੈ ਕਿਹਦੇ 'ਚ ਆਪਾਂ ਪੜਾਈਏ? ਇੰਗਲਿਸ਼ ਦੇ ਵਿੱਚ ਕਰਾਵਾਂਗੇ। ਕਲੀਅਰ। ਚਲੋ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇੰਗਲਿਸ਼ ਦੀ। ਤਾਂ ਇੰਗਲਿਸ਼ ਦੇ ਵਿੱਚ ਨਾਮ ਯਾਦ ਰੱਖਿਓ, ਲਾਰਡ ਮੈਕੌਲੇ। ਲਾਰਡ ਮੈਕੌਲੇ ਵੈਰੀ ਇੰਪੋਰਟੈਂਟ। ਕਿੱਥੇ ਪੜ੍ਹਿਆ ਸੀ ਆਪਾਂ? ਬੈਂਟਿਕ ਦੇ ਟਾਈਮ ਪੜ੍ਹਿਆ ਸੀ। ਕਿਹਦੇ 'ਚ ਪੜ੍ਹਿਆ ਸੀ ਆਪਾਂ? ਆਪਾਂ ਕੱਲ ਲਾਸਟ ਕਲਾਸ 'ਚ ਪੜ੍ਹ ਚੁੱਕੇ ਹਾਂ ਕਿ ਐਗਜ਼ੀਕਿਊਟਿਵ ਕਾਉਂਸਿਲ, ਜਿਹੜੀ ਐਗਜ਼ੀਕਿਊਟਿਵ ਕਾਉਂਸਿਲ ਹੈ ਇਹ ਉਹੀ ਐਗਜ਼ੀਕਿਊਟਿਵ ਕਾਉਂਸਿਲ ਜਿਹੜੀ 1773 ਦੇ ਐਕਟ 'ਚ ਬਣੀ ਸੀ, ਯਾਦ ਆਇਆ? ਜਿਹਦੇ 4 ਮੈਂਬਰ ਸੀਗੇ 1773 ਦੇ ਵਿੱਚ, ਜਿਹੜੇ 1784 ਦੇ ਵਿੱਚ ਇੱਕ ਮੈਂਬਰ ਘਟ ਜਾਏਗਾ, 3 ਮੈਂਬਰ ਰਹਿ ਜਾਣਗੇ, ਪਲੱਸ 1833 ਦੇ ਐਕਟ ਦੇ ਵਿੱਚ ਫਿਰ ਤੋਂ 4 ਮੈਂਬਰ ਹੋ ਜਾਣਗੇ। ਪਰ ਆਪਾਂ ਕੱਲ ਦੀ ਕਲਾਸ 'ਚ ਡਿਸਕਸ ਕੀਤਾ ਸੀ ਇਹਨੂੰ 4 ਨਹੀਂ ਲਿਖਾਂਗੇ, ਇਹਨੂੰ ਲਿਖਾਂਗੇ ਆਪਾਂ 3+1। ਆ ਜਿਹੜੇ +1 ਸੀ ਇਹ ਹੋਰ ਕੋਈ ਨਹੀਂ ਸੀ, ਕੌਣ ਸੀ? ਲਾਰਡ ਮੈਕੌਲੇ ਸੀਗੇ।
ਠੀਕ ਹੈ ਜੀ। ਇਹ ਲਾਰਡ ਮੈਕਾਲੇ ਕੌਣ ਸੀ, ਜਿਨ੍ਹਾਂ ਨੂੰ ਕੰਮ ਦਿੱਤਾ ਜਾਏਗਾ ਕਿ ਇੰਡੀਆ ਦੇ ਲਾਜ਼ ਨੂੰ ਕੋਡੀਫਾਈ ਕਰੋ। ਇਹਨਾਂ ਨੂੰ ਹੀ ਲਾਅ ਕਮਿਸ਼ਨ ਦਾ ਕੀ ਬਣਾ ਦਿੱਤਾ ਜਾਏਗਾ, ਜਿਹੜਾ ਪਹਿਲਾ ਲਾਅ ਕਮਿਸ਼ਨ ਇੰਡੀਆ ਦਾ ਹੋਏਗਾ ਉਸਦੇ ਚੇਅਰਮੈਨ ਬਣਨਗੇ ਲਾਰਡ ਮੈਕਾਲੇ। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਲਾਰਡ ਮੈਕਾਲੇ ਦਾ ਐਜੂਕੇਸ਼ਨ ਨਾਲ ਰਿਲੇਟਡ ਕੀ ਹੈ, ਲਾਰਡ ਮੈਕਾਲੇਜ਼ ਮਿਨਟ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਮੈਕਾਲੇਜ਼ ਮਿਨਟ ਵੀ ਕਹਿੰਦੇ ਆ। ਹੁਣ ਜੇ ਗੱਲ ਕਰੀਏ ਮੈਕਾਲੇ, ਤਾਂ ਮੈਕਾਲੇ ਕੀ ਸੀ ਕਿ ਇੱਕ ਐਂਗਲਿਸ਼ ਸੀ। ਇੰਗਲਿਸ਼ ਦਾ ਮਤਲਬ ਇਹ ਕਹਿੰਦੇ ਇੰਡੀਅਨਸ ਨੂੰ ਪੜਾਵਾਂਗੇ, ਪਰ ਕਿਹਦੇ ਵਿੱਚ ਪੜਾਵਾਂਗੇ, ਇੰਗਲਿਸ਼ ਦੇ ਵਿੱਚ ਪੜਾਵਾਂਗੇ। ਕਲੀਅਰ, ਕਿਹੜੇ ਸਬਜੈਕਟ ਪੜਾਣੇ ਆ, ਟ੍ਰੈਡੀਸ਼ਨਲ ਨਹੀਂ ਜੀ ਪੜਾਣੇ, ਅਸੀਂ ਕੀ ਪੜਾਵਾਂਗੇ, ਸਿਰਫ ਮਾਡਰਨ ਐਜੂਕੇਸ਼ਨ ਹੀ ਦੇਵਾਂਗੇ ਬੱਚਿਆਂ ਨੂੰ। ਕਲੀਅਰ, ਤਾਂ ਇੱਥੇ ਆਪਣੇ ਕੋਲ ਕੀ ਆਏਗੀ, ਥਿਊਰੀ ਆਂਦੀ ਹੈ ਕਿਹਨਾਂ ਦੀ, ਲਾਰਡ ਮੈਕਾਲੇ ਦੀ। ਜਿਸ ਥਿਊਰੀ ਨੂੰ ਆਪਾਂ ਕੀ ਕਹਿੰਦੇ ਆ, ਇਸ ਥਿਊਰੀ ਨੂੰ ਆਪਾਂ ਕਹਿੰਦੇ ਆ ਡਾਊਨਵਰਡ ਫਿਲਟਰੇਸ਼ਨ ਥਿਊਰੀ। ਨਾਮ ਯਾਦ ਰੱਖਿਓ, ਡਾਊਨਵਰਡ ਫਿਲਟਰੇਸ਼ਨ ਥਿਊਰੀ। ਹੁਣ ਦੇਖੋ ਜੀ, ਜੇ ਗੱਲ ਕਰੀਏ ਇੰਡੀਆ ਦੀ ਸੁਸਾਇਟੀ, ਤਾਂ ਇੰਡੀਆ ਦੀ ਸੁਸਾਇਟੀ ਕੁਛ ਇੱਦਾਂ ਦੀ ਹੈ। ਕੁਛ ਲੋਕ ਕੀ ਨੇ, ਅਮੀਰ ਨੇ, ਬਹੁਤ ਜ਼ਿਆਦਾ ਲੋਕ ਕੀ ਨੇ, ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਨੇ ਜਾਂ ਗਰੀਬ ਨੇ, ਠੀਕ ਹੈ ਜੀ। ਤੇ ਜਿਹੜੀ ਪੋਪੂਲੇਸ਼ਨ, ਜਿਹੜੀ ਆਪਾਂ ਜਿਹਨੂੰ ਕਹਿੰਦੇ ਨੇ ਮਿਡਲ ਕਲਾਸ, ਉਹ ਸੈਂਟਰ 'ਚ ਹੋਗੀ। ਹੁਣ ਸੋਚੋ, ਤੁਸੀਂ ਬ੍ਰਿਟਿਸ਼ਰ ਹੋ, ਤੁਸੀਂ ਅੰਗਰੇਜ਼ ਹੋ, ਤੁਸੀਂ ਪੜਾਣਾ ਹੈ, ਤੁਸੀਂ ਕਿੱਥੋਂ ਦੀ ਪੜਾਣਾ ਸ਼ੁਰੂ ਕਰੋਗੇ? ਜੇ ਤਾਂ ਤੁਸੀਂ ਬਿਲਕੁਲ ਨੀਚੇ ਲੋਅਰ ਸੁਸਾਇਟੀ ਨੂੰ ਪੜਾਣਾ ਸ਼ੁਰੂ ਕਰੋਗੇ, ਤਾਂ ਇੱਥੇ ਤੁਹਾਨੂੰ ਪੜਾਉਣ ਦੇ ਵਿੱਚ ਕੀ ਹੋਏਗਾ, ਕਾਫੀ ਜ਼ਿਆਦਾ ਟਾਈਮ ਲੱਗੇਗਾ ਤੇ ਤੁਹਾਨੂੰ ਕਾਫੀ ਜ਼ਿਆਦਾ ਪੈਸੇ ਵੀ ਲੱਗਣਗੇ। ਪਰ ਇੱਥੇ ਹੀ ਕਨਸੈਪਟ ਆਪਾਂ ਕਹਿੰਦੇ ਹਾਂ ਕਿ ਅੰਗਰੇਜ਼ ਜਿਹੜੇ ਨੇ ਪਾਲਿਸੀ ਲੈ ਕੇ ਆਉਂਦੇ ਨੇ, ਉਹ ਸੋਚ ਸਮਝ ਕੇ ਲੈ ਕੇ ਆਉਂਦੇ ਨੇ, ਚਾਹੇ ਉਹ ਚੱਲੇ ਨਾ ਚੱਲੇ ਉਹ ਬਾਅਦ ਦੀ ਗੱਲ ਹੈ, ਫੇਲ ਹੋ ਜੇ, ਸਕਸੈਸਫੁਲ ਨਾ ਹੋ ਪਾਏ। ਪਰ ਇੱਥੇ ਡਾਊਨਵਰਡ ਫਿਲਟਰੇਸ਼ਨ ਥਿਊਰੀ ਕੀ ਕਹਿੰਦੀ ਹੈ, ਡਾਊਨਵਰਡ ਫਿਲਟਰੇਸ਼ਨ ਥਿਊਰੀ ਜਿਹੜੀ ਲਾਰਡ ਮੈਕਾਲੇ ਦੀ ਹੈ, ਉਹ ਕਹਿੰਦੀ ਹੈ ਕਿ ਦੇਖੋ ਜੀ, ਜਿਹੜੀ ਆਪਣੀ ਇਹ ਸੁਸਾਇਟੀ ਹੈ ਨਾ, ਇਸ ਦੇ ਉੱਪਰਲੇ ਜਿਹੜਾ ਪੋਰਸ਼ਨ ਹੈ, ਇੱਥੇ ਪੋਪੂਲੇਸ਼ਨ ਹੈ ਘੱਟ। ਜਿਹੜੀ ਸੁਸਾਇਟੀ 'ਚ ਅਮੀਰ ਲੋਕ ਨੇ ਤੇ ਕੁਝ ਥੋੜੇ ਜਿਹੇ ਅਮੀਰ ਤੋਂ ਘੱਟ ਅਮੀਰ ਨੇ, ਠੀਕ ਹੈ ਜੀ। ਇਹਨਾਂ ਦੀ ਪੋਪੂਲੇਸ਼ਨ ਹੈ ਘੱਟ। ਇਹਨਾਂ ਨੂੰ ਆਪਾਂ ਕੀ ਕਰਦੇ ਹਾਂ, ਇਹਨਾਂ ਨੂੰ ਫੜਦੇ ਹਾਂ, ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਪੜ੍ਹਾ ਦਿੰਦੇ ਹਾਂ। ਇਹਨਾਂ ਨੂੰ ਕੀ ਕਰਾਂਗੇ ਆਪਾਂ, ਇੰਗਲਿਸ਼ ਦੇ ਵਿੱਚ ਉੱਪਰਲੀ ਸੁਸਾਇਟੀ ਜਿਹੜੀ ਹੈ ਆਪਣੀ, ਜੇ ਆਪਾਂ ਗੱਲ ਕਰਾਂਗੇ ਆਪਣੀ ਸੁਸਾਇਟੀ 'ਚ, ਆ ਉੱਪਰਲਾ ਜਿਹੜਾ ਪੋਰਸ਼ਨ ਹੋਏਗਾ, ਇਹਨਾਂ ਛੋਟੇ ਜਿਹੇ ਪੋਰਸ਼ਨ ਨੂੰ ਪੜ੍ਹਾ ਦਿੰਦੇ ਹਾਂ। ਕਿਸ ਦੇ ਵਿੱਚ ਪੜਾਵਾਂਗੇ, ਇੰਗਲਿਸ਼ ਦੇ ਵਿੱਚ ਪੜਾਵਾਂਗੇ। ਫਾਇਦਾ ਕੀ ਹੋਇਆ ਇਸਦਾ? ਹੁਣ ਡਾਊਨਵਰਡ ਫਿਲਟਰੇਸ਼ਨ ਥਿਊਰੀ ਦਾ ਅਸਲੀ ਮਤਲਬ ਸਮਝੋ, ਜਿਹਦਾ ਮਤਲਬ ਕੀ ਹੈ ਡਾਊਨਵਰਡ ਫਿਲਟਰੇਸ਼ਨ। ਉਹ ਕਹਿਣਗੇ ਕਿ ਜਿਹੜੇ ਲੋਕ ਹੋਣਗੇ ਨਾ, ਜਿਹੜੇ ਅੰਗਰੇਜ਼ ਨੇ, ਕੁਝ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਮੀਰ ਲੋਕ ਨੇ, ਇਹਨਾਂ ਨੂੰ ਅਸੀਂ ਇਵੇਂ ਦਾ ਪੜਾਵਾਂਗੇ ਕਿ ਇਹ ਬਿਲਕੁਲ ਹੂ ਬਹੂ ਸਾਡੇ ਵਰਗੇ ਹੋ ਜਾਣ। ਬਿਲਕੁਲ ਕਿਵੇਂ ਦੇ ਹੋ ਜਾਣਗੇ, ਬ੍ਰਿਟਿਸ਼ਰ ਵਰਗਾ ਹੀ ਹੋਣਗੇ। ਇਹਨਾਂ ਨੂੰ ਐਵੇਂ ਦੀ ਜੇ ਆਪਾਂ ਗੱਲ ਕਰੀਏ ਕਿ ਪੜਾਈ ਜਾਏਗੀ, ਇੰਗਲਿਸ਼ ਲੈਂਗੁਏਜ ਪੜਾਇਆ ਜਾਏਗਾ, ਇਹ ਸੋਚਣਗੇ ਵੀ ਕਿਵੇਂ ਬ੍ਰਿਟਿਸ਼ਰ ਵਾਂਗ, ਇਹ ਜੇ ਗੱਲ ਕਰਨਗੇ ਬ੍ਰਿਟਿਸ਼ਰ ਵਾਂਗ, ਇਹਨਾਂ ਦੀ ਸੋਚ ਵੀ ਕੀ ਹੋ ਜਾਏਗੀ, ਬ੍ਰਿਟਿਸ਼ਰਸ ਵਰਗੀ ਹੋ ਜਾਏਗੀ। ਤਾਂ ਦੇਖਾ ਦੇਖੀ ਕੀ ਹੋਏਗਾ, ਇਹ ਕੱਪੜੇ ਵੀ ਜਿਹੜੇ ਨੇ ਅੰਗਰੇਜ਼ਾਂ ਵਰਗੇ ਹੀ ਪਾਣਗੇ। ਤਾਂ ਹੋਏਗਾ ਕੀ, ਦੇਖੋ ਜੀ, ਜੇ ਸੁਸਾਇਟੀ ਹੈ ਉੱਪਰਲੀ, ਜਿਹੜੇ ਇਹ ਨੇ ਅੰਗਰੇਜ਼ਾਂ ਵਰਗੇ ਹੋ ਗਏ, ਤਾਂ ਇਹਨਾਂ ਨੂੰ ਦੇਖਾ ਦੇਖੀ ਜਿਹੜੇ ਨੇ ਬਿਲਕੁਲ ਨੀਚੇ ਇਹਨਾਂ ਤੋਂ ਸੁਸਾਇਟੀ ਹੈ, ਇਹ ਵੀ ਐਵੇਂ ਦਾ ਬਣਨ ਦੀ ਕੋਸ਼ਿਸ਼ ਕਰੇਗੀ। ਤਾਂ ਕਿਤੇ ਨਾ ਕਿਤੇ ਜਿਹੜੇ ਇਹ ਵੀ ਲੋਕ ਨੇ ਇਨਫਲੂਐਂਸ ਆਣਗੇ ਉੱਪਰਲਿਆਂ ਦੇ, ਤੇ ਸੇਮ ਦੇਖਣ ਨੂੰ ਮਿਲੇਗਾ ਕਿ ਇਹ ਵੀ ਬ੍ਰਿਟਿਸ਼ਰ ਵਰਗੇ ਬਣ ਗਏ। ਤਾਂ ਇਹਨਾਂ ਨੂੰ ਦੇਖਣਗੇ ਮਿਡਲ ਕਲਾਸ ਵੀ ਜਦੋਂ ਅੰਗਰੇਜ਼ਾਂ ਵਰਗੀ ਬਣ ਗਈ, ਉਹਨਾਂ ਦੀ ਸੋਚ ਸੇਮ ਹੋ ਗਈ, ਉਵੇਂ ਦੇ ਕੱਪੜੇ ਪਾਣ ਲੱਗੇ, ਉਵੇਂ ਦੇ ਹੀ ਕਲਚਰ ਦੇ ਵਿੱਚ ਚਲੇ ਗਏ, ਤਾਂ ਜਿਹੜੀ ਨੀਚੇ ਵਾਲੀ ਸੁਸਾਇਟੀ ਹੈ ਉਹ ਵੀ ਆਪਣੇ ਆਪ ਨੂੰ ਕੀ ਕਰੇਗੀ, ਸੇਮ ਉਹਨਾਂ ਵਰਗਾ ਕਰਨ ਦੀ ਕੋਸ਼ਿਸ਼ ਕਰੇਗੀ। ਤੇ ਕਹਿਣਗੇ ਕਿ ਆਪਾਂ ਕਾਫੀ ਜ਼ਿਆਦਾ ਕੀ ਹੋ ਜਾਏंगे, ਸਕਸੈਸਫੁਲ ਹੋ ਜਾਏंगे ਇੰਡੀਆ ਦੇ ਵਿੱਚ ਐਜੂਕੇਸ਼ਨ ਦੇਣ ਦੇ ਵਿੱਚ। ਚੰਗੀ ਸੀ ਥਿਊਰੀ, ਬਹੁਤ ਵਧੀਆ ਥਿਊਰੀ ਸੀ। ਇਹ ਕਹਿ ਰਹੇ ਸੀ ਕਿ ਉੱਪਰੋਂ ਦੀ ਐਜੂਕੇਸ਼ਨ ਦੋ, ਜਿਹੜੀ ਡਾਊਨਵਰਡ ਕੀ ਹੋ ਜਾਏ, ਨੀਚੇ ਲੋਕਾਂ ਦੇ ਵਿੱਚ ਫੈਲ ਜੇ, ਫਿਲਟਰ ਹੁੰਦੀ ਜਾਵੇ। ਕਲੀਅਰ, ਨੀਚੇ ਲੋਕੀ ਜਿਹੜੇ ਨੇ ਇਨਫਲੂਐਂਸ ਹੁੰਦੇ ਜਾਣ ਆਟੋਮੈਟਿਕਲੀ। ਪਰ ਕੀ ਇਹ ਹੋ ਪਾਏਗਾ? ਨਹੀਂ ਹੋ ਪਾਏਗਾ। ਕਿਉਂ ਨਹੀਂ ਹੋ ਪਾਏਗਾ, ਉਹ ਆਪਾਂ ਅੱਗੇ ਦੇਖਦੇ ਹਾਂ। ਸਭ ਤੋਂ ਪਹਿਲੇ ਜੇ ਗੱਲ ਕਰੀਏ ਡਾਊਨਵਰਡ ਫਿਲਟਰੇਸ਼ਨ ਥਿਊਰੀ ਕਿਹਨਾਂ ਨੇ ਦਿੱਤੀ ਸੀ, ਲਾਰਡ ਮੈਕਾਲੇ ਨੇ ਦਿੱਤੀ ਸੀ। ਇਹਨੂੰ ਦੇਖਦੇ ਹੀ ਜਦੋਂ ਇਹ ਥਿਊਰੀ ਆ ਗਈ, ਇਹਨੂੰ ਵਿਲੀਅਮ ਬੈਂਟਿਕ ਨੇ ਕੀ ਕਰਤਾ, ਅਪਰੂਵ ਕਰਤਾ। ਵਿਲੀਅਮ ਬੈਂਟਿਕ 1833 ਦੇ ਐਕਟ ਦੇ ਨਾਲ ਪਹਿਲੇ ਕੀ ਬਣ ਚੁੱਕੇ ਸੀ, ਗਵਰਨਰ ਜਨਰਲ ਆਫ ਇੰਡੀਆ। ਕਲੀਅਰ ਹੈ ਜੀ, ਲਾਸਟ ਕਲਾਸ ਆਪਾਂ ਇਹਨੂੰ ਡਿਸਕਸ ਕੀਤਾ ਸੀ। ਜੇ ਗੱਲ ਕਰੀਏ ਹੁਣ ਵਿਲੀਅਮ ਬੈਂਟਿਕ ਨੇ ਕੀ ਕੀਤਾ, ਡਾਊਨਵਰਡ ਫਿਲਟਰੇਸ਼ਨ ਥਿਊਰੀ, ਲਾਰਡ ਮੈਕਾਲੇ ਦਾ ਜਿੰਨੀ ਵੀ ਆਈਡੀਓਲੋਜੀ ਸੀ ਉਹਨੂੰ ਮੰਨ ਲਿਆ। ਹੁਣ ਕੀ ਕਰਨਗੇ, ਤਾਂ ਆਪਾਂ ਦੇਖਦੇ ਹਾਂ ਕਿ ਬੈਂਟਿਕ ਦੇ ਟਾਈਮ ਤੇ ਕੁਝ ਕਾਲਜ ਬਣ ਗਏ, ਜਿਵੇਂ ਕਿ ਦੇਖੋ ਜੀ, ਕਲਕੱਤਾ ਮਦਰਸਾ, ਕਲਕੱਤਾ ਮੈਡੀਕਲ ਕਾਲਜ, ਠੀਕ ਹੈ ਜੀ। ਉਸ ਤੋਂ ਬਾਅਦ ਬਣੇਗਾ ਪੂਨਾ ਸੰਸਕ੍ਰਿਤ ਕਾਲਜ। ਉਸ ਤੋਂ ਬਾਅਦ ਆਪਾਂ ਦੇਖਾਂਗੇ ਰੁੜਕੀ ਦੇ ਵਿੱਚ ਬਣੇਗਾ ਕਾਲਜ ਇੰਜੀਨੀਅਰਿੰਗ ਦਾ। ਕਲੀਅਰ, ਇਹ ਸਾਰੇ ਜਿੰਨੇ ਵੀ ਕਾਲਜਿਸ ਨੇ ਇਹਨਾਂ ਦੇ ਈਅਰ ਯਾਦ ਰੱਖਿਓ। ਕਿਉਂ? ਕਿਉਂਕਿ ਕਈ ਵਾਰ ਇਹਨਾਂ ਦੀ ਕੀ ਪੁੱਛ ਲਿੱਤੀ ਜਾਂਦੀ ਹੈ, ਕ੍ਰੋਨੋਲੋਜੀ ਪੁੱਛ ਲਿੱਤੀ ਜਾਂਦੀ ਹੈ ਕਿ ਕਲਕੱਤਾ ਮੈਡੀਕਲ ਕਾਲਜ ਪਹਿਲਾਂ ਬਣਿਆ ਸੀ, ਪੂਨਾ ਸੰਸਕ੍ਰਿਤ ਕਾਲਜ ਪਹਿਲਾਂ ਬਣਿਆ ਸੀ, ਰੁੜਕੀ ਦਾ ਇੰਜੀਨੀਅਰਿੰਗ ਕਾਲਜ ਪਹਿਲਾਂ ਬਣਿਆ ਸੀ। ਤਾਂ ਤੁਹਾਨੂੰ ਈਅਰ ਯਾਦ ਹੋਣੇ ਚਾਹੀਦੇ ਨੇ। ਕਲੀਅਰ, ਤੇ ਜੇ ਗੱਲ ਕਰੀਏ ਕਾਲਜਿਸ ਕਿਉਂ ਬਣ ਰਹੇ ਸੀ, ਇਹ ਕੁਝ ਉੱਪਰ ਵਾਲੇ ਹੀ, ਕੁਝ ਅਮੀਰ ਲੋਕਾਂ ਨੂੰ ਜੋ ਹਾਇਰ ਸੁਸਾਇਟੀ 'ਚ ਨੇ, ਉਹਨਾਂ ਨੂੰ ਆਪਣੇ ਵਰਗਾ ਬ੍ਰਿਟਿਸ਼ਰ ਜਿਹੜੇ ਨੇ ਬਣਾਉਣ ਦੀ ਕੋਸ਼ਿਸ਼ ਕਰਨਗੇ। ਤੇ ਉਹਨਾਂ ਨੂੰ ਪੜਾਇਆ ਕਾਹਦੇ 'ਚ ਜਾਏਗਾ, ਸਿਰਫ ਇੰਗਲਿਸ਼ ਲੈਂਗੁਏਜ ਦੇ ਵਿੱਚ ਪੜਾਇਆ ਜਾਏਗਾ। ਕੁਝ ਟ੍ਰੈਡੀਸ਼ਨਲ ਨਹੀਂ ਪੜਾਉਣਾ, ਸਿਰਫ ਤੇ ਸਿਰਫ ਉਹਨਾਂ ਨੂੰ ਕੀ ਕਰਨਾ ਹੈ, ਜੇ ਗੱਲ ਕਰੀਏ ਇੰਡੀਆ ਦੇ ਵਿੱਚ ਮਾਡਰਨ ਜਿਹੜੀ ਆਪਾਂ ਕਹਿ ਸਕਦੇ ਕਿ ਐਜੂਕੇਸ਼ਨ ਹੈ, ਉਹਨੂੰ ਲੈ ਕੇ ਆਉਣ ਲਈ ਪੜਾਇਆ ਜਾ ਰਿਹਾ। ਕਲੀਅਰ, ਇਹ ਸੀ ਆਪਣੀ ਡਾਊਨਵਰਡ ਫਿਲਟਰੇਸ਼ਨ ਥਿਊਰੀ। ਪਰ ਇਹ ਚੱਲ ਨਹੀਂ ਪਾਏਗੀ, ਕਿਉਂ? ਕਿਉਂਕਿ ਜਿਹੜੇ ਉੱਪਰਲੇ ਨੇ ਇਹਨਾਂ ਦਾ ਜ਼ਿਆਦਾ ਕੰਟੈਕਟ ਨੀਚੇ ਨਾਲ ਨਹੀਂ ਹੋਏਗਾ। ਠੀਕ ਹੈ ਜੀ, ਇੰਡੀਆ ਦੀ ਜੇ ਗੱਲ ਕਰਾਂਗੇ, ਜਿਹੜੇ ਲੋਅਰ ਸਟੇਟ ਹੈ ਨਾ,
ਉਹ ਉੱਪਰਲਿਆਂ ਨੂੰ ਦੇਖ ਕੇ ਜ਼ਿਆਦਾ ਜਲਦੀ ਆਪਾਂ ਕਹਿ ਸਕਦੇ ਹਾਂ ਕਿ ਇਨਫਲੂਐਂਸ ਹੁੰਦਾ ਹੈ, ਪਰ ਬਿਲਕੁਲ ਸਭ ਤੋਂ ਉੱਪਰ ਵਾਲੇ ਨੇ ਉਹਨਾਂ ਨੂੰ ਦੇਖ ਕੇ ਇਨਫਲੂਐਂਸ ਹੋਏ ਇਹਦੇ ਚਾਂਸਸ ਬਹੁਤ ਘੱਟ ਨੇ। ਤਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਇਸ ਚੀਜ਼ ਦਾ ਕਹਿ ਸਕਦੇ ਕਿ ਕਮੀ ਦਿਖ ਗਈ ਸੀ ਡਾਊਨਵਰਡ ਫਿਲਟਰੇਸ਼ਨ ਦੀ, ਕਿ ਜਿਹੜਾ ਹੈ ਉੱਪਰੋਂ ਦੀ ਜੇ ਪੜ੍ਹਾਉਣਾ ਸ਼ੁਰੂ ਕਰਾਂਗੇ ਤਾਂ ਇੰਡੀਅਨਸ ਨਹੀਂ ਪੜ੍ਹਨ ਵਾਲੀ ਛੇਤੀ। ਸਾਨੂੰ ਜੇ ਪੜ੍ਹਾਉਣਾ ਪਏਗਾ ਤਾਂ ਨੀਚੋਂ ਦੀ ਲੋਕਾਂ ਨੂੰ ਪੜ੍ਹਾਉਂਦੇ ਹੋਏ ਉੱਪਰ ਨੂੰ ਲੈ ਕੇ ਜਾਣਾ ਹੈ, ਮਤਲਬ ਕਿ ਡਾਊਨਵਰਡ ਫਿਲਟਰੇਸ਼ਨ ਥਿਊਰੀ ਜਿਹੜੀ ਹੈ ਤੁਹਾਡੀ ਫੇਲ ਹੋ ਜਾਏਗੀ। ਤਾਂ ਕਿਤੇ ਨਾ ਕਿਤੇ ਇੱਕ ਹੋਰ ਆਪਾਂ ਕਹਿ ਸਕਦੇ ਹਾਂ ਕਿ ਥਿਊਰੀ ਚਾਹੀਦੀ ਹੈ ਜਿਹੜੀ ਕੀ ਕਰੇ, ਨੀਚੋਂ ਦੇ ਲੋਕਾਂ ਨੂੰ ਪੜ੍ਹਾਉਣਾ ਸ਼ੁਰੂ ਕਰੇ, ਮਤਲਬ ਕਿ ਬਾਟਮ ਅਪ ਅਪਰੋਚ ਹੋਵੇ, ਨਾ ਕਿ ਅਪ ਤੋਂ ਟੌਪ ਤੋਂ ਬਾਟਮ ਅਪਰੋਚ। ਕਲੀਅਰ? ਟੌਪ ਤੋਂ ਬਾਟਮ ਅਪਰੋਚ ਕੰਮ ਨਹੀਂ ਕੀਤੀ, ਬਾਟਮ ਤੋਂ ਟੌਪ ਅਪਰੋਚ ਹੋਣੀ ਚਾਹੀਦੀ ਹੈ। ਸੇਮ ਆਪਾਂ ਦੇਖਾਂਗੇ, ਮਤਲਬ ਕਿ ਇੰਗਲਿਸ਼ ਜਿਹੜੇ ਨੇ ਕਿਤੇ ਨਾ ਕਿਤੇ ਫੇਲ ਹੋ ਗਏ, ਜਿਸ ਦਾ ਫਾਇਦਾ ਕਿਹਨਾਂ ਨੂੰ ਮਿਲੇਗਾ? ਓਰੀਐਂਟਲਿਸਟ ਨੂੰ ਮਿਲੇਗਾ। ਓਰੀਐਂਟਲਿਸਟ ਦੇ ਵਿੱਚ ਫਿਰ ਆਪਾਂ ਕਿਹਨਾਂ ਨੂੰ ਪੜ੍ਹਦੇ ਹਾਂ ਜੀ? ਓਰੀਐਂਟਲਿਸਟ ਦੇ ਵਿੱਚ ਯਾਦ ਰੱਖਿਓ ਵੁਡਸ ਡਿਸਪੈਚ, ਠੀਕ ਹੈ ਜੀ। ਈਅਰ ਯਾਦ ਰੱਖ ਲਿਓ 1854। 1854 ਕਿੰਨਾ ਦਾ ਟਾਈਮ ਲਾਈਨ ਚੱਲ ਰਿਹਾ? ਤਾਂ ਗਵਰਨਰ ਜਨਰਲ ਇੱਥੇ ਆਪਣੇ ਹੋਣਗੇ ਲਾਰਡ ਡਲਹੌਜ਼ੀ, ਠੀਕ ਹੈ ਜੀ। ਲਾਰਡ ਡਲਹੌਜ਼ੀ ਦੇ ਟਾਈਮ ਤੇ ਆਏਗਾ ਵੁਡਸ ਡਿਸਪੈਚ। ਹੁਣ ਜਿਹੜਾ ਵੁਡਸ ਡਿਸਪੈਚ ਹੈ, ਇਹਨਾਂ ਨੇ ਕੀ ਕੀਤਾ? ਵੁਡਸ ਹੈ ਕੌਣ ਸੀ? ਤਾਂ ਇਹ ਬੋਰਡ ਆਫ ਕੰਟਰੋਲ, ਆਪਾਂ ਲਾਸਟ ਕਲਾਸ ਚ ਪੜ੍ਹਿਆ, ਬੋਰਡ ਆਫ ਕੰਟਰੋਲ ਬਣਾਏ ਜਾਣਗੇ, ਉਹਦੇ ਪ੍ਰੈਜ਼ੀਡੈਂਟ ਸੀ। ਇਹਨਾਂ ਨੇ ਕੁਝ ਕੀ ਕੀਤੇ? ਰਿਕਮੈਂਡੇਸ਼ਨ ਕੀਤੇ ਕਿ ਇੰਡੀਆ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਕਿਵੇਂ ਦੇਣੀ ਹੈ ਲੋਕਾਂ ਨੂੰ, ਠੀਕ ਹੈ ਜੀ। ਉਸ ਨੂੰ ਆਪਾਂ ਕੀ ਕਹਿੰਦੇ? ਉਹਨੂੰ ਕਹਿੰਦੇ ਵੁਡਸ ਡਿਸਪੈਚ। ਜੇ ਗੱਲ ਕਰੀਏ ਇਸ ਦੀ ਪ੍ਰੋਵੀਜ਼ਨਸ ਦੀ, ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਜੋ ਆਪਾਂ ਗੱਲ ਪਿੱਛੇ ਕਰ ਚੁੱਕੇ ਹਾਂ ਕਿ ਇੰਗਲਿਸ਼ ਕਿਉਂ ਫੇਲ ਹੋਏ, ਕਿਉਂਕਿ ਉਹਨਾਂ ਨੇ ਪੜ੍ਹਾਉਣਾ ਕਿਹਦੇ ਚ ਸ਼ੁਰੂ ਕੀਤਾ? ਸਿਰਫ ਇੰਗਲਿਸ਼। ਉਹ ਕਹਿੰਦੇ ਅਸੀਂ ਨਹੀਂ ਮਦਰ ਟੰਗ ਚ, ਮਾਂ ਬੋਲੀ ਚ ਪੜ੍ਹਾਉਣਾ, ਅਸੀਂ ਨਹੀਂ ਸ਼ੁਰੂ ਕਰਨਾ, ਠੀਕ ਹੈ ਜੀ। ਜਿਹੜੇ ਵੁਡਸ ਡਿਸਪੈਚ ਨੇ ਕਹਿਣਗੇ ਕਿ ਦੇਖੋ ਜੀ, ਸਭ ਤੋਂ ਪਹਿਲੀ ਗੱਲ, ਜਿਹੜੇ ਬੱਚੇ ਨੇ ਇਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰੋ ਕਾਹਦੇ ਚ? ਮਦਰ ਟੰਗ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰੋ। ਕਲੀਅਰ? ਇਹਨਾਂ ਦੀ ਮਾਂ ਬੋਲੀ ਚ ਪੜ੍ਹਾਉਣਾ ਸ਼ੁਰੂ ਕਰੋ। ਉਸ ਤੋਂ ਬਾਅਦ ਜਿਹੜੀ ਹਾਇਰ ਐਜੂਕੇਸ਼ਨ ਹੋਏਗੀ ਨਾ, ਉਹਨੂੰ ਇੰਗਲਿਸ਼ ਕਰਾਂਗੇ। ਥੋੜਾ ਜਿਹਾ ਬੱਚੇ ਨੂੰ ਡਿਵੈਲਪ ਤਾਂ ਹੋ ਲੈਣ ਦਿਓ, ਜਦੋਂ ਥੋੜਾ ਜਿਹਾ ਉਹਦਾ ਮਾਈਂਡ ਡਿਵੈਲਪ ਹੋ ਜਾਏਗਾ ਤਾਂ ਉਹਨੂੰ ਇੰਗਲਿਸ਼ ਕਰਵਾਓ। ਹਾਇਰ ਐਜੂਕੇਸ਼ਨ ਜਿੰਨੀ ਵੀ ਹੈ ਉਸਦੀ ਕਿਹਦੇ ਚ ਕਰਵਾ ਦਿਓ? ਜੇ ਆਪਾਂ ਗੱਲ ਕਰੀਏ ਇੰਗਲਿਸ਼ ਦੇ ਵਿੱਚ ਕਰਵਾ ਦਿਓ, ਪਰ ਉਹਦਾ ਜਿਹੜਾ ਬੇਸ ਹੈ ਉਹ ਕਿਸ ਤੇ ਹੋਣਾ ਚਾਹੀਦਾ? ਉਹਦੀ ਮਾਂ ਬੋਲੀ ਤੇ ਹੋਣਾ ਚਾਹੀਦਾ। ਕਲੀਅਰ? ਨੈਕਸਟ ਜੀ ਕੁਐਸਚਨ। ਹੁਣ ਜੇ ਆਪਾਂ ਇਹ ਚੀਜ਼ ਸਾਰੀ ਸ਼ੁਰੂ ਕਰਤੀ ਹੈ ਤਾਂ ਆਪਾਂ ਇੱਥੇ ਦੇਖਦੇ ਹਾਂ ਕਿ ਇੰਗਲਿਸ਼ ਦੇ ਵਿੱਚ ਵੀ ਕੁਝ ਕਾਲਜਿਸ ਬਣੇ ਸੀ, ਵੁਡਸ ਡਿਸਪੈਚ ਤੋਂ ਬਾਅਦ ਵੀ ਕੁਝ ਯੂਨੀਵਰਸਿਟੀਜ਼ ਬਣ ਗਈਆਂ। ਤਾਂ ਆਪਾਂ ਦੇਖਦੇ ਹਾਂ ਕਿ ਯੂਨੀਵਰਸਿਟੀਜ਼ ਬਣ ਗਈਆਂ, ਜੇ ਬੰਬੇ 'ਚ ਬਣੇਗੀ ਯੂਨੀਵਰਸਿਟੀ, ਕਲਕੱਤਾ 'ਚ ਬਣੇਗੀ, ਮਦਰਾਸ 'ਚ ਬਣੇਗੀ। ਕਦੋਂ ਬਣ ਗਈਆਂ? ਵੁਡਸ ਡਿਸਪੈਚ ਤੋਂ ਬਾਅਦ ਬਣ ਗਈਆਂ ਯੂਨੀਵਰਸਿਟੀਜ਼ ਬੰਬੇ 'ਚ, ਕਲਕੱਤਾ 'ਚ ਤੇ ਮਦਰਾਸ। ਆਲਮੋਸਟ ਜੇ ਈਅਰ ਦੇਖ ਲਈ ਤਾਂ 1857 ਦੇ ਆਸ-ਪਾਸ ਜਾ ਕੇ ਇਹ ਆਪਣੀਆਂ ਯੂਨੀਵਰਸਿਟੀ ਜਿਹੜੀਆਂ ਨੇ ਬਣ ਗਈਆਂ, ਠੀਕ ਹੈ ਜੀ। ਨੈਕਸਟ ਕਰ ਰਹੇ ਜੀ, ਇੰਡੀਅਨਸ ਨੂੰ ਪੜ੍ਹਾਉਣਾ ਹੀ ਹੈ, ਸਭ ਤੋਂ ਪਹਿਲੀ ਗੱਲ ਨੀਚੋਂ ਦੀ ਪੜ੍ਹਾਉਣਾ ਸ਼ੁਰੂ ਕਰਾਂਗੇ ਆਪਾਂ, ਉਹਨਾਂ ਦੀ ਮਾਂ ਬੋਲੀ 'ਚ ਪੜ੍ਹਾਉਣਾ ਸ਼ੁਰੂ ਕਰਾਂਗੇ ਬੇਸਿਸ ਤੋਂ, ਠੀਕ ਹੈ ਜੀ। ਮਾਸਿਸ ਨੂੰ ਪੜ੍ਹਾਉਣਾ ਸ਼ੁਰੂ ਕਰੋ। ਪਲੱਸ ਜੇ ਹੁਣ ਨੀਚੇ ਲੋਕਾਂ ਨੂੰ ਪੜ੍ਹਾਉਣਾ ਹੈ ਤਾਂ ਇੱਕ ਸਕੂਲ ਤਾਂ ਇੱਕ ਸਟੇਟ 'ਚ ਨਹੀਂ ਨਾ ਚਾਹੀਦਾ, ਤਾਂ ਇਹ ਕਹਿਣਗੇ ਕਿ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਸਰਕਾਰੀ ਸਕੂਲ ਹੋਣਾ ਚਾਹੀਦਾ, ਠੀਕ ਹੈ ਜੀ। ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਸਰਕਾਰੀ ਸਕੂਲ ਹੋਵੇ ਜਿੱਥੇ ਬੱਚੇ ਪੜ੍ਹਨਾ, ਕਿਹਦੇ 'ਚ ਪੜ੍ਹਨਾ? ਆਪਣੀ ਮਾਂ ਬੋਲੀ 'ਚ ਪੜ੍ਹ। ਪਲੱਸ ਇਹ ਕਹਿੰਦੇ ਕਿ ਆਪਾਂ ਕੀ ਕਰਦੇ ਨੇ ਜੀ, ਐਫੀਲੀਏਟ ਕਰ ਦਾਂਗੇ ਕਿਹਨਾਂ ਨੂੰ? ਪ੍ਰਾਈਵੇਟ ਸਕੂਲਸ ਨੂੰ। ਪ੍ਰਾਈਵੇਟ ਸਕੂਲਸ ਵੀ ਕੀ ਕੀਤੇ ਜਾਣਗੇ? ਓਪਨ ਕੀਤੇ ਜਾਣਗੇ, ਜਿਹੜਾ ਸੇਮ ਹੀ ਕਨਸੈਪਟ ਤੇ ਚੱਲਣਗੇ, ਕਿਸ ਚੀਜ਼ ਦੇ? ਓਰੀਐਂਟਲਿਸਟ ਵਾਲੇ। ਕਲੀਅਰ? ਜੇ ਆਪਾਂ ਗੱਲ ਕਰੀਏ ਨੈਕਸਟ, ਤਾਂ ਇੱਥੇ ਕੀ ਕੀਤਾ ਜਾ ਰਿਹਾ ਵੁਡਸ ਡਿਸਪੈਚ ਦੇ ਵਿੱਚ? ਤਾਂ ਇੱਥੇ ਐਜੂਕੇਸ਼ਨ ਫਰੋਮ ਪ੍ਰਾਇਮਰੀ ਲੈਵਲ ਟੂ ਯੂਨੀਵਰਸਿਟੀ ਲੈਵਲ, ਇਹਨੂੰ ਸਾਰੇ ਨੂੰ ਪ੍ਰਾਇਮਰੀ ਮਤਲਬ ਕਿ ਬਿਲਕੁਲ ਜਿੱਥੋਂ ਦੇ ਬੱਚਾ ਇੱਕ ਸ਼ੁਰੂ ਹੋਏਗਾ ਪੜ੍ਹਨਾ, ਯੂਨੀਵਰਸਿਟੀ ਲੈਵਲ ਤੱਕ ਇੱਕ ਸਾਰਾ ਕੀ ਬਣਾ ਦਿੱਤਾ ਗਿਆ? ਸਿਸਟਮ ਬਣਾਤਾ ਕਿ ਨਿਚਲਾ ਲੈਵਲ ਜਿਹੜਾ ਹੈਗਾ 5ਵੀਂ ਤੱਕ 8ਵੀਂ ਤੱਕ ਜੇ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਕਾਹਦੇ 'ਚ ਪੜ੍ਹਨਗੇ? ਆਪਣੀ ਮਾਂ ਬੋਲੀ 'ਚ ਪੜ੍ਹਨਗੇ। ਉਸ ਤੋਂ ਬਾਅਦ ਜਿਵੇਂ ਜਿਵੇਂ ਉੱਪਰ ਜਾਣਗੇ ਤਾਂ ਇੰਗਲਿਸ਼ 'ਚ ਜਾਣਗੇ, +1 +2 ਉਹ ਵਾਲਾ ਕਨਸੈਪਟ ਜਿਹੜਾ ਆਪਣਾ ਅੱਗੇ ਜਾ ਕੇ ਆਏਗਾ, ਠੀਕ ਹੈ ਜੀ। ਅਜੇ ਸਿੰਪਲ ਆਪਾਂ ਜੇ ਗੱਲ ਕਰੀਏ ਇੱਥੇ ਐਜੂਕੇਸ਼ਨ ਜਿਹੜੀ ਹੈ ਬਿਲਕੁਲ ਸਿੰਪਲ ਤੇ ਚੱਲ ਰਹੀ ਹੈ, ਠੀਕ ਹੈ ਜੀ। ਯੂਨੀਵਰਸਿਟੀ ਲੈਵਲ ਜੇ ਇੱਥੇ ਗੱਲ ਕਰਾਂਗੇ ਤਾਂ ਯੂਨੀਵਰਸਿਟੀ ਲੈਵਲ ਦਾ ਇੱਥੇ ਚੱਲ ਰਿਹਾ, ਮਤਲਬ ਕਿ ਆਪਾਂ 10th ਤੋਂ ਬਾਅਦ ਨਾ, ਇੱਥੇ 10th ਤੋਂ ਬਾਅਦ ਸਿੱਧਾ ਹੀ ਬੱਚੇ ਕਿਸ 'ਚ ਜਾਣਗੇ? ਯੂਨੀਵਰਸਿਟੀ 'ਚ ਜਾਣਗੇ। ਅਜੇ ਮਤਲਬ ਕਿ ਕਿਸ ਚੀਜ਼ ਦਾ ਕਨਸੈਪਟ ਨਹੀਂ ਹੈ, +1 +2 ਵਾਲਾ ਕਨਸੈਪਟ ਨਹੀਂ ਹੈ। ਇਹ ਸਾਰਾ ਕਨਸੈਪਟ ਜਿਹੜਾ ਆਪਾਂ ਕਹਿੰਦੇ ਕਿ ਅੱਜ ਦੀ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ, ਆਪਾਂ 10th ਕਰਦੇ ਹਾਂ, 10th ਤੋਂ ਬਾਅਦ +1 ਕਰਦੇ ਹਾਂ, +2 ਕਰਦੇ ਹਾਂ, ਯੂਨੀਵਰਸਿਟੀ 'ਚ ਜਾਣ ਲਈ ਆਪਾਂ ਕੀ ਦੇਣਾ? ਪੇਪਰ ਦੇਣਾ। ਇਹ ਸਾਰਾ ਕਿਵੇਂ ਇਵੋਲਵ ਹੋਏਗਾ? ਇਹ ਸਾਰਾ ਤੁਹਾਡਾ 1857 ਤੋਂ ਬਾਅਦ ਇਵੋਲਵ ਹੋਏਗਾ, ਠੀਕ ਹੈ ਜੀ। ਅੱਜ ਦੇ ਵਿੱਚ ਆਪਾਂ ਕੀ ਕਰਨਾ ਹੈ ਕਲਾਸ ਦੇ ਵਿੱਚ? ਸਿਰਫ 1857 ਤੱਕ ਦੀ ਐਜੂਕੇਸ਼ਨ ਸਿਸਟਮ ਜਿਹੜਾ ਸੀਗਾ ਕਿੰਨਾ ਇਵੋਲਵ ਹੋਏਗਾ ਇਹ ਦੇਖਾਂਗੇ। ਕਲੀਅਰ? ਹੁਣ ਇੱਥੇ ਵੁਡਸ ਡਿਸਪੈਚ ਜਿਹੜਾ ਸੀਗਾ 1854 ਚ ਆਏ, ਜ਼ਿਆਦਾ ਕੰਮ ਕਰ ਪਾਣਗੇ? ਇਹ ਬਿਲਕੁਲ ਨਹੀਂ ਕਰ ਪਾਣਗੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ 1857 ਦੇ ਵਿੱਚ ਕੀ ਹੋ ਜਾਏਗਾ? ਰਿਵੋਲਟ ਹੋ ਜਾਏਗਾ। ਤੇ ਰਿਵੋਲਟ ਤੋਂ ਬਾਅਦ ਈਸਟ ਇੰਡੀਆ ਕੰਪਨੀ ਤਾਂ ਖਾਲੀ ਖਤਮ, ਉਹਨਾਂ ਨੂੰ ਤਾਂ ਕੀ ਕਰ ਦਿੱਤਾ ਜਾਏਗਾ? ਆਪਾਂ ਜੇ ਕਰੀਏ ਕਿ ਉਹਨਾਂ ਨੂੰ ਲਿਕੁਇਡੇਟ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਤਾਂ ਸਾਰਾ ਕੀ ਚੱਲਣਾ ਹੈ? ਕਰਾਊਨ ਦਾ ਰੂਲ ਚੱਲਣਾ ਹੈ, ਠੀਕ ਹੈ ਜੀ। ਨੈਕਸਟ ਲਾਸਟ ਜਿਹੜੇ ਆਪਾਂ ਕਰਾਊਨ ਦਾ ਦੇਖਾਂਗੇ ਕਿ ਸਭ ਤੋਂ ਪਹਿਲੀ ਵਾਰ ਕਰਾਊਨ, ਬ੍ਰਿਟਿਸ਼ ਕਰਾਊਨ ਜਿਹੜਾ ਹੈ ਪਾਰਲੀਮੈਂਟ ਜੇ ਗੱਲ ਕਰੀਏ ਬ੍ਰਿਟਿਸ਼ਰਸ ਦੀ, ਤਾਂ ਉਹ ਇੰਡੀਆ ਦੀ ਐਜੂਕੇਸ਼ਨ ਬਾਰੇ ਕਦੋਂ ਦੇਖਣਗੇ? ਉਹ 1882 ਚ ਦੇਖਣਗੇ। ਉਹ ਆਪਾਂ ਪਹਿਲਾਂ ਮਾਡਰਨ ਹਿਸਟਰੀ ਜਿਹੜੀ ਹੈ ਆਪਣੀ 1947 ਤੱਕ ਦੀ ਨਿਬੇੜ ਕੇ ਫਿਰ 1857 ਵੁਡਸ ਡਿਸਪੈਚ ਤੋਂ ਅੱਗੇ ਐਜੂਕੇਸ਼ਨ ਕਿਵੇਂ ਇਵੋਲਵ ਹੋਈ ਉਹ ਡਿਸਕਸ ਕਰਾਂਗੇ। ਕਲੀਅਰ ਹੈ ਜੀ? ਚਲੋ ਜੀ ਨੈਕਸਟ ਚੱਲਦੇ ਹਾਂ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਇੱਥੇ ਸੋਸ਼ੋ ਰਿਲੀਜੀਅਸ ਰਿਫਾਰਮਸ। ਦੇਖੋ ਜੀ ਸਿੰਪਲ ਜੀ ਗੱਲ ਹੈ, ਬ੍ਰਿਟਿਸ਼ਰਸ ਜਿਹੜੇ ਨੇ ਸਾਨੂੰ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਨੇ, ਕਹਿਣਗੇ ਕਿ ਜੇ ਦੇਖੋ ਤੁਹਾਡੇ ਧਰਮ ਦੇ ਵਿੱਚ ਇਹ ਚੱਲ ਰਿਹਾ, ਤੁਹਾਡੇ ਧਰਮ ਦੇ ਵਿੱਚ ਉਹ ਚੱਲ ਰਿਹਾ। ਜੇ ਆਪਾਂ ਗੱਲ ਕਰੀਏ ਜਿਵੇਂ
ਕੀ ਚੱਲ ਰਿਹਾ ਹੋਵੇਗਾ। ਜੇ ਆਪਾਂ ਗੱਲ ਕਰੀਏ ਕਿ ਮਾਡਰਨ ਹਿਸਟਰੀ ਤੋਂ ਮਿਡੀਵਲ ਹਿਸਟਰੀ ਦੀ ਥੋੜੀ ਜਿਹੀ ਗੱਲ ਕਰ ਲਈਏ ਤਾਂ ਸਤੀ ਪ੍ਰਥਾ ਚੱਲ ਰਹੀ ਹੋਏਗੀ, ਬਿਲਕੁਲ ਚੱਲ ਰਹੀ ਹੈ। ਜੇ ਗੱਲ ਕਰੀਏ ਚਾਈਲਡ ਮੈਰਿਜ ਚੱਲਦੀਆਂ ਹੋਣਗੀਆਂ, ਚਾਈਲਡ ਮੈਰਿਜ ਵੀ ਚੱਲਦੀਆਂ ਹੋਣਗੀਆਂ। ਜੇ ਗੱਲ ਕਰੀਏ ਕਿ ਲੜਕੀਆਂ ਨੂੰ ਭਰੂਣ ਹੱਤਿਆ ਹੋ ਰਹੀ ਹੋਏਗੀ, ਬਿਲਕੁਲ ਹੋ ਰਹੀ ਹੋਏਗੀ। ਫੀਮੇਲ ਇਨਫੈਂਟੀਸਾਈਡ ਚੱਲ ਰਿਹਾ ਹੋਏਗਾ ਵਿਮਨ ਦੀ, ਕਿਉਂਕਿ ਜੇ ਗੱਲ ਕਰੀਏ ਨਾ ਆਪਾਂ ਕਿ ਵਿਮਨ ਦਾ ਸਟੇਟਸ ਮਿਡੀਵਲ ਹਿਸਟਰੀ ਤੋਂ ਲੈ ਕੇ ਮਾਡਰਨ ਹਿਸਟਰੀ ਤੱਕ, ਠੀਕ ਹੈ ਜੀ, ਕਾਫੀ ਜ਼ਿਆਦਾ ਕੀ ਰਹੇਗਾ, ਸਟੇਟਸ ਨੀਚੇ ਹੀ ਰਹੇਗਾ, ਡਿਕਲਾਈਨ ਹੀ ਹੋ ਰਿਹਾ। ਕਿਤੇ ਨਾ ਕਿਤੇ ਜਿਹੜੇ ਨੇ ਬ੍ਰਿਟਿਸ਼ਰਸ, ਜੇ ਆਪਾਂ ਉਹਨਾਂ ਦਾ ਆਪਾਂ ਗੱਲ ਕਰਦੇ ਹਾਂ ਕਿ ਬੁਰੀ ਚੀਜ਼ ਕਿ ਇਹਨਾਂ ਨੇ ਇਹ ਗਲਤ ਕੀਤਾ, ਇਹ ਗਲਤ ਕੀਤਾ, ਪਰ ਕਿਤੇ ਨਾ ਕਿਤੇ ਇੱਕ ਚੰਗੀ ਚੀਜ਼ ਵੀ ਕਰਕੇ ਜਾਣਗੇ। ਉਹ ਕਾਫੀ ਸਟੈਪ ਐਵੇਂ ਦੇ ਲੈ ਕੇ ਜਾਣਗੇ ਜਿਹੜੇ ਕਿ ਵਿਮਨ ਦੇ ਸਟੇਟਸ ਨੂੰ ਇੰਕਰੀਜ਼ ਵੀ ਕਰਨਗੇ, ਠੀਕ ਹੈ ਜੀ। ਜਿਵੇਂ ਆਪਾਂ ਗੱਲ ਕਰਦੇ ਹਾਂ ਵਿਲੀਅਮ ਬੈਂਟਿਕ ਦੀ, ਤਾਂ ਵਿਲੀਅਮ ਬੈਂਟਿਕ ਸਤੀ ਪ੍ਰਥਾ ਨੂੰ ਕੀ ਕਰਨਗੇ, ਬੰਦ ਕਰਨਗੇ, ਠੀਕ ਹੈ ਜੀ। ਐਵੇਂ ਹੀ ਬ੍ਰਿਟਿਸ਼ ਜਿਹੜੇ ਨੇ ਚਾਈਲਡ ਮੈਰਿਜ, ਚਾਈਲਡ ਦੇ ਉੱਪਰ ਮੈਰਿਜ ਜਿਹੜੀ ਆਪਾਂ ਕੀਤੀ ਜਾਂਦੀ ਹੈ ਤਾਂ ਉੱਥੇ ਏਜ ਵਧਾ ਦੇਣਗੇ ਕਿ 10 ਸਾਲ, 10 ਤੋਂ 12 ਸਾਲ, 12 ਤੋਂ 14 ਸਾਲ ਇੰਕਰੀਜ਼ ਕਰਨਗੇ ਕਿ ਮਿਨੀਮਮ ਇੰਨੀ ਏਜ ਹੋਏਗੀ ਤਾਂ ਹੀ ਵਿਆਹ ਕਰਨਾ ਹੈ, ਠੀਕ ਹੈ ਜੀ। ਜੇ ਗੱਲ ਕਰੀਏ ਕਿ ਫੀਮੇਲ ਇਨਫੈਂਟੀਸਾਈਡ, ਠੀਕ ਹੈ ਜੀ, ਚਾਈਲਡ ਸੈਕਰੀਫਾਈਸ, ਇਹਨਾਂ ਉੱਪਰ ਵੀ ਬ੍ਰਿਟਿਸ਼ਰ ਜਿਹੜੇ ਨੇ ਲਾਅ ਬਣਾ ਕੇ ਜਾਣਗੇ। ਤਾਂ ਕਿਤੇ ਨਾ ਕਿਤੇ ਜੇ ਆਪਾਂ ਬ੍ਰਿਟਿਸ਼ਰ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਕਿ ਸਾਨੂੰ ਲੁੱਟ ਕੇ ਲੈ ਗਏ, ਪਰ ਕਿਤੇ ਨਾ ਕਿਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਕੀ ਦੇਣਾ ਚਾਹੀਦਾ, ਫੇਵਰ ਵੀ ਦੇਣਾ ਚਾਹੀਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਰਿਫਾਰਮਸ ਵੀ ਲੈ ਕੇ ਆਏ। ਨੋ ਡਾਊਟ ਇਹ ਰਿਫਾਰਮਸ ਸਾਨੂੰ ਲੈ ਕੇ ਆਣੇ ਚਾਹੀਦੇ ਸੀ, ਇਹ ਰਿਫਾਰਮਸ ਜਿਹੜੇ ਨੇ ਸਾਨੂੰ ਲੈ ਕੇ ਆਣੇ ਚਾਹੀਦੇ ਸੀ। ਹੁਣ ਆਪਾਂ ਲਾਸਟ ਕਲਾਸ ਦੀ ਜੇ ਗੱਲ ਕਰਦੇ ਹਾਂ ਤਾਂ ਆਪਾਂ ਉਸ ਤੋਂ ਪਹਿਲਾਂ ਪੜ੍ਹ ਚੁੱਕੇ ਹਾਂ 1857 ਦਾ ਰਿਵੋਲਟ। ਹੁਣ 1857 ਦੇ ਰਿਵੋਲਟ ਆਪਾਂ ਸਾਰੇ ਪੜ੍ਹ ਚੁੱਕੇ ਹਾਂ। ਰਾਣੀ ਲక్ష్ਮੀ ਬਾਈ, ਆਪਾਂ ਜੇ ਗੱਲ ਕਰੀਏ ਨਾਨਾ ਸਾਹਿਬ, ਠੀਕ ਹੈ ਜੀ, ਮੰਗਲ ਪਾਂਡੇ, ਸਾਰੇ ਇਹਨਾਂ ਨੂੰ ਆਪਾਂ ਬੇਗਮ ਹਜ਼ਰਤ ਮਹਿਲ, ਇਹਨਾਂ ਸਭ ਨੂੰ ਪੜ੍ਹ ਚੁੱਕੇ ਹਾਂ, ਆਪਾਂ ਰਿਪੀਟ ਨਹੀਂ ਕਰ ਰਹੇ। ਕੁਐਸਚਨ ਇਹ ਆਉਂਦਾ ਹੈ ਕਿ ਕਈ ਵਾਰ ਕਿ ਬ੍ਰਿਟਿਸ਼ਰਸ ਨੂੰ ਜਿਹੜਾ ਜਿਵੇਂ ਪਟਿਆਲਾ ਆਫ ਮਹਾਰਾਜਾ, ਹੋਲਕਰ, ਸਿੰਧਿਆ, ਇਹਨਾਂ ਸਾਰਿਆਂ ਨੇ ਹੈਲਪ ਕੀਤੀ, ਠੀਕ ਹੈ ਜੀ। ਪਟਿਆਲਾ ਆਫ ਨਾਭਾ, ਇਹਨਾਂ ਨੇ ਹੈਲਪ ਕੀਤੀ, ਚੰਗੀ ਗੱਲ ਸੀ, ਕਿਉਂਕਿ ਕੋਈ ਵੀ ਇੰਡੀਆ ਵਾਸਤੇ ਨਹੀਂ ਸੀ ਲੜ ਰਿਹਾ, ਸਾਰੇ ਜਿਹੜੇ ਨੇ ਆਪਣੇ ਇੰਡੀਵਿਜੂਅਲ ਲਈ ਲੜ ਰਹੇ ਸੀ। ਪਰ ਜੇ ਗੱਲ ਕਰਾਂਗੇ 1857 ਦੇ ਰਿਵੋਲਟ ਦੇ ਵਿੱਚ ਤਾਂ ਮਿਡਲ ਕਲਾਸ ਕੀ ਕਰ ਰਹੀ ਸੀ। ਕੁਐਸਚਨ ਇਹ ਬਣਦਾ ਕਿ ਮਿਡਲ ਕਲਾਸ ਜਿਹੜੀ ਹੈ ਉਹਨੇ ਰਿਵੋਲਟ ਕੀਤਾ ਜਾਂ ਨਹੀਂ ਕੀਤਾ। ਇਹ ਕਿਹੜੀ ਮਿਡਲ ਕਲਾਸ ਹੈ? ਇਹ ਉਹੀ ਮਿਡਲ ਕਲਾਸ ਹੈ ਜਿਹਨੂੰ ਆਪਾਂ ਕਹਾਂਗੇ ਐਜੂਕੇਟਿਡ ਮਿਡਲ ਕਲਾਸ। ਹੁਣ ਐਜੂਕੇਟਿਡ ਕਿਹੜੀ ਹੈ? ਉਹੀ ਐਜੂਕੇਟਿਡ ਜਿਹੜੀ ਬ੍ਰਿਟਿਸ਼ਰਸ ਨੇ 1833 ਤੋਂ ਪਹਿਲਾਂ ਵੀ ਸ਼ੁਰੂ ਕੀਤੀ ਹੋਈ ਹੈ ਐਜੂਕੇਸ਼ਨ ਦੇਣੀ। ਕਿਉਂ? ਕਿਉਂਕਿ ਉਹਨਾਂ ਨੂੰ ਕਲੈਰੀਕਲ ਕੰਮ ਕਰਨ ਲਈ ਇੰਡੀਅਨਸ ਦੀ ਜ਼ਰੂਰਤ ਹੈ। ਉਹ ਇੰਗਲੈਂਡ ਤੋਂ ਬਾਰ-ਬਾਰ ਕਲੈਰੀਕਲ ਕੰਮ ਲਈ ਗੋਰਿਆਂ ਨੂੰ ਨਹੀਂ ਸੱਦ ਸਕਦੇ। ਹੁਣ ਕੁਐਸਚਨ ਇਹ ਬਣਦਾ ਹੈ ਕਿ ਉਹੀ ਇੰਡੀਅਨਸ ਜਿਹੜੇ ਐਜੂਕੇਟਿਡ ਇੰਡੀਅਨਸ ਨੇ ਉਹਨਾਂ ਨੂੰ ਥੋੜਾ ਤਾਂ ਬ੍ਰਿਟਿਸ਼ਰਸ ਦਾ ਆਪਾਂ ਕਹਿ ਸਕਦੇ ਕਿ ਕਿਵੇਂ ਇੰਡੀਅਨ ਲੁੱਟ ਰਹੇ ਇਸ ਬਾਰੇ ਤਾਂ ਪਤਾ ਹੈ, ਪਲੱਸ ਉਹਨਾਂ ਨੂੰ ਬ੍ਰਿਟਿਸ਼ਰਸ ਦੇ ਜਾਂ ਯੂਰਪ ਦੇ ਕਲਚਰ ਬਾਰੇ ਵੀ ਪਤਾ ਹੈ, ਉੱਥੇ ਦੀ ਰਾਈਟਸ ਬਾਰੇ ਵੀ ਪਤਾ ਹੈ। ਹੁਣ ਤੁਸੀਂ ਆਪ ਸੋਚੋ ਕਿ ਐਜੂਕੇਟਿਡ ਮਿਡਲ ਕਲਾਸ ਕੀ 1857 ਦੇ ਰਿਵੋਲਟ ਦੇ ਵਿੱਚ ਬ੍ਰਿਟਿਸ਼ਰਸ ਦਾ ਸਾਥ ਦੇਣਗੇ ਜਾਂ ਇੰਡੀਅਨਸ ਦਾ ਸਾਥ ਦੇਣਗੇ? ਜੇ ਦਿਲ ਤੋਂ ਸੋਚੀਏ ਤਾਂ ਇੰਡੀਅਨਸ ਦਾ ਹੀ ਸਾਥ ਦੇਣਾ ਚਾਹੀਦਾ ਸੀ, ਪਰ ਜੇ ਦਿਮਾਗ ਨਾਲ ਸੋਚੀਏ ਤਾਂ ਮੈਂ ਜੇ ਐਜੂਕੇਟਿਡ ਮਿਡਲ ਕਲਾਸ ਹੈ ਇਹਨੇ ਬ੍ਰਿਟਿਸ਼ਰਸ ਦਾ ਸਾਥ ਦਿੱਤਾ। ਕਿਉਂ ਦਿੱਤਾ ਹੋਵੇਗਾ ਇਹਨਾਂ ਨੇ ਸਾਥ? ਇਹਨਾਂ ਨੂੰ ਫਾਇਦਾ ਕੀ ਸੀ ਉਸਦਾ? ਕਿ ਇਹਨਾਂ ਨੂੰ ਨਹੀਂ ਸੀ ਦਿਖ ਰਿਹਾ ਕਿ ਬ੍ਰਿਟਿਸ਼ਰ ਨੂੰ ਇੱਥੋਂ ਦੀ ਹੁਣ ਆਜ਼ਾਦੀ ਆਪਾਂ ਲੈ ਸਕਦੇ ਹਾਂ, ਕਿਉਂਕਿ ਇਹਨਾਂ ਨੂੰ ਦਿਖ ਰਿਹਾ ਸੀ ਕਿ ਜਿਹੜੇ ਵੀ ਲੜ ਰਹੇ ਨੇ 1857 ਦੇ ਵਿੱਚ ਇਹ ਕੋਈ ਇੰਡੀਆ ਵਾਸਤੇ ਨਹੀਂ ਲੜ ਰਿਹਾ। ਜੇ ਇਹ ਜਿੱਤ ਵੀ ਗਏ, ਜੇ ਬਹਾਦਰ ਸ਼ਾਹ ਜਿੱਤ ਗਿਆ ਤਾਂ ਉਹਨੇ ਵਾਪਸ ਤੋਂ ਮੁਗਲ ਐਮਪਾਇਰ ਸ਼ੁਰੂ ਕਰ ਲੈਣਾ। ਤਾਂ ਜਦੋਂ ਮੁਗਲ ਐਮਪਾਇਰ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਬਹੁਤ ਜ਼ਿਆਦਾ ਤਰੱਕੀ ਹੋਏਗੀ, ਕਿ ਬਾਕੀ ਵੀ ਛੋਟੇ ਐਮਪਾਇਰ ਜਿਵੇਂ ਮਰਾਠਾਸ ਆ ਗਏ ਕਿ ਇਹ ਸ਼ਾਂਤ ਹੋ ਜਾਣਗੇ, ਰਾਣੀ ਲక్ష్ਮੀ ਬਾਈ ਸ਼ਾਂਤ ਹੋ ਜਾਏਗੀ? ਨਹੀਂ, ਇਹਨਾਂ ਨੇ ਫਿਰ ਆਪਸ ਚ ਲੜਨ ਲੱਗ ਜਾਣਾ। ਜਿਹੜੇ ਐਜੂਕੇਟਿਡ ਮਿਡਲ ਕਲਾਸ ਹੈ ਇਹ ਮੰਗ ਕੀ ਰਹੇ ਹੋਣਗੇ ਬ੍ਰਿਟਿਸ਼ਰ ਤੋਂ? ਇਹਨਾਂ ਨੇ ਦੇਖ ਲਿਆ ਕਿ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਰਿਲੀਜਨ ਦੇ ਵਿੱਚ ਕਿਤੇ ਨਾ ਕਿਤੇ ਕੀ ਨੇ, ਜੇ ਗੱਲ ਕਰੀਏ ਤਾਂ ਕੁਝ ਕਮੀਆਂ ਪੇਸ਼ੀਆਂ ਨੇ ਹੋਣਗੀਆਂ। ਬਿਲਕੁਲ ਉਹਨਾਂ ਦੇ ਸਾਹਮਣੇ ਸੀਗਾ ਸਤੀ ਪ੍ਰਥਾ, ਚਾਈਲਡ ਮੈਰਿਜ ਤੇ ਵਿਡੋਜ਼ ਦੀ ਰੀਮੈਰਿਜ। ਵਿਡੋਜ਼ ਨੂੰ ਵੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਕਿ ਦਬਾ ਕੇ ਰੱਖਿਆ ਜਾਂਦਾ ਸੀ, ਉਹਨਾਂ ਦੀ ਰੀਮੈਰਿਜ ਨਹੀਂ ਸੀ ਹੁੰਦੀ। ਤਾਂ ਇਹ ਜਿੰਨੀਆਂ ਵੀ ਕਮੀਆਂ ਸੀ ਕਿ ਇਹ ਜਿਹੜੇ ਐਜੂਕੇਟਿਡ ਮਿਡਲ ਕਲਾਸ ਇਹਨੂੰ ਨਹੀਂ ਸੀ ਦਿਖ ਰਹੀਆਂ, ਬਿਲਕੁਲ ਦਿਖ ਰਹੀਆਂ। ਤਾਂ ਇਹ ਕੀ ਚਾਹੁੰਦੇ ਨੇ? ਇਹ ਚਾਹੁੰਦੇ ਨੇ ਕਿ ਸੁਸਾਇਟੀ ਨੂੰ ਰਿਫਾਰਮ ਕੀਤਾ ਜਾਏ। ਇਹ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨੇ ਹਰ ਇੱਕ ਰਿਲੀਜਨ, ਹਿੰਦੂਇਜ਼ਮ ਚਾਹੇ ਸਿੱਖੀਜ਼ਮ ਚਾਹੇ ਇਸਲਾਮ ਚ ਨੇ, ਇਹਨਾਂ ਸਭ ਨੂੰ ਕੀ ਕੀਤਾ ਜਾਏ? ਠੀਕ ਕੀਤਾ ਜਾਏ। ਤਾਂ ਮਤਲਬ ਕਿ ਇੱਥੇ ਆਪਾਂ ਦੇਖਾਂਗੇ ਕਿ ਜਿਹੜੀ ਐਜੂਕੇਟਿਡ ਕਲਾਸ ਹੈ ਇਹਨੇ ਬ੍ਰਿਟਿਸ਼ਰ ਦਾ ਸਾਥ ਤਾਂ ਦਿੱਤਾ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਸੁਸਾਇਟੀ ਲਈ ਚੰਗੇ ਨੇ, ਠੀਕ ਹੈ ਜੀ। ਜੇ ਗੱਲ ਕਰਦੇ ਹਾਂ ਆਪਾਂ ਇੱਥੇ ਸੋਸ਼ਲ ਰਿਲੀਜੀਅਸ ਰਿਫਾਰਮਸ ਦੀ, ਤਾਂ ਇੱਥੇ ਆਪਣੇ ਕੋਲ ਦੋ ਵਰਡਸ ਆ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਰਿਫਾਰਮਿਜ਼ਮ ਤੇ ਰਿਵਾਈਵਲਿਜ਼ਮ। ਦੇਖੋ ਜੀ, ਇਹ ਦੋ ਵਰਡਸ ਜਿਹੜੇ ਨੇ ਆਪਣੇ ਬਹੁਤ ਈਜ਼ੀ ਨੇ, ਜ਼ਿਆਦਾ ਡਿਫਿਕਲਟ ਨਹੀਂ ਹੈਗੇ। ਆਪਣਾ ਇੱਕ ਰਿਲੀਜਨ ਹੈ, ਕੋਈ ਵੀ ਰਿਲੀਜਨ ਹੈ, XYZ ਰਿਲੀਜਨ ਹੈ, ਠੀਕ ਹੈ ਜੀ। ਹੁਣ ਇਸ ਰਿਲੀਜਨ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਨੇ, ਇਸ ਰਿਲੀਜਨ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਨੇ, ਕੁਝ ਚੰਗੀਆਂ ਚੀਜ਼ਾਂ ਨੇ, ਕੁਝ ਮਾੜੀਆਂ ਵੀ ਨੇ। ਉਹ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੈਂ ਕੀ ਕਰਨਾ ਹੈ? ਆਪਣੇ ਰਿਲੀਜਨ ਚੋਂ ਆਊਟ ਕਰਨਾ ਹੈ। ਉਸ ਨੂੰ ਕੀ ਕਰਨਾ ਹੈ? ਆਪਣੇ ਰਿਲੀਜਨ ਚੋਂ ਆਊਟ ਕਰਨਾ ਹੈ, ਠੀਕ ਹੈ ਜੀ। ਤਾਂ ਇਸ ਨੂੰ ਆਪਾਂ ਕੀ ਕਰ ਰਹੇ ਹਾਂ?
ਤਾਂ ਇੱਥੇ ਆਪਣੇ ਹੋ ਰਹੀਆਂ ਰਿਫਾਰਮਸ। ਠੀਕ ਹੈ ਜੀ, ਹੁਣ ਦੇਖੋ ਸਿੰਪਲ ਜੇ ਗੱਲ ਕਰੀਏ ਹਿੰਦੂਇਜ਼ਮ ਦੀ, ਠੀਕ ਹੈ ਜੀ, ਹਿੰਦੂਇਜ਼ਮ ਰਿਲੀਜਨ ਦੀ ਗੱਲ ਕਰਦੇ ਹਾਂ। ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਕਾਸਟ ਸਿਸਟਮ ਵੀ ਹੈ, ਵਰਨ ਸਿਸਟਮ ਵੀ ਹੈ। ਜੇ ਗੱਲ ਕਰਾਂਗੇ ਆਪਾਂ ਤਾਂ ਇਹਦੇ ਵਿੱਚ ਆਪਾਂ ਨੂੰ ਸਤੀ ਪ੍ਰਥਾ ਵਾਲਾ ਕਨਸੈਪਟ ਵੀ ਦੇਖਣ ਨੂੰ ਮਿਲ ਜਾਏਗਾ। ਹੁਣ ਕੁਝ ਲੋਕ ਹੋਣਗੇ, ਕੁਝ ਐਜੂਕੇਟਿਡ ਮਿਡਲ ਕਲਾਸ ਹੋਏਗੀ, ਕੁਝ ਪੜ੍ਹੇ ਲਿਖੇ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਰਿਲੀਜਨ ਵਧੀਆ, ਨੋ ਡਾਊਟ ਰਿਲੀਜਨ ਵਧੀਆ, ਪਰ ਇਹਦੇ ਵਿੱਚ ਕੁਝ ਕਮੀਆਂ ਨੇ, ਇਹਨਾਂ ਨੂੰ ਕੀ ਕੀਤਾ ਜਾਏ, ਠੀਕ ਕੀਤਾ ਜਾਏ, ਮਤਲਬ ਕਿ ਰਿਲੀਜਨ ਨੂੰ ਰਿਫਾਰਮ ਕੀਤਾ ਜਾਏ। ਠੀਕ ਹੈ ਜੀ, ਪਰ ਕੁਝ ਲੋਕ ਐਵੇਂ ਦੇ ਹੋਣਗੇ ਕਹਿਣਗੇ ਕਿ ਜਿਹੜਾ ਇਹ ਕੁਝ ਕਮੀਆਂ ਨੇ, ਕੁਝ ਆਈਡੀਅਲਸ ਨੇ, ਠੀਕ ਹੈ ਜੀ, ਜੋ ਚੀਜ਼ਾਂ ਨਹੀਂ ਚੰਗੀਆਂ ਸਾਡੇ ਰਿਲੀਜਨ 'ਚ, ਇਹ ਕਿਉਂ ਨਹੀਂ ਚੰਗੀਆਂ, ਤਾਂ ਕੁਝ ਕਰਪਸ਼ਨ ਹੋਈ ਹੈ, ਤਾਂ ਸਾਡਾ ਜਿਹੜਾ ਰਿਲੀਜਨ ਸੀ ਤਾਂ ਅਸੀਂ ਕਿੱਥੇ ਜਾਣਾ ਹੈ, ਪਿੱਛੇ ਜਾਣਾ ਹੈ। ਅਸੀਂ ਆਪਣਾ ਜਿਹੜਾ ਪੁਰਾਣਾ ਰਿਲੀਜਨ ਸੀਗਾ ਬਿਲਕੁਲ ਸਹੀ ਸੀ, ਜਿਹਦੇ 'ਚ ਕੋਈ ਵੀ ਆਪਾਂ ਕਹਿ ਸਕਦੇ ਕਮੀਆਂ ਪੇਸ਼ੀਆਂ ਨਹੀਂ ਸੀ, ਉਹਨੂੰ ਰਿਵਾਈਵ ਕਰਨਾ ਹੈ। ਠੀਕ ਹੈ ਜੀ, ਤਾਂ ਇੱਥੇ ਆਪਾਂ ਦੇਖਾਂਗੇ ਕਿ ਦੋ ਤਰ੍ਹਾਂ ਦੇ ਆਪਾਂ ਨੂੰ ਕੀ ਮਿਲਣਗੇ। ਜੇ ਗੱਲ ਕਰੀਏ ਐਕਟਿਵਿਸਟ ਦੇਖਣ ਨੂੰ ਮਿਲ ਜਾਣਗੇ। ਕੁਝ ਕਹਿਣਗੇ ਕਿ ਰਿਲੀਜਨ ਜਿਹੜਾ ਪੁਰਾਣਾ ਸੀ ਉਹਨੂੰ ਲੈ ਕੇ ਆਉਂਦੇ ਆ, ਉਹਨੂੰ ਰਿਵਾਈਵ ਕਰਦੇ ਆ। ਕੁਝ ਕਹਿਣਗੇ ਕਿ ਨਹੀਂ ਇਹੀ ਠੀਕ ਹੈ, ਇਹਦੇ ਵਿੱਚ ਸਾਨੂੰ ਰਿਫਾਰਮਸ ਚਾਹੀਦੇ ਨੇ। ਕਲੀਅਰ, ਤਾਂ ਇੱਥੇ ਆਪਾਂ ਦੇਖਾਂਗੇ ਰਿਫਾਰਮਿਸਟ, ਰਿਵਾਈਵਲਿਸਟ। ਇਸ ਤੋਂ ਇਲਾਵਾ ਵੀ ਕੁਝ ਹੋ ਸਕਦੇ ਨੇ ਹੋਰ ਲੋਕ। ਹੋਰ ਕੀ ਹੋ ਸਕਦਾ ਹੈ? ਸਿੰਪਲ ਜੀ ਗੱਲ ਹੈ, ਜੇ ਗੱਲ ਕਰੀਏ ਆਪਾਂ ਰਿਐਕਸ਼ਨ ਦੀ, ਸਾਰਿਆਂ ਦੀ ਸੇਮ ਰਿਐਕਸ਼ਨ ਨਹੀਂ ਹੋ ਸਕਦੀ। ਕੋਈ ਵੀ ਗੱਲ ਹੋਏਗੀ, ਕੋਈ ਐਕਸੀਡੈਂਟ ਹੁੰਦਾ ਹੈ, ਕੋਈ ਕਿਸੇ ਨੇ ਆਪਾਂ ਕਹਿ ਸਕਦੇ ਕਿਸੇ ਨੇ ਕਿਸੇ ਨੂੰ ਮੁੱਕਾ ਮਾਰਤਾ, ਕੁਝ ਵੀ ਕਰਤਾ, ਕਿ ਸਾਰਿਆਂ ਦੀ ਰਿਐਕਸ਼ਨ ਸੇਮ ਹੋਏਗੀ? ਕੋਈ ਸ਼ਾਂਤ ਰਹੇਗਾ, ਕੋਈ ਨਾਲ ਦੀ ਨਾਲ ਵਾਪਿਸ ਮਾਰ ਦੇਗਾ, ਕੋਈ ਸੋਚਣ ਲੱਗ ਜਾਏਗਾ ਤੇ ਅੱਧੇ ਘੰਟੇ ਬਾਅਦ ਮਾਰੇਗਾ। ਰਿਐਕਸ਼ਨ ਇੰਡੀਵਿਜੂਅਲ ਸਭ ਦੀ ਕੀ ਹੋਏਗੀ, ਅਲੱਗ-ਅਲੱਗ ਹੋਏਗੀ। ਸੇਮ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸੋਸਾਇਟੀ ਹੈ, ਸੋਸਾਇਟੀ ਦੇ ਵਿੱਚ ਚੀਜ਼ਾਂ ਠੀਕ ਨਹੀਂ ਆ ਗਈਆਂ ਆਪਣੀ, ਤਾਂ ਲੋਕੀ ਕੀ ਕਰ ਰਹੇ ਨੇ, ਲੋਕੀ ਅਲੱਗ-ਅਲੱਗ ਰਿਐਕਸ਼ਨ ਦੇ ਰਹੇ ਨੇ। ਜਿਹੜੇ ਪੜ੍ਹ ਚੁੱਕੇ ਨੇ, ਜਿਹੜੇ ਥੋੜੇ ਜਿਹੇ ਐਜੂਕੇਟ ਹੋ ਗਏ, ਉਹ ਕੀ ਦੇ ਰਹੇ ਨੇ, ਰਿਐਕਸ਼ਨ ਦੇ ਰਹੇ ਨੇ। ਕੁਝ ਰਿਫਾਰਮਿਸਟ ਬਣ ਜਾਣਗੇ, ਕੁਝ ਰਿਵਾਈਵਲਿਸਟ ਬਣ ਜਾਣਗੇ। ਕੁਝ ਕਹਿਣਗੇ ਕਿ ਇਹ ਜਿਹੜਾ ਸਾਡਾ ਧਰਮ ਹੈ, ਇਹਨੂੰ ਪੁਰਾਣੇ ਧਰਮ ਜਿਹੜਾ ਸਾਡਾ ਅਸਲੀ ਓਰੀਜਨਲ ਸੀਗਾ ਉਹਦੇ ਨੂੰ ਕੀ ਲੈ ਕੇ ਆਉਂਦੇ ਆ। ਕੁਝ ਕਹਿਣਗੇ ਕਿ ਨਹੀਂ ਸਾਡਾ ਧਰਮ ਠੀਕ ਹੈ, ਇਹਦੇ ਵਿੱਚ ਕੁਝ ਰਿਫਾਰਮਸ ਕਰਨ ਵਾਲੇ ਨੇ, ਅਸੀਂ ਉਹ ਕਰ ਦੇਣੇ। ਪਰ ਕੁਝ ਲੋਕ ਹੋਰ ਵੀ ਹੋਣਗੇ, ਕਹਿਣਗੇ ਕਿ ਛੱਡੋ, ਅਸੀਂ ਆਪਣਾ ਹੀ ਧਰਮ ਲਿਆਉਂਦੇ ਹਾਂ। ਅਸੀਂ ਕੀ ਕਰਦੇ ਆ, ਇਹ ਧਰਮ ਠੀਕ ਹੀ ਨਹੀਂ ਹੋ ਸਕਦਾ, ਅਸੀਂ ਕੀ ਕਰਦੇ ਆ, ਬ੍ਰਿਟਿਸ਼ਰਸ ਦਾ ਹੀ ਸਾਰਾ ਕਲਚਰ, ਬ੍ਰਿਟਿਸ਼ਰਸ ਦਾ ਹੀ ਟੋਟਲ ਕਲਚਰ ਜਿਹੜਾ ਹੈਗਾ ਉਹਨੂੰ ਲਿਆਉਂਦੇ ਆ। ਇਹ ਵੀ ਤਾਂ ਹੋ ਸਕਦਾ ਹੈ। ਇਵੇਂ ਦੀ ਰਿਐਕਸ਼ਨ ਕੀ ਕਹਿੰਦੇ ਆਪਾਂ, ਇਹਨੂੰ ਕਹਿੰਦੇ ਐਕਸਟ੍ਰੀਮ ਰਿਐਕਸ਼ਨ। ਜਿਹੜੇ ਐਕਸਟ੍ਰੀਮ ਹੀ ਚਲੇ ਗਏ, ਕਹਿੰਦੇ ਛੱਡੋ ਜੀ ਇਹਨੇ ਠੀਕ ਨਹੀਂ ਹੋਣਾ, ਅਸੀਂ ਕੀ ਕਰਦੇ ਹਾਂ, ਅੰਗਰੇਜ਼ਾਂ ਦਾ ਸਭ ਠੀਕ ਹੈ, ਚਲੋ ਜੀ ਅਸੀਂ ਅੰਗਰੇਜ਼ਾਂ ਨੂੰ ਹੀ ਅਪਣਾ ਲੈਣਾ। ਇਵੇਂ ਦੀ ਰਿਐਕਸ਼ਨ ਵੀ ਆਪਾਂ ਪੜਾਂਗੇ। ਠੀਕ ਹੈ ਜੀ, ਇਹ ਸਾਰੇ ਆਪਾਂ ਕਿਹਦੇ ਵਿੱਚ ਪੜ੍ਹਦੇ ਹਾਂ, ਇਹ ਸਾਡਾ ਟੌਪਿਕ ਚੱਲਦਾ ਹੈ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਠੀਕ ਹੈ ਜੀ, ਦੇਖੋ ਜੀ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆਪਾਂ, ਹੁਣ ਤੁਸੀਂ ਰਿਫਾਰਮ ਕਰਨੇ ਨੇ ਆਪਣੀ ਸੁਸਾਇਟੀ ਦੇ ਵਿੱਚ, ਜੋ ਵੀ ਗਲਤ ਚੀਜ਼ਾਂ ਚੱਲ ਰਹੀਆਂ ਉਹਨਾਂ 'ਚ ਰਿਫਾਰਮਸ ਲੈ ਕੇ ਆਣੇ ਨੇ। ਤੁਹਾਨੂੰ ਸਭ ਤੋਂ ਪਹਿਲਾਂ ਕੀ ਚੀਜ਼ ਚਾਹੀਦੀ ਹੈ? ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇੱਕ ਕੀ ਬਣਾਓਗੇ, ਸੁਸਾਇਟੀ ਬਣਾਓਗੇ। ਤੁਸੀਂ ਪੜ੍ਹੇ ਲਿਖੇ ਹੋ, ਬਾਕੀ ਜਿਹੜੇ ਆਸੇ-ਪਾਸੇ ਪੜ੍ਹੇ ਲਿਖੇ ਲੋਕ ਨੇ ਉਹ ਕੀ ਕਰਨਗੇ, ਮਿਲ ਕੇ ਇੱਕ ਸੁਸਾਇਟੀ ਬਣਾਉਣਗੇ। ਉਹ ਸੁਸਾਇਟੀ ਦਾ ਕੰਮ ਕੀ ਹੋਏਗਾ ਕਿ ਜੋ ਵੀ ਗਲਤ ਚੀਜ਼ਾਂ ਸੁਸਾਇਟੀ 'ਚ ਚੱਲ ਰਹੀਆਂ ਉਹ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਇਹ ਚੀਜ਼ ਨਾ ਕਰੋ। ਕਲੀਅਰ, ਤਾਂ ਆਪਾਂ ਇੱਥੇ ਦੇਖਦੇ ਹਾਂ ਕਿ ਬ੍ਰਹਮੋ ਸਮਾਜ ਬਣਾਈ ਜਾਏਗੀ। ਹੁਣ ਬ੍ਰਹਮੋ ਸਮਾਜ ਬਣਾਉਣਗੇ ਕੌਣ? ਤਾਂ ਸਾਹਮਣੇ ਫੋਟੋ ਤੁਸੀਂ ਦੇਖ ਰਹੇ ਹੋ, ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ ਪੜ੍ਹੇ ਲਿਖੇ ਸੀ, ਸੁਸਾਇਟੀ ਨੂੰ ਜਾਣਦੇ ਸੀ। ਇਹਨਾਂ ਨੂੰ ਦਿਖ ਰਿਹਾ ਕਿ ਸੁਸਾਇਟੀ ਦੇ ਵਿੱਚ ਗਲਤ ਚੀਜ਼ਾਂ ਹੋ ਰਹੀਆਂ, ਤਾਂ ਇਹ ਕੀ ਕਹਿਣਗੇ, ਉਹਦੇ ਖਿਲਾਫ ਸ਼ੁਰੂ ਕਰਨਗੇ, ਆਪਾਂ ਕਹਿ ਸਕਦੇ ਇੱਕ ਮੁਹਿੰਮ। ਠੀਕ ਹੈ ਜੀ, ਇਹ ਨਹੀਂ ਕਿ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ, ਬਾਅਦ ਕਿਉਂ ਨਹੀਂ ਕੀਤੀ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰਾਜਾ ਰਾਮ ਮੋਹਨ ਰਾਏ ਜੀ ਦੀ ਜਿਹੜੇ ਸਿਸਟਰ ਸੀ ਉਹਨਾਂ ਨੂੰ ਸਤੀ ਪਰਫਾਰਮ ਕਰਨੀ ਪਈ ਸੀ। ਉਹ ਦੇਖਦੇ ਹੋਏ ਇਹ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਇਹ ਭਾਵੁਕ ਹੋ ਜਾਣਗੇ ਤੇ ਸੋਚਣਗੇ ਕਿ ਨਹੀਂ ਹੁਣ ਸਤੀ ਦੇ ਅਗੇਂਸਟ ਤਾਂ ਆਪਾਂ ਕੀ ਕਰਾਂਗੇ, ਇੱਕ ਮੋਰਚਾ ਖੋਲ੍ਹਣਾ ਹੀ ਖੋਲ੍ਹਣਾ। ਸੁਸਾਇਟੀ ਬਣਾਉਣਗੇ ਬ੍ਰਹਮੋ ਸਮਾਜ ਤੇ ਲੋਕਾਂ ਨੂੰ ਅਵੇਅਰ ਕਰਨਗੇ ਘਾਟ ਜਾ ਕੇ, ਜਿੱਥੇ ਵੀ ਸਤੀ ਪਰਫਾਰਮ ਹੋ ਰਹੀ ਹੋਏਗੀ, ਕਿ ਇਹ ਚੀਜ਼ ਗਲਤ ਹੈ। ਠੀਕ ਹੈ ਜੀ, ਚਲੋ ਜੀ ਗੱਲ ਕਰਦੇ ਹਾਂ ਬ੍ਰਹਮੋ ਸਮਾਜ ਦੀ। ਤਾਂ ਬ੍ਰਹਮੋ ਸਮਾਜ ਕਿਉਂ ਬਣਾਇਆ ਜਾਏਗਾ? ਤਾਂ ਬ੍ਰਹਮੋ ਸਮਾਜ ਵਾਸ ਏਮਡ ਟੂ ਪਿਊਰੀਫਾਈ ਦੀ ਹਿੰਦੂਇਜ਼ਮ। ਠੀਕ ਹੈ ਜੀ, ਤੇ ਪ੍ਰੀਚ ਕੀ ਕਰਨਗੇ, ਮੋਸਟ ਇੰਪੋਰਟੈਂਟ ਜਿੱਥੋਂ ਕੁਐਸਚਨ ਪੈਂਦਾ ਹੈ ਕਿ ਬ੍ਰਹਮੋ ਸਮਾਜ ਕਹਿਣਾ ਕੀ ਚਾਹੁੰਦਾ ਹੈ, ਤਾਂ ਬ੍ਰਹਮੋ ਸਮਾਜ ਕਹੇਗਾ ਮੋਨੋਥੀਜ਼ਮ। ਠੀਕ ਹੈ ਜੀ, ਮੋਨੋਥੀਜ਼ਮ ਦਾ ਮਤਲਬ ਇੱਕ ਭਗਵਾਨ। ਇਹ ਕਹਿਣਗੇ ਕਿ ਇੱਕ ਭਗਵਾਨ ਨੂੰ ਮੰਨੋ, ਅਲੱਗ-ਅਲੱਗ ਭਗਵਾਨਾਂ ਨੂੰ ਨਾ ਮੰਨੋ, ਅਲੱਗ-ਅਲੱਗ ਰੱਬ ਨੂੰ ਨਾ ਮੰਨੋ, ਇੱਕ ਰੱਬ ਨੂੰ ਮੰਨੋ। ਕਲੀਅਰ, ਤੇ ਕਰਨਾ ਕੀ ਚਾਹੁੰਦਾ ਬ੍ਰਹਮੋ ਸਮਾਜ? ਜਿੰਨੇ ਵੀ ਇਲ ਪ੍ਰੈਕਟਿਸਿਸ ਨੇ ਸਾਡੀ ਸੁਸਾਇਟੀ ਦੇ ਵਿੱਚ, ਇਹਨਾਂ ਨੂੰ ਰਿਮੂਵ ਕਰਨ ਦੀ ਗੱਲ ਕਰ ਰਿਹਾ। ਠੀਕ ਹੈ ਜੀ, ਜਿੰਨੇ ਵੀ ਵਹਿਮ ਭਰਮ ਫੈਲੇ ਹੋਏ ਨੇ ਸੁਸਾਇਟੀ ਦੇ ਵਿੱਚ, ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਬ੍ਰਹਮੋ ਸਮਾਜ ਦੇ ਦੁਆਰਾ। ਫਾਊਂਡ ਕੌਣ ਕਰ ਰਹੇ ਨੇ? ਰਾਜਾ ਰਾਮ ਮੋਹਨ ਰਾਏ। ਠੀਕ ਹੈ ਜੀ, ਚਲੋ ਜੀ ਨੈਕਸਟ ਗੱਲ ਕਰਦੇ ਹਾਂ ਆਪਾਂ ਬ੍ਰਹਮੋ ਸਮਾਜ। ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਇਹ ਸ਼ੁਰੂ ਕਰਨਗੇ ਕੈਂਪੇਨ ਅਗੇਂਸਟ ਦੀ ਸਤੀ ਦੇ ਅਗੇਂਸਟ। ਠੀਕ ਹੈ ਜੀ, ਚਾਈਲਡ ਮੈਰਿਜ ਦੇ ਅਗੇਂਸਟ, ਫੀਮੇਲ ਇਨਫੈਂਟੀਸਾਈਡ ਦੇ ਅਗੇਂਸਟ। ਇਹ ਸਾਰੀਆਂ ਜੋ ਵੀ ਆਪਾਂ ਕਹਿ ਸਕਦੇ ਹਾਂ ਕਿ ਗਲਤ ਚੀਜ਼ਾਂ ਸਾਡੀ ਸੁਸਾਇਟੀ ਚੱਲ ਰਹੀਆਂ ਸੀ, ਉਹਦੇ ਅਗੇਂਸਟ ਕੀ ਕੀਤਾ ਜਾਏਗਾ, ਇੱਕ ਕੈਂਪੇਨ ਸ਼ੁਰੂ ਕੀਤਾ ਜਾਏਗਾ। ਠੀਕ ਹੈ ਜੀ, ਹੁਣ ਕੀ ਸਾਡੇ ਲਈ ਸੋਸ਼ਲ ਰਿਲੀਜੀਅਸ ਮੂਵਮੈਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਨਾਮ ਹੈ ਰਾਜਾ ਰਾਮ ਮੋਹਨ ਰਾਏ। ਕੀ ਇਹਨਾਂ ਦੇ ਵਾਸਤੇ ਅਸੀਂ ਹੋਰ 2-3 ਪੁਆਇੰਟਸ ਨਹੀਂ ਯਾਦ ਕਰ ਸਕਦੇ? ਸਾਡੀ ਸੁਸਾਇਟੀ ਲਈ ਇਹਨਾਂ ਕੁਝ ਕਰਕੇ ਜਾ ਰਹੇ ਨੇ,
ਤੁਸੀਂ ਪੇਪਰ ਲਈ 2 ਪੁਆਇੰਟਸ ਇਹਨਾਂ ਦੇ ਐਕਸਟਰਾ ਯਾਦ ਨਹੀਂ ਕਰ ਸਕਦੇ ਕਿ ਐਗਜ਼ਾਮੀਨਰ ਨਹੀਂ ਪੁੱਛ ਸਕਦਾ, ਬਿਲਕੁਲ ਪੁੱਛ ਸਕਦਾ ਹੈ। ਤਾਂ ਇਹਨਾਂ ਦੇ 2-3 ਪੁਆਇੰਟਸ ਜਿਹੜੇ ਬਾਰ-ਬਾਰ ਕੁਐਸਚਨ ਪੁੱਛੇ ਜਾਂਦੇ ਨੇ ਪੰਜਾਬ ਦੇ, ਉਹ ਆਪਾਂ ਯਾਦ ਕਰਦੇ ਹਾਂ। ਦੇਖੋ ਜੀ, ਜੇ ਗੱਲ ਕਰੀਏ ਆਪਾਂ ਰਾਜਾ ਰਾਮ ਮੋਹਨ ਰਾਏ ਦੀ, ਤਾਂ ਇਹ ਕੀ ਕਰਨਗੇ, ਬੁੱਕ ਲਿਖਣਗੇ, ਵੈਰੀ ਇੰਪੋਰਟੈਂਟ, ਬਾਰ-ਬਾਰ ਪੁੱਛੀ ਗਈ ਬੁੱਕ ਹੈ, गिफ्ट ऑफ मोनोथिस्ट। ठीक है जी, याद रखियो, गिफ्ट ऑफ मोनोथिस्ट जो बुक है किन्होंने लिखी है, राजा राम मोहन राय। या फिर इसका दूजा नाम याद रख लो, तुफात उल मुहावदीन। ठीक है जी, तुफात उल मुहावदीन, या फिर नाम याद रखियो गिफ्ट ऑफ मोनोथिस्ट। बुक्स केड़ी है, कौन लिख रहे ने, राजा राम मोहन राय लिख रहे ने। ठीक है जी, तो पहले बंदे होंगे जेडे एंटी सती स्ट्रगल शुरू कर रहे हैं कदों 1818 ਦੇ ਵਿੱਚ। क्लीयर, चलो जी, ਹੁਣ ਆਪਾਂ ਕਹਿ ਚੁੱਕੇ ਕਿ ਇਹ ਕੌਣ ਹੋਣਗੇ, ਕਿਤੇ ਨਾ ਕਿਤੇ ਐਜੂਕੇਟਿਡ ਮਿਡਲ ਕਲਾਸ ਚੋਂ ਨੇ। एजुकेटेड मिडिल क्लास नहीं तो अपर क्लास तो है ही है। ठीक है जी, जिन्होंने अंग्रेजा ने पढ़ाया, क्योंकि टाइम केड़ा चल रहा है, देखो 1818 का चल रहा है। ठीक है जी, किते ना किते जेडे एंग्लिश ने इस दौर दे विच काफी ज्यादा सतर्क होंगे। ठीक है जी, नेक्स्ट देखो जी की करनगे, इंपॉर्टेंट पॉइंट, इन्होंने मिलकर डेविड हेयर दे नाल की बनाया, एक कॉलेज बनाया, हिंदू कॉलेज, कित्थे बनाया, कलकत्ता दे विच। ठीक है जी, कदों बनाया, 1817 दे विच। खुद पढ़े लिखे ने, बाकियां नूं भी की करनगे, पढ़न लई उत्साह करनगे। ठीक है जी, नेक्स्ट मोस्ट इंपॉर्टेंट पॉइंट, ਹੁਣ ਦੇਖੋ ਜੀ, ਇੱਥੇ ਪਤਾ ਚੱਲਦਾ ਕਿ ਲੇਟਰ ਮੁਗਲਸ ਕਿੰਨੇ ਕੁ ਪਾਵਰਫੁਲ ਸੀ। ਲੜ ਪਿਆ ਸੀ ਨਾ ਸ਼ਾਹ ਆਲਮ ਟੂ ਬੈਟਲ ਆਫ ਬਕਸਰ ਦੇ ਵਿੱਚ, ਹਾਰ ਗਏ ਸੀ। ਇਲਾਹਾਬਾਦ ਦੀ ਟ੍ਰੀਟੀ ਹੋ ਗਈ, ਉਸ ਤੋਂ ਬਾਅਦ ਕੁਝ ਨਹੀਂ ਦੇਖਣ ਨੂੰ ਮਿਲਿਆ। ਮੁਗਲਸ ਤਾਂ ਆਪਾਂ ਪੜ੍ਹੇ ਹੀ ਨਹੀਂ, ਉਸ ਤੋਂ ਬਾਅਦ ਸਿਰਫ ਪੜ੍ਹੇ ਹੀ ਅੰਗਰੇਜ਼ ਨੇ। ਹੁਣ ਦੇਖੋ ਜੀ, ਕਿਉਂ ਇਹ ਪੜ੍ਹਦੇ ਆਪਾਂ ਅੰਗਰੇਜ਼ਾਂ ਬਾਰੇ, ਬ੍ਰਿਟਿਸ਼ਰ ਬਾਰੇ, ਮੁਗਲਸ ਬਾਰੇ ਕਿਉਂ ਨਹੀਂ ਪੜ੍ਹਦੇ? ਤਾਂ ਜਿਹੜੇ ਰਾਜਾ ਰਾਮ ਮੋਹਨ ਰਾਏ ਨੇ, ਰਾਜਾ ਰਾਮ ਮੋਹਨ ਰਾਏ, ਇਹਨਾਂ ਦਾ ਨਾਮ ਕੀ ਸੀ? ਇਹਨਾਂ ਦਾ ਅਸਲ 'ਚ ਨਾਮ ਸੀਗਾ ਰਾਮ ਮੋਹਨ ਰਾਏ। ਮਤਲਬ ਕਿ ਇਹਨਾਂ ਨੂੰ ਆ ਰਾਜਾ ਦਾ ਜਿਹੜਾ ਸੀਗਾ, ਇਹ ਕੀ ਦਿੱਤਾ ਗਿਆ, ਟਾਈਟਲ ਦਿੱਤਾ ਗਿਆ। ਤਾਂ ਇਹ ਟਾਈਟਲ ਦਿੱਤਾ ਕਿਹਨਾਂ ਨੇ ਹੈ? ਤਾਂ ਜਿਹੜਾ ਟਾਈਟਲ ਸੀ ਇਹ ਅਕਬਰ 2 ਨੇ ਦਿੱਤਾ ਸੀ। ਯਾਦ ਰੱਖਿਓ, ਇਹ ਟਾਈਟਲ ਕਿਹਨਾਂ ਨੇ ਦਿੱਤਾ ਸੀ? ਅਕਬਰ 2 ਨੇ ਦਿੱਤਾ ਸੀ। ਕਿਉਂ ਦਿੱਤਾ ਸੀ ਅਕਬਰ 2 ਨੇ? ਕਿਉਂਕਿ ਅਕਬਰ 2 ਦੀ ਪੈਨਸ਼ਨ ਘੱਟ ਸੀ। ਹੁਣ ਅਕਬਰ 2 ਬ੍ਰਿਟਿਸ਼ਰਸ ਨਾਲ ਗੱਲ ਕਿਵੇਂ ਕਰੇ? ਬ੍ਰਿਟਿਸ਼ਰ ਬੋਲਦੇ ਨੇ ਅੰਗਰੇਜ਼ੀ, ਕੌਣ ਬੋਲੇ ਜੀ ਇੰਗਲਿਸ਼? ਤਾਂ ਉਹ ਕਹਿਣਗੇ ਜੀ ਰਾਮ ਮੋਹਨ ਰਾਏ ਨੂੰ ਲੈ ਕੇ ਆਓ। ਫਿਰ ਰਾਮ ਮੋਹਨ ਰਾਏ ਨੂੰ ਟਾਈਟਲ ਦੇਣਗੇ ਰਾਜਾ, ਤਾਂ ਕਹਿਣਗੇ ਕਿ ਸਰ ਮੇਰੀ ਪੈਨਸ਼ਨ ਵਧਵਾ ਦਿਓ। ਇਹ ਤਾਂ ਹਾਲ ਸੀ, ਆਪਾਂ ਕਹਿ ਸਕਦੇ ਲੇਟਰ ਮੁਗਲਸ ਦਾ, ਤਾਂ ਹੀ ਇਹਨਾਂ ਬਾਰੇ ਆਪਾਂ ਜ਼ਿਆਦਾ ਪੜ੍ਹਦੇ ਵੀ ਨਹੀਂ। ਕਲੀਅਰ, ਚਲੋ ਜੀ ਨੈਕਸਟ ਚੱਲਦੇ ਹਾਂ ਜੀ ਅੱਗੇ। ਉਸ ਤੋਂ ਇਲਾਵਾ ਜੇ ਗੱਲ ਕਰੀਏ ਆਪਾਂ ਰਾਜਾ ਰਾਮ ਮੋਹਨ ਰਾਏ ਦੀ, ਤਾਂ ਆਪਾਂ ਦੇਖਾਂਗੇ ਇਹਨਾਂ ਦੀ ਬੁੱਕ ਹੈਗੀ ਹੈ ਸੰਵਾਦ ਕਮੂਦੀ। ਉਸ ਤੋਂ ਇਲਾਵਾ ਮਿਰਾਤ ਉਲ ਅਖਬਾਰ। ਠੀਕ ਹੈ ਜੀ, 2 ਜਨਰਲਸ ਨੇ, ਨਾਮ ਯਾਦ ਰੱਖਾਂਗੇ, ਸੰਵਾਦ ਕਮੂਦੀ ਤੇ ਮਿਰਾਤ ਉਲ ਅਖਬਾਰ। ਕਿਹਨਾਂ ਦੇ ਨਾਲ ਰਿਲੇਟਡ ਨੇ? ਰਾਜਾ ਰਾਮ ਮੋਹਨ ਰਾਏ। ਫੈਕਚੁਅਲ ਜੀ ਗੱਲ ਹੈ, ਸਿੰਪਲ ਹੀ ਯਾਦ ਰੱਖਣੀ ਆਪਾਂ। ਕਲੀਅਰ ਹੈ ਜੀ, ਚਲੋ ਜੀ ਨੈਕਸਟ ਆਪਾਂ ਦੇਖਦੇ ਹਾਂ ਜੀ ਬ੍ਰਹਮੋ ਸਮਾਜ। ਤਾਂ ਆਪਾਂ ਦੇਖਿਆ ਕਿ ਬ੍ਰਹਮੋ ਸਮਾਜ ਜਿਹੜਾ ਹੈ ਫਾਊਂਡ ਕਰਨਗੇ ਕੌਣ? ਰਾਜਾ ਰਾਮ ਮੋਹਨ ਰਾਏ ਕਰਨਗੇ। ਕਦੋਂ ਕਰਨਗੇ? 1828 ਦੇ ਵਿੱਚ। ਕਲੀਅਰ ਹੈ ਜੀ, 1828 ਦੇ ਵਿੱਚ ਬ੍ਰਹਮੋ ਸਮਾਜ ਫਾਊਂਡ ਕਰਨਗੇ ਰਾਜਾ ਰਾਮ ਮੋਹਨ ਰਾਏ। ਕੰਮ ਕੀ ਹੈ? ਸੇਮ ਉਹੀ ਕੰਮ ਜੋ ਆਪਾਂ ਪਿੱਛੇ ਡਿਸਕਸ ਕੀਤਾ ਹੈ। ਸਤੀ ਦੇ ਅਗੇਂस्ट स्ट्रगल ਚੱਲ ਰਿਹਾ ਹੈ, ਚਾਈਲਡ ਮੈਰਿਜ, ਠੀਕ ਹੈ ਜੀ, ਫੀਮੇਲ ਇਨਫੈਂਟੀਸਾਈਡ, ਇਸ ਦੇ ਅਗੇਂस्ट ਸਾਰੀ स्ट्रगल ਸ਼ੁਰੂ ਹੋ ਰਹੀ ਹੈ। ਪਰ ਰਾਜਾ ਰਾਮ ਮੋਹਨ ਰਾਏ ਕੀ ਕਰਨਗੇ? ਆਪ ਪਿੱਛੇ ਹੋ ਜਾਣਗੇ। ਠੀਕ ਹੈ ਜੀ, ਕਾਫੀ ਦੇਰ ਬਾਅਦ ਉਹਨਾਂ ਤੋਂ ਬਾਅਦ ਜੋ ਆਣਗੇ ਤਾਂ ਗੱਲ ਕਰਾਂਗੇ, ਤਾਂ ਉਹਨਾਂ ਤੋਂ ਬਾਅਦ ਬ੍ਰਹਮੋ ਸਮਾਜ ਨੂੰ ਲੀਡ ਕਰਨਗੇ ਦਵਿੰਦਰ ਨਾਥ ਟੈਗੋਰ। ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ ਜੀ, ਪੇਪਰ ਦੇ ਪੁਆਇੰਟ ਆਫ ਵਿਊ ਨਾਲ याद रखियो। ਹੁਣ ਦਵਿੰਦਰ ਨਾਥ ਟੈਗੋਰ ਤੇ ਦਵਿੰਦਰ ਨਾਥ ਟੈਗੋਰ ਦੇ ਟਾਈਮ ਤੇ ਹੀ ਬ੍ਰਹਮੋ ਸਮਾਜ ਦੇ ਵਿੱਚ ਆਣਗੇ ਕੇਸ਼ਵ ਚੰਦਰ ਸੇਨ। ਠੀਕ ਹੈ ਜੀ, ਜੇ ਆਪਾਂ ਦਵਿੰਦਰ ਨਾਥ ਟੈਗੋਰ ਦੀ ਗੱਲ ਕਰੀਏ ਤਾਂ ਦਵਿੰਦਰ ਨਾਥ ਟੈਗੋਰ ਬ੍ਰਹਮੋ ਸਮਾਜ ਆਉਣ ਤੋਂ ਪਹਿਲਾਂ ਕੋਈ ਹੋਰ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਸੀ। ਤਾਂ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਫਾਊਂਡ ਕੀਤੀ ਸੀ, ਤੱਤਵ ਬੋਧਿਨੀ ਸਭਾ। ਨਾਮ ਯਾਦ ਰੱਖਿਓ, ਤੱਤਵ ਬੋਧਿਨੀ ਸਭਾ ਦੇ ਫਾਊਂਡਰ ਕੌਣ ਸੀਗੇ? ਦਵਿੰਦਰ ਨਾਥ ਟੈਗੋਰ। ਤਾਂ ਤੱਤਵ ਬੋਧਿਨੀ ਸਭਾ ਦੇ ਜਿੰਨੇ ਵੀ ਫਾਲੋਅਰ ਸੀਗੇ ਉਹ ਕਿਹਦੇ 'ਚ ਆ ਜਾਣਗੇ? ਬ੍ਰਹਮੋ ਸਮਾਜ 'ਚ ਆ ਜਾਣਗੇ। ਜਦੋਂ ਦਵਿੰਦਰ ਨਾਥ ਟੈਗੋਰ ਬ੍ਰਹਮ ਸਮਾਜ 'ਚ ਆ ਗਏ। ਹੁਣ ਦਵਿੰਦਰ ਨਾਥ ਟੈਗੋਰ ਤੇ ਕੇਸ਼ਵ ਚੰਦਰ ਸੇਨ ਦੋਨਾਂ ਦੇ ਵਿੱਚ ਆਪਾਂ ਕਿਉਂ ਯਾਦ ਰੱਖਣਾ ਹੈ? ਤਾਂ ਦੇਖੋ ਜੀ, ਦਵਿੰਦਰ ਨਾਥ ਟੈਗੋਰ ਕਿਤੇ ਨਾ ਕਿਤੇ ਕੀ ਸੀ, ਥੋੜੇ ਜਿਹੇ ਏਜ ਉਹਨਾਂ ਦੀ ਜ਼ਿਆਦੀ ਸੀ, ਤੇ ਕੇਸ਼ਵ ਚੰਦਰ ਸੇਨ ਜਿਹੜੇ ਸੀਗੇ ਕਾਫੀ ਜ਼ਿਆਦਾ ਯੰਗ ਏਜ ਦੇ ਸੀ। ਹੁਣ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ, ਜੇ ਤੁਸੀਂ ਇੱਕ ਸਟਰਗਲ ਕਰ ਰਹੇ ਹੋ, ਤੁਸੀਂ ਇੱਕ ਕੈਂਪੇਨ ਲਾਂਚ ਕੀਤਾ ਹੈ ਸਤੀ ਦੇ ਅਗੇਂस्ट, ਚਾਈਲਡ ਮੈਰਿਜ ਦੇ ਅਗੇਂस्ट। ਇੱਕ ਪਾਸੇ ਇੱਕ ਯੰਗ ਮੁੰਡਾ ਬੱਚਾ ਖੜਾ ਹੈ, ਇੱਕ ਪਾਸੇ ਥੋੜਾ ਜਿਹਾ ਬਜ਼ੁਰਗ ਹੈ। ਤਾਂ ਸਭ ਤੋਂ ਜ਼ਿਆਦਾ ਜੇ ਆਪਾਂ ਗੱਲ ਕਰਾਂਗੇ ਰੈਡੀਕਲ ਸੋਚ ਕਿਹਦੀ ਹੋਏਗੀ? ਕੌਣ ਕਹੇਗਾ ਕਿ ਨਹੀਂ ਜਲਦੀ ਕੰਮ ਹੋਵੇ, ਜਲਦੀ ਰਿਜ਼ਲਟ ਚਾਹੀਦੇ ਨੇ ਮੈਨੂੰ? ਕੌਣ ਕਹੇਗਾ? ਇੱਕ ਬਜ਼ੁਰਗ ਕਹੇਗਾ ਜਾਂ ਇੱਕ ਜਿਹੜਾ ਯੰਗ ਹੋਏਗਾ ਉਹ ਕਹੇਗਾ? ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕੋਈ ਜਵਾਨ ਹੁੰਦਾ ਤਾਂ ਉਹਦਾ ਖੂਨ ਜਿਹੜਾ ਹੈ ਜ਼ਿਆਦਾ ਉਗਾਲੇ ਮਾਰਦਾ ਹੈ। ਠੀਕ ਹੈ ਜੀ, ਸੇਮ ਆਪਾਂ ਦੇਖਾਂਗੇ ਕੇਸ਼ਵ ਚੰਦਰ ਸੇਨ ਜਿਹੜੇ ਨੇ ਕਾਫੀ ਜ਼ਿਆਦਾ ਰੈਡੀਕਲ ਹੋਣਗੇ, ਕਹਿਣਗੇ ਕਿ ਨਹੀਂ ਸੋਸਾਇਟੀ ਚੇਂਜ ਕਰਨੀ ਹੈ, ਬਿਲਕੁਲ ਹੁਣੇ ਹੀ ਕਰਨੀ ਹੈ, ਬਿਲਕੁਲ ਹੁਣੇ ਹੀ ਕਰਨੀ ਹੈ, ਜਲਦੀ ਸਾਨੂੰ ਰਿਜ਼ਲਟ ਚਾਹੀਦੇ ਨੇ। ਪਰ ਦਵਿੰਦਰ ਨਾਥ ਟੈਗੋਰ ਨੂੰ ਪਤਾ ਕਿ ਸੋਸਾਇਟੀ ਜਿਹੜੀ ਚੇਂਜ ਹੋਣੀ ਹੈ ਨਾ, ਉਹ ਇੱਕ ਦਿਨ 'ਚ ਇੱਕ ਰਾਤ 'ਚ ਨਹੀਂ ਹੋਣੀ, ਉਹਨੂੰ ਟਾਈਮ ਲੱਗੇਗਾ। ਕਿਉਂਕਿ ਸੋਸਾਇਟੀ ਦੇ ਵਿੱਚ ਜੋ ਗਲਤ ਚੀਜ਼ਾਂ ਚੱਲ ਰਹੀਆਂ ਪਹਿਲਾਂ ਉਹ ਲੋਕਾਂ ਨੂੰ ਦੱਸਣੀਆਂ, ਫਿਰ ਲੋਕੀ ਉਸ ਚੀਜ਼ ਨੂੰ ਸਮਝਣਗੇ, ਫਿਰ ਉਹਦੇ ਬਾਰੇ ਥੋੜਾ ਜਿਹਾ ਵਿਚਾਰ ਕਰਨਗੇ, ਉਸ ਤੋਂ ਬਾਅਦ ਉਹ ਪ੍ਰੈਕਟਿਸਿਸ ਨੂੰ ਛੱਡਣਗੇ। ਇਹ ਨਹੀਂ ਹੈ ਕਿ ਤੁਸੀਂ ਰਾਜ ਜਾ ਕੇ ਲੋਕਾਂ ਨੂੰ ਕਹਤਾ ਕਿ ਸਤੀ ਬੰਦ ਕਰ ਦਿਓ ਤੇ ਸਵੇਰੇ ਸਾਰਿਆਂ ਨੇ ਬੰਦ ਕਰਤੀ। ਨਹੀਂ, ਤੁਹਾਨੂੰ ਤਰਕ ਦੇਣੇ ਪੈਣਗੇ ਲੋਕਾਂ ਨੂੰ, ਸਤੀ ਕਿਉਂ ਬੰਦ ਕਰੋ, ਚਾਈਲਡ ਮੈਰਿਜ ਕਿਉਂ ਬੰਦ ਕਰੋ,
ਵਿਡੋ ਰੀਮੈਰਿਜ ਕਿਉਂ ਕਰਵਾਓ, ਲੋਕਾਂ ਨੂੰ ਸਮਝਾਓਗੇ ਤਾਂ ਲੋਕੀ ਸਲੋਲੀ ਸੁਸਾਇਟੀ 'ਚ ਚੇਂਜ ਆਏਗਾ। ਇਹ ਰੈਡੀਕਲ ਚੇਂਜ ਤਾਂ ਹੋ ਹੀ ਨਹੀਂ ਸਕਦਾ सोसाइटी चेंज करनी। क्लियर। तो आप यही चीज देखेंगे, देवेंद्र नाथ टैगोर, केशव चंद्र सेन, एक दी एज ज्यादा, एक दी एज घट है, एक रेडिकल ने, एक थोड़े जे मॉडरेट ने। तो इत्थे इन्हां च की हो गया, डिफरेंस आनी शुरू हुई। इत्थे जदों डिफरेंस आने शुरू होए ना ब्रह्म समाज दे विच, तां तुसीं दसो कि ज्यादा फॉलोअर किन्हां दे होणगे? जो ज्यादा रेडिकल गल करदा है ना, ज्यादा गर्म ख्याली वाली गल करदा है, ਉਹਦੇ हमेशा फॉलोअर ज्यादा होणगे। तो आप देखेंगे केशव चंद्र सेन दी इत्थे फॉलोइंग जिहड़ी है वो इंक्रीज हो रही है, देवेंद्र नाथ टैगोर दी फॉलोइंग घट रही है, केशव चंद्र सेन की फॉलोइंग बढ़ रही है। तो इत्थे आप देखेंगे कि देखेंगे कि ब्रह्मो समाज जिहड़ा है वो दो हिस्सों में टुट जाएगा। क्लियर। तो आप गल करते देवेंद्र नाथ टैगोर नूं रेडिकल आइडियाज ऑफ केशव चंद्र सेन, जिवें कि वो कहेंगे कि कास्ट सिस्टम के अगेंस्ट ओपन सपोर्ट करेंगे, इंटरकास्ट मैरिज नूं, ठीक है जी, सारे रिलीजन्स दी टीचिंग्स नूं इंक्लूड करन दी गल्लां करनगे। एवें दी रेडिकल गल्लां जे आपां गल करिए केशव चंद्र सेन करनगे, वो देवेंद्र नाथ टैगोर नूं चंगियां नहीं लगदियां। ठीक है जी, रेडिकल आइडियाज ने, तुसीं सिंपल याद रख सकदे हो। चलो जी अगे आपां गल करदे जी नेक्स्ट। तो आप इत्थे देखेंगे स्प्लिट होएगी ब्रह्मो समाज। जे गल करिए ब्रह्मो समाज जिहड़ी अपनी 1828 दे विच बनी सी, तां ओहदे विच स्प्लिट देखण नूं मिलेगा 1866 दे विच। ठीक है जी, ब्रह्मो समाज दो पार्ट्स दे विच डिवाइड हो जाएगी। एक नूं आपां कहांगे आदि ब्रह्मो समाज, एक नूं कहांगे ब्रह्मो समाज ऑफ इंडिया। जेदी गल करदे आपां आदि ब्रह्मो समाज, तां इधर होणगे देवेंद्र नाथ टैगोर दे सारे फॉलोअर्स। ठीक है जी, देवेंद्र नाथ टैगोर ते उन्हां दे फॉलोअर्स जिहड़े ने मिलके ब्रह्मो समाज तो अलग एक सोसाइटी बना लैणगे अपनी, जिन्हों कहणगे वो आदि ब्रह्मो समाज। आदि का मतलब पुराना। ठीक है जी, पर जिहड़े केशव चंद्र सेन ने वो की करनगे, अपने फॉलोअर्स नाल मिलके अलग तो ब्रह्मो समाज बना लैणगे, जिन्हों कहणगे ब्रह्मो समाज ऑफ इंडिया। क्लियर है जी। ब्रह्मो समाज सीगा 28 दे विच बनया, 66 जाके दो हिस्से टूट गया, एक पासे आदि ब्रह्मो समाज, दूजे पासे ब्रह्मो समाज ऑफ इंडिया। आदि ब्रह्मो समाज देवेंद्र नाथ टैगोर, जेड़ा ब्रह्मो समाज ऑफ इंडिया वो केशव चंद्र सेन। फिर आप आगे देखेंगे जेड़ा केशव चंद्र सेन दी ब्रह्मो समाज ऑफ इंडिया है, ये अगे जाके फिर दो हिस्से डिवाइड हो जाएगी। मतलब कि ये एक होर पार्ट निकलेगा जिन्हों आप कहेंगे साधारण ब्रह्मो समाज। क्वेश्चन फिर बनता है, ब्रह्मो समाज दे विच तां देवेंद्र नाथ टैगोर, केशव चंद्र सेन, उन्होंने आइडियोलॉजिकल डिफरेंस सीगे, उन्होंने दी थोड़ी बहुत आप कह सकते कि एक दूजे की गल समझ नहीं सी रहे। फिर ब्रह्मो समाज ऑफ इंडिया जी केशव चंद्र सेन ने खुद बनाई सी, उहदे चों साधारण ब्रह्मो समाज क्यों निकल गई? तो इसका आंसर की बनेगा जी? तो देखो ब्रह्मो समाज क्यों बनाई गई है? चाइल्ड मैरिज नाल तुसीं की कर रहे हो, जो भी गलत चीज़ां हो रही सोसाइटी उन्होंने अगेंस्ट उन्होंने अगेंस्ट कैंपेन कर रहे हो। पर ब्रह्मो समाज बनाने तो बाद, ब्रह्मो समाज ऑफ इंडिया बनाने तो बाद केशव चंद्र सेन जिहड़े ने ये की करनगे 1878 दे विच केशव चंद्र सेन ने अपनी 13 साल की कुड़ी दी की करती मैरिज करती। हुण 13 ईयर तुसीं एक पासे चाइल्ड मैरिज कह रहे हो कि नहीं करनी चाहिए, दूजे पासे तुसीं अपनी 13 साल की बेटी दी की कर रहे हो महाराजा ऑफ कूच बिहार नाल विआह कर रहे हो। तां हुणे फॉलोअर्स नूं की लगेगा? फॉलोअर्स नूं तां लगेगा कि इन्हां दी कथनी ते करनी दे विच अंतर है। बोले कुछ रहे ने, कह रहे ने कि चाइल्ड मैरिज नहीं करनी, सती बंद करो, पर चंगा अपने नूं रिश्ता मिलिया तो अपनी 13 साल की कुड़ी ब्याहती। तो किते ना किते जिहड़े इन्हां दे फॉलोअर्स ने वो की होणगे, इस चीज़ तो गुस्सा होणगे, वो कहणगे कि बस जी असीं नहीं ब्रह्मो समाज च रहना, असीं अपनी अलग तो एक सोसाइटी बना लेना जिन्हों असीं आज तो बाद की कहांगे साधारण ब्रह्मो समाज। ठीक है जी। नाम पूछ दिते जांदे ने, बिल्कुल याद रखियो नाम, जिवें कि अपने नाम याद रखेंगे आपां आनंद मोहन बोस। ठीक है जी। नैक्सट बिपिन चंद्रपाल, सुरेंद्रनाथ बनर्जी, शिवनाथ शास्त्री। ये कौन सी है? ज्यादातर आप कह सकते हैं कि जो ब्रह्मो समाज ऑफ इंडिया केशव चंद्र सेन वाली उहदे ही मैंबर सी। केशव चंद्र सेन ने जदों अपनी बेटी का विआह महाराजा ऑफ कूच बिहार ने किया तो उस तो गुस्से च आके इन्होंने अपनी अलग तो बना ली, जिन्हों आप की कहेंगे साधारण ब्रह्मो समाज। ठीक है जी, क्लियर। चलो जी नैक्सट अगे करते हैं जी यंग बंगाल मूवमेंट। आप बंगाल च ही देख रहे हैं जी सोशल रिलीजियस मूवमेंट्स किवें चल रही हैं। हुण बंगाल दे विच ही चलेगी तुहाडी यंग बंगाल मूवमेंट। आप पहले ही डिस्कस किया है कि जे तुसी एक रिलीजन नूं या तो रिफॉर्म करोगे या उन्होंने रिवाइव करोगे, और जो भी पिछे आप कह सकते हैं कि इतिहास होएगा भी जिथे बहुत वधिया तुहानूं लग रहा है कि रिलीजन है, या तुसी की करोगे उस रिलीजन नूं बिल्कुल ही छड्ड दोगे, तुसी कहोगे कि जेड़ा वधिया असीं ओही फॉलो करांगे। सेम आपां नूं देखने को मिलेगा यंग बंगाल मूवमेंट, एक्सट्रीम चले जाएंगे। ठीक है जी। सब तो पहले नाम याद रखना आपां हैनरी विवियन डेरोजी। ठीक है जी। यंग बंगाल मूवमेंट दे विच नाम याद रखना है हैनरी विवियन डेरोजी। कौन सी हैनरी विवियन डेरोजी? तो तुहानूं दिख जाएगा फोटो, काफी यंग एज से इन्हां दी। प्रिंसीपल सीगे, आप कह सकते टीचर सीगे हिंदू कॉलेज दे। ये हिंदू कॉलेज वही
ਜਿਹੜਾ 1817 ਦੇ ਵਿੱਚ ਕਿਹਨਾਂ ਨੇ ਬਣਾਇਆ ਸੀ ਜੀ, ਗੱਲ ਕਰਾਂਗੇ ਰਾਜਾ ਰਾਮ ਮੋਹਨ ਰਾਏ ਨੇ। ਠੀਕ ਹੈ ਜੀ, ਉਹਦੇ ਵਿੱਚ ਟੀਚਰ ਸੀ, ਤੇ ਟੀਚਰ ਸੀ ਕਿਤੇ ਨਾ ਕਿਤੇ ਜਿਹੜਾ ਹੈ ਇਹ ਯੂਰਪ ਦੇ ਕਲਚਰ ਨਾਲ, ਯੂਰਪ ਚ ਵੀ ਸਪੈਸੀਫਿਕਲੀ ਜੇ ਗੱਲ ਕਰਾਂਗੇ ਫ੍ਰੈਂਚ ਰੈਵੋਲੂਸ਼ਨ ਤੋਂ ਕਾਫੀ ਜ਼ਿਆਦਾ ਕੀ ਸੀ, ਇਨਸਪਾਇਰ ਸੀ। ਮਤਲਬ ਕਿ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਕਿਵੇਂ ਦੀ ਗੱਲਾਂ ਹੋ ਰਹੀਆਂ ਸੀ, ਆਈਡੀਆਜ਼ ਕਿਵੇਂ ਦੇ ਸੀਗੇ। ਫ੍ਰੈਂਚ ਰੈਵੋਲੂਸ਼ਨ ਚ ਗੱਲਾਂ ਹੁੰਦੀਆਂ ਸੀ ਲਿਬਰਟੀ ਦੀਆਂ, ਇਕੁਆਲਿਟੀ ਦੀਆਂ ਤੇ ਫਰੀडम ਦੀਆਂ। ਤਾਂ ਇਸ ਤੋਂ ਕਾਫੀ ਜ਼ਿਆਦਾ ਇਹ ਕੀ ਸੀਗੇ, ਆਪਾਂ ਕਹਿ ਸਕਦੇ ਕਿ ਇਨਸਪਾਇਰ ਸੀ। ਤਾਂ ਇਹ ਕਹਿੰਦੇ ਸੀ ਕਿ ਛੱਡੋ, ਅਸੀਂ ਤਾਂ ਕੀ ਕਰਦੇ ਹਾਂ, ਸਿੱਧਾ ਜਿਸ ਦਾ ਫ੍ਰੈਂਚ ਦਾ ਹੀ ਕਲਚਰ ਅਪਣਾਵਾਂਗੇ। ਅਸੀਂ ਗੱਲ ਕਰਾਂਗੇ ਲਿਬਰਟੀ ਦੀ, ਅਸੀਂ ਗੱਲ ਕਰਾਂਗੇ ਇਕੁਐਲਿਟੀ ਦੀ, ਅਸੀਂ ਗੱਲ ਕਰਾਂਗੇ ਫਰੀडम ਦੀ। ਜੋ ਬ੍ਰਿਟਿਸ਼ਰਸ ਦਾ, ਜੋ ਫ੍ਰੈਂਚ ਦਾ ਲਾਈਫ ਸਟਾਈਲ ਹੈ, ਅਸੀਂ ਤਾਂ ਉਹੀ ਜੀਣਾ। ਜਿਹੜਾ ਇੱਥੇ ਵੀ ਰਿਫਾਰਮਸ ਚਾਹੀਦੇ ਨੇ ਅਸੀਂ ਨਹੀਂ ਕਰ ਰਹੇ, ਅਸੀਂ ਕੀ ਕਰਾਂਗੇ, ਉਹਨਾਂ ਦਾ ਹੀ ਕਲਚਰ ਜਿਹੜਾ ਹੈ ਉਹਨੂੰ ਕੀ ਕਰਾਂਗੇ, ਫੋਲੋ ਕਰਨਾ ਸ਼ੁਰੂ ਕਰਾਂਗੇ। ਕਲੀਅਰ। ਹੁਣ ਜਦੋਂ ਇਹ ਗੱਲਾਂ ਹੋ ਰਹੀਆਂ ਇਕੁਐਲਿਟੀ ਦੀਆਂ, ਲਿਬਰਟੀ ਦੀਆਂ, ਫਰੀडम ਦੀਆਂ, ਕਿ ਵਿਮਨ ਨੂੰ ਵੀ ਇਕੁਅਲ ਰਾਈਟਸ ਮਿਲਣਗੇ, ਤਾਂ ਕੀ ਇਹ ਜਿਹੜਾ ਆਈਡੀਆ ਹੋਏਗਾ ਇਹ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਕੀ ਕਰੇਗਾ, ਸ਼ੂਟ ਕਰੇਗਾ? ਬਿਲਕੁਲ, ਲੋਕਾਂ ਨੂੰ ਪਸੰਦ ਆਏਗਾ ਆਈਡੀਆ ਇਹ, ਕਿ ਇਹ ਐਕਸਟ੍ਰੀਮ ਸੀ। ਜਿਹੜੇ ਐਕਸਟ੍ਰੀਮ ਆਪਾਂ ਕਹਿ ਸਕਦੇ ਹਾਂ ਆਈਡੀਆਜ਼, ਆਰਥੋਡਾਕਸ ਜਿਹੜੇ ਲੋਕ ਹੋਣਗੇ, ਜਿਹੜੇ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਰਿਲੀਜੀਅਸ ਹੋਣਗੇ, ਉਹ ਇਸ ਨੂੰ ਦੇਖ ਕੇ ਕੀ ਕਹਿਣਗੇ ਕਿ ਨਹੀਂ ਇਹ ਆਈਡੀਆ ਵਧੀਆ ਨਹੀਂ, ਇਹ ਤਾਂ ਬਹੁਤ ਗਲਤ ਚਲੇ ਗਏ ਜੀ, ਇਹਨਾਂ ਨੇ ਤਾਂ ਧਰਮ ਹੀ ਛੱਡਤਾ। ਪਰ ਜਿਹੜੇ ਥੋੜੇ ਜਿਹੇ ਘੱਟ ਧਰਮੀ ਹੋਣਗੇ ਉਹ ਕਹਿਣਗੇ ਕਿ ਨਹੀਂ ਵਧੀਆ ਆਈਡੀਆ ਲੱਗ ਰਿਹਾ, ਕਿਉਂਕਿ ਇਹਨਾਂ ਦੀ ਗੱਲਾਂ ਵੀ ਠੀਕ ਨੇ। ਠੀਕ ਹੈ ਜੀ, ਪਰ ਇਹ ਜ਼ਿਆਦਾ ਮੂਵਮੈਂਟ ਚੱਲ ਨਹੀਂ ਪਾਏਗੀ। ਕਿਉਂ? ਕਾਫੀ ਛੋਟੀ ਏਜ ਦੇ ਵਿੱਚ ਹੀ ਜਿਹੜੇ ਹੈਨਰੀ ਵਿਵੀਅਨ ਡਰੋਜ਼ੀ ਨੇ, ਇਹਨਾਂ ਦੀ ਕੀ ਹੋ ਜਾਏਗੀ, ਡੈਥ ਹੋ ਜਾਏਗੀ। 1831 ਦੇ ਵਿੱਚ ਹੀ ਇਹਨਾਂ ਦੀ ਡੈਥ ਹੋ ਜਾਏਗੀ ਡਿਊ ਟੂ ਕਾਲਰਾ। ਠੀਕ ਹੈ ਜੀ, ਇਹਨਾਂ ਦੇ ਜਾਣ ਤੋਂ ਬਾਅਦ ਜ਼ਿਆਦਾ ਮੂਵਮੈਂਟ ਇਹ ਚੱਲੇਗੀ ਨਹੀਂ। ਇਹਨਾਂ ਦੇ ਕੁਝ ਜਿਹੜੇ ਆਪਾਂ ਕਹਿ ਸਕਦੇ ਹਾਂ ਫੋਲੋਅਰ ਸੀ, ਉਹ ਬਹੁਤ ਉਹਨਾਂ ਦਾ ਬੇਸ ਕੀ ਹੋ ਜਾਏਗਾ, ਨੈਰੋ ਹੋ ਜਾਏਗਾ। ਕਲੀਅਰ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਯੰਗ ਬੰਗਾਲ ਮੂਵਮੈਂਟ ਦੀ। ਤਾਂ ਇਹ ਕਰਦੇ ਕੀ ਸੀ, ਤਾਂ ਇਹਨਾਂ ਦੀ ਆਰਥੋਡਾਕਸ ਪ੍ਰੈਕਟਿਸਿਸ ਸੀਗੀਆਂ, ਜਿਵੇਂ ਕਿ ਵਿਮਨ ਨੂੰ ਰਾਈਟਸ ਦੇਣ ਦੀ ਗੱਲਾਂ ਕਰਨਗੇ, ਫਰੀडम ਆਫ ਪ੍ਰੈਸ। ਠੀਕ ਹੈ ਜੀ, ਸਪੋਰਟਡ ਰਿਓਟਸ ਅਗੇਂਸਟ ਜ਼ਮੀਂਦਾਰਸ। ਇਹ ਸਾਰਾ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਰਿਓਟਸ ਕਿਹੜੇ ਨੇ, ਜ਼ਮੀਂਦਾਰ ਕਿਹੜੇ ਨੇ, ਪਰਮਾਨੈਂਟ ਸੈਟਲਮੈਂਟ, ਉਦੋਂ ਸਾਰਾ ਆਪਾਂ ਵੈਸੇ ਡਿਸਕਸ ਕਰ ਵੀ ਚੁੱਕੇ ਹਾਂ। ਕਲੀਅਰ। ਤਾਂ ਇਹ ਸੀ ਆਪਣੀ ਯੰਗ ਬੰਗਾਲ ਮੂਵਮੈਂਟ, ਜਿਹੜੇ ਤੁਸੀਂ ਸਿੰਪਲ ਕਹਿ ਸਕਦੇ ਹੋ ਕਿ ਬ੍ਰਿਟਿਸ਼ਰ ਵਰਗੇ ਹੀ ਜੀਣਾ ਚਾਹੁੰਦੇ ਸੀਗੇ। ਉਹ ਸਿੰਪਲ ਜੀ ਗੱਲ ਕਰਾਂਗੇ, ਵਾਈਨ ਪਾਰਟੀਜ਼ ਕਰ ਰਹੇ ਨੇ। ਠੀਕ ਹੈ ਜੀ, ਗੱਲ ਕੀ ਕਰਨਗੇ ਕਿ ਤੁਹਾਡੀ ਆਈਡੀਓਲੋਜੀ ਕੀ ਹੈ, ਵਿਮਨ ਨੂੰ ਇਕੁਅਲ ਸਟੇਟਸ ਹੋਵੇ। ਵੀ ਟੋਟਲੀ ਇਨਸਪਾਇਰਡ ਕਿਸ ਤੋਂ ਸੀਗੇ, ਉਹ ਫ੍ਰੈਂਚ ਤੋਂ ਹੀ ਸੀਗੇ। ਕਲੀਅਰ। ਤਾਂ ਇਹ ਸੀਗੀ ਇਹਨਾਂ ਦੀ ਯੰਗ ਬੰਗਾਲ ਮੂਵਮੈਂਟ। ਨੈਕਸਟ ਆਪਾਂ ਜੀ ਗੱਲ ਕਰਾਂਗੇ ਅਗਲੇ ਲੈਕਚਰ ਦੀ, ਤਾਂ ਆਪਾਂ ਕੰਟੀਨਿਊ ਰੱਖਾਂਗੇ ਆਪਣਾ ਸੋਸ਼ਲ ਰਿਲੀਜੀਅਸ ਮੂਵਮੈਂਟਸ। ਠੀਕ ਹੈ ਜੀ, ਇਹ ਜਿੰਨਾ ਆਪਾਂ ਅੱਜ ਕੀਤਾ, ਇਸ ਤੋਂ ਅਗਲੇ ਵੀ ਹੋਰ ਨੇ ਕੁਝ ਸੋਸ਼ਲ ਰਿਲੀਜੀਅਸ ਮੂਵਮੈਂਟ। ਮਹਾਰਾਸ਼ਟਰ 'ਚ ਨੇ, ਪੰਜਾਬ 'ਚ ਨੇ। ਇਸਲਾਮ ਦੇ ਵਿੱਚ ਕੀ ਆਪਾਂ ਕਹਿ ਲਵਾਂਗੇ ਮੂਵਮੈਂਟਸ ਆਣਗੀਆਂ। ਸਿੱਖੀਜ਼ਮ 'ਚ ਕਿਹੜੀ ਮੂਵਮੈਂਟਸ ਆਣਗੀਆਂ, ਜਿਹਦੇ ਵਿੱਚ ਆਪਾਂ ਸਿੰਘ ਸਭਾ ਮੂਵਮੈਂਟ ਦੀ ਗੱਲ ਕਰਾਂਗੇ। ਠੀਕ ਹੈ ਜੀ, ਐਵੇਂ ਹੀ ਇਸਲਾਮ ਦੀਆਂ, ਪਾਰਸੀਜ਼ ਦੀਆਂ ਮੂਵਮੈਂਟਸ ਦੀ ਗੱਲ ਕਰਾਂਗੇ। ਇਹ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਆਪਾਂ ਸੋਸ਼ਲ ਰਿਲੀਜੀਅਸ ਦੇ ਅੰਡਰ ਕਰਾਂਗੇ। ਕਿਹੜੇ ਇੰਪੋਰਟੈਂਟ ਨਾਮ ਨੇ ਉਹ ਵੀ ਯਾਦ ਰੱਖਣੇ ਨੇ। ਇਸ ਤੋਂ ਇਲਾਵਾ ਕਿਹੜੀ ਇਹਨਾਂ ਦੀ ਨਿਊਜ਼ਪੇਪਰ ਹੈ ਤੇ ਇਹਨਾਂ ਦੀ ਆਈਡੀਓਲੋਜੀ। ਮੇਨ ਚੀਜ਼ ਧਿਆਨ ਰੱਖਿਓ, ਆਈਡੀਓਲੋਜੀ ਚਾਹੁੰਦੇ ਕੀ ਨੇ, ਸਾਰਿਆਂ ਨੂੰ ਦਿਖ ਰਿਹਾ ਕਿ ਅੰਗਰੇਜ਼ ਜਿਹੜੇ ਨੇ ਸਾਡੇ ਰਿਲੀਜਨ ਨੂੰ ਕਿਤੇ ਨਾ ਕਿਤੇ ਨੀਚਾ ਦਿਖਾ ਰਹੇ ਨੇ, ਆਪਣਾ ਰਿਲੀਜਨ ਉੱਪਰ ਕਰ ਰਹੇ ਨੇ। ਤਾਂ ਉਹਨਾਂ ਨੂੰ ਦਿਖੇਗਾ ਕਿ ਅਸੀਂ ਕੀ ਕਰਦੇ ਹਾਂ, ਆਪਣੇ ਰਿਲੀਜਨ ਨੂੰ ਸੇਵ ਕਰਦੇ ਹਾਂ। ਆਪਣੇ ਰਿਲੀਜਨ ਦੀ ਜੇ ਗੱਲ ਕਰਾਂਗੇ ਤਾਂ ਜੋ ਉਹਦੇ ਵਿੱਚ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਾਂਗੇ। ਕਲੀਅਰ ਹੈ ਜੀ। ਤਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ, ਕੰਟੀਨਿਊ ਕਰਦੇ ਹਾਂ ਸੋਸ਼ੋ ਰਿਲੀਜੀਅਸ ਮੂਵਮੈਂਟਸ। ਥੈਂਕ ਯੂ ਵੈਰੀ ਮਚ।